ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਆਪਣਾ ਸਾਰਿਆਂ ਦਾ ਹੀ ਮਾਰਗਦਰਸ਼ਨ ਕਰਦੇ ਨੇ। ਮਾਰਗਦਰਸ਼ਨ ਕਰਦਿਆਂ ਹੋਇਆ ਸਾਨੂੰ ਸਾਡੇ ਜੀਵਨ ਦੇ ਲਈ ਇੱਕ ਪ੍ਰੇਰਨਾ ਦਿੰਦੇ ਨੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਸਾਡੇ ਲਈ ਪ੍ਰੇਰਨਾ ਸਰੋਤ ਨੇ, ਜੋ ਸਾਨੂੰ ਗਾਈਡ ਕਰਦੇ ਹੋਏ ਕਿਵੇਂ ਅਸੀਂ, ਜੋ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਸਵਾਸਾਂ ਦਾ ਧਨ ਦੇ ਕੇ ਇਸ ਮਨ ਬੱਚੇ ਨੂੰ ਦਰਗਾਹ ਦੇ ਵਿੱਚੋਂ ਭੇਜਿਆ ਹੈ, ਨਾਮ ਦਾ ਵਪਾਰ ਕਰਨ ਦੇ ਲਈ, ਵਣਜ ਕਰਨ ਦੇ ਲਈ, ਮਨ ਨੂੰ ਵਣਜਾਰਾ ਬਣਾ ਕੇ ਤ੍ਰੈ ਗੁਣਾਂ ਦੇ ਵਿੱਚ ਖੇਡ ਖੇਡਣ ਦੇ ਲਈ ਭੇਜਿਆ ਹੈ। ਕਿਵੇਂ ਅਸੀਂ ਉਸ ਖੇਡ ਨੂੰ ਖੇਡਦੇ ਹੋਏ ਜਿੱਤ ਕੇ ਵਾਪਸ ਆਪਦੇ ਘਰੇ ਉਸ ਨਾਮ ਦਾ ਵਣਜ ਵਪਾਰ ਕਰਦੇ ਹੋਏ ਮਾਲਕ ਦੇ ਸਨਮੁਖ ਜਾਣਾ ਹੈ। ਸੋ ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਤੋਂ ਅਸੀਂ ਪੁੱਛ ਕੇ ਹੀ ਇਹ ਸਾਰਾ ਜੋ ਖੇਡ ਹੈ ਇਹ ਖੇਡਣਾ ਹੈ, ਕਿਉਂਕਿ ਗੁਰਬਾਣੀ ਗੁਰੂ ਸਾਨੂੰ ਉਪਦੇਸ਼ ਹੀ ਨਹੀਂ ਦਿੰਦੇ, ਕਿਉਂਕਿ ਗੁਰਬਾਣੀ ਗੁਰੂ ਦਾ ਜੋ ਗਿਆਨ ਹੈ ਉਹ ਪ੍ਰੈਕਟੀਕਲ ਗਿਆਨ ਹੈ। ਸੋ ਗੁਰਮੁਖ ਪਿਆਰਿਓ, ਸਾਰੇ ਹੀ ਗੁਰਮੁਖ ਬੜੇ ਹੀ ਸੁਚੱਜੇ ਸੌਖੇ ਢੰਗ ਦੇ ਨਾਲ ਸਾਨੂੰ ਗੁਰਬਾਣੀ ਗੁਰੂ ਦਾ ਭੇਦ ਦਿੰਦੇ ਨੇ ਕਿ ਗੁਰਬਾਣੀ ਗੁਰੂ ਅਕਥ ਕਥਾ ਹੈ, ਜਿਸ ਨੂੰ ਕਥਿਆ ਨਹੀਂ ਜਾ ਸਕਦਾ। ਭਾਵ ਵਿਛੋੜੇ ਤੋਂ ਲੈ ਕੇ ਮਿਲਾਪ ਦੀ ਕਹਾਣੀ ਦੱਸਦੇ ਆ। ਜਿਨ੍ਹਾਂ ਗੁਰਮੁਖਾਂ ਨੇ, ਗੁਰਸਿੱਖਾਂ ਨੇ, ਭਗਤ ਜਨਾਂ ਨੇ, ਭੱਟ ਸਾਹਿਬਾਨਾਂ ਨੇ, ਗੁਰੂ ਸਾਹਿਬਾਨ ਨੇ ਮਾਲਕ ਦੇ ਨਾਲ ਮਿਲਾਪ ਕੀਤਾ, ਉਹ ਇਨ ਬਿਨ ਸਾਰਾ ਹੀ ਭੇਦ ਸਾਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਦੇ ਵਿੱਚ ਦੱਸ ਦਿੱਤਾ ਵੀ ਕਿਸ ਕਿਸ ਤਰੀਕੇ ਦੇ ਨਾਲ ਕਿਵੇਂ ਕਿਵੇਂ ਕੀ ਵਿਚਾਰਾਂ ਹੋਈਆਂ। ਉਹ ਸਾਰਾ ਹੀ ਭੇਦ ਜੋ ਹੈ ਸਾਨੂੰ ਗੁਰਬਾਣੀ ਨੂੰ ਪੜ੍ਹਨ ਤੋਂ ਸਾਨੂੰ ਮਿਲਦਾ ਹੈ। ਸੋ ਗੁਰਮੁਖ ਪਿਆਰਿਓ, ਮਹਾਰਾਜ ਮੋਹਰ ਲਾਉਂਦੇ ਨੇ ਕਿ ਜਦੋਂ ਤੁਸੀਂ ਗੁਰਬਾਣੀ ਨੂੰ ਆਧਾਰ ਬਣਾ ਕੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਆਧਾਰ ਬਣਾ ਕੇ ਇਸ ਮਾਰਗ ਤੇ ਚੱਲਦੇ ਆ, ਗੁਰਬਾਣੀ ਦੇ ਵਿੱਚ ਇੰਨੀ ਤਾਕਤ ਹੈ ਕਿ ਤੁਹਾਨੂੰ ਪ੍ਰਤੱਖ ਗੁਰੂ ਦੇ, ਪ੍ਰਤੱਖ ਮਾਲਕ ਦੇ ਦਰਸ਼ਨ ਕਰਾ ਸਕਦੀ ਆ। ਸੋ ਮਹਾਰਾਜ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਸਤਾਰੇ। ਸੋ ਸਾਨੂੰ ਗੁਰਬਾਣੀ ਉੱਥੇ ਲੈ ਜਾਂਦੀ ਹੈ, ਸਾਨੂੰ ਭਾਵ ਸਾਡੀ ਸੁਰਤੀ ਨੂੰ, ਸਾਡੇ ਮਨ ਨੂੰ, ਜਦੋਂ ਸਾਡੇ ਹਿਰਦੇ ਦੇ ਵਿੱਚ ਗੁਰਬਾਣੀ ਵਸ ਗਈ, ਜਦੋਂ ਗੁਰਬਾਣੀ ਦਾ ਜੋ ਅਸਲ ਤੱਤ ਹੈ, ਜੋ ਅਸਲ ਗੁਰਬਾਣੀ ਦਾ ਜੋ ਭੇਦ ਹੈ, ਸਾਨੂੰ ਗੁਰਬਾਣੀ ਕੀ ਦੱਸਦੀ ਹੈ, ਜਦੋਂ ਅਸੀਂ ਉਸਨੂੰ ਬੁੱਝ ਲੈਂਦੇ ਹਾਂ, ਗੁਰਬਾਣੀ ਦਾ ਜੋ ਭੇਦ ਸਾਡੇ ਹਿਰਦੇ 'ਚ ਓਨਾ ਕੁ ਵਸ ਜਾਂਦਾ ਹੈ ਜਿੰਨਾ ਕੁ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਸੋਝੀ ਦੇਣਾ ਚਾਹੁੰਦੇ ਨੇ। ਕਿਉਂਕਿ ਆਪਦੀ ਮੱਤ ਦੇ ਦੁਆਰਾ ਅਸੀਂ ਗੁਰਬਾਣੀ ਨੂੰ ਕਦੇ ਵੀ ਕੱਥ ਨਹੀਂ ਸਕਦੇ, ਕਿਉਂਕਿ ਇਹ ਅਕਥ ਹੈ। ਜਿੰਨਾ ਮਾਲਕ ਅਨਹਦ ਨੇ, ਨਾਮ ਅਨਹਦ ਹੈ, ਓਨਾ ਹੀ ਗੁਰਬਾਣੀ ਗੁਰੂ ਦਾ ਜੋ ਡੀਪ ਡੈਪਥ ਹੈ, ਜੋ ਗੁਰਬਾਣੀ ਗੁਰੂ ਦੇ ਵਿੱਚ ਰਹੱਸਮਈ ਦੱਸਿਆ ਗਿਆ ਹੈ ਅਵਸਥਾਵਾਂ ਦੇ ਹਿਸਾਬ ਨਾਲ, ਓਨਾ ਹੀ ਉਹ ਵੀ ਅਨਹਦ ਹੈ। ਉਹ ਗਿਆਨ ਜੋ ਹੈ ਉਹ ਕਦੇ ਵੀ ਖਤਮ ਨਹੀਂ ਹੁੰਦਾ। ਅਸੀਂ ਜਿੰਨਾ ਵੀ ਗੁਰਬਾਣੀ ਗੁਰੂ ਨੂੰ ਖੋਜਦੇ ਜਾਂਦੇ ਹਾਂ, ਪੜ੍ਹਦੇ ਜਾਂਦੇ ਹਾਂ, ਓਨਾ ਹੀ ਅਵਸਥਾ ਦੇ ਹਿਸਾਬ ਨਾਲ ਜਿੰਨਾ ਮਾਲਕ ਸਾਨੂੰ ਸੋਝੀ ਦਿੰਦੇ ਨੇ, ਅਸੀਂ ਹੋਰ 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 ਡੂੰਘਾਈ ਦੇ ਵਿੱਚ ਜਾ ਕੇ ਅਸੀਂ ਗੁਰਬਾਣੀ ਗੁਰੂ ਦੀ ਡੂੰਘਾਈ 'ਚ ਚਲੇ ਜਾਂਦੇ ਹਾਂ। ਹੁਣ ਗੁਰਮੁਖ ਪਿਆਰਿਓ, ਆਪਾਂ ਬੇਸਿਕ ਗੱਲ ਕਰਦੇ ਹਾਂ ਵੀ ਜਿਵੇਂ ਗੁਰਮੁਖਾਂ ਨੇ ਸਾਨੂੰ ਕੱਲ੍ਹ ਸਮਝਾਇਆ ਵੀ ਜਦੋਂ ਮਨ ਬੱਚੇ ਦਾ ਜਨਮ ਹੋਇਆ, ਉਹ ਤ੍ਰੈ ਗੁਣਾਂ ਦੇ ਵਿੱਚ ਆ ਗਿਆ। ਉਹ ਤ੍ਰੈ ਗੁਣਾਂ ਦੀ ਭਾਸ਼ਾ ਨੂੰ ਦ੍ਰਿੜ ਕਰਨਾ ਉਸਨੇ ਸ਼ੁਰੂ ਕਰ ਦਿੱਤਾ ਸੁਰਤੀ ਦੇ ਦੁਆਰਾ, ਠੀਕ ਆ ਜੀ, ਧਿਆਨ ਦੇ ਦੁਆਰਾ। ਹੁਣ ਗੁਰਮੁਖ ਪਿਆਰਿਓ, ਜਦੋਂ ਬੱਚਾ ਆਉਂਦਾ, ਉਹ ਸਾਰਾ ਹੀ ਅਸੀਂ ਸੁਣਿਆ ਵੀ ਕਿਵੇਂ ਉਹ ਜਦੋਂ
ਪਰਲੋਕ ਤੋਂ ਲੋਕ ਦੇ ਵਿੱਚ ਖੇਡ ਖੇਡਣ ਦੇ ਲਈ ਮਾਲਕ ਦੇ ਵੱਲੋਂ ਭੇਜਿਆ ਜਾਂਦਾ ਬੱਚਾ, ਭਾਵ ਮਨ ਬੱਚੇ ਨੂੰ ਭੇਜਿਆ ਜਾਂਦਾ ਆ। ਠੀਕ ਆ ਜੀ। ਉਹ ਜਦੋਂ ਸਰੀਰ ਦੇ ਵਿੱਚ ਉਹਦੀਆਂ ਗਿਆਨ ਕਰਮ ਇੰਦਰੀਆਂ ਵੀ ਕੰਮ ਨਹੀਂ ਕਰਦੀਆਂ ਪ੍ਰੋਪਰਲੀ, ਤਾਂ ਵੀ ਉਹ ਧਿਆਨ ਦੀ ਅਵਸਥਾ ਦੇ ਦੁਆਰਾ ਤ੍ਰੈ ਗੁਣਾਂ ਨੂੰ, ਮਾਇਆ ਨੂੰ ਦ੍ਰਿੜ ਕਰਦਾ ਜਾਂਦਾ। ਇੰਨਾ ਦ੍ਰਿੜ ਕਰ ਲੈਂਦਾ ਕਿ ਉਹ ਆਪਣੇ ਆਪ ਗਿਆਨ ਕਰਮ ਇੰਦਰੀਆਂ ਦੇ ਸਹਾਰੇ ਮਾਇਆ ਦੇ ਵਿੱਚ ਖੇਡਣ ਯੋਗ ਹੋ ਜਾਂਦਾ। ਹੁਣ ਗੁਰਮੁਖ ਪਿਆਰਿਓ, ਇਹ ਬੜੇ ਹੀ ਬੇਸਿਕ ਵਿਚਾਰ ਨੇ। ਅਸੀਂ ਕਿਉਂ ਇਹ ਵਿਚਾਰ ਕਰ ਰਹੇ ਆ? ਕਿਉਂਕਿ ਆਪਾਂ ਜਦੋਂ ਗੁਰਮੁਖਾਂ ਦੇ ਨਾਲ ਵਿਚਰਦੇ ਆ, ਚਾਹੇ ਆਪਣਾ ਪਰਿਵਾਰ ਹੀ ਕਿਉਂ ਨਾ ਹੋਵੇ, ਚਾਹੇ ਆਪਣਾ ਮਨ, ਸਭ ਤੋਂ ਪਹਿਲਾਂ ਤਾਂ ਇਹ ਸਾਰੀ ਜੋ ਵੀ ਵਿਚਾਰ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਜੀ, ਗੁਰਬਾਣੀ ਗੁਰੂ ਦੀ, ਅਸੀਂ ਦੂਸਰੇ ਨੂੰ ਨਹੀਂ ਸੁਣਾਉਣੀ। ਇਹ ਸਾਡੇ ਮਨ ਨੂੰ ਪਹਿਲਾਂ ਅਸੀਂ ਸੁਣਾਉਣੀ, ਕਿਉਂਕਿ ਸਾਡਾ ਵੀ ਮਨ ਸੇਮ ਸਟੇਜ ਤੇ ਹੈ। ਸਾਡੇ ਮਨ ਦੀ ਜੋ ਗੱਲ ਹੈ, ਸਾਡੇ ਅੰਦਰੋਂ ਉਹੀ ਗੱਲ ਨਿਕਲਦੀ, ਕਿਉਂਕਿ ਇਹ ਸੱਚ ਦਾ ਉਪਦੇਸ਼ ਹੈ ਜੋ ਪ੍ਰੈਕਟੀਕਲੀ ਅਸੀਂ ਫੀਲ ਕਰਦੇ ਹਾਂ। ਸੋ ਉਹੋ ਜਿਹਾ ਹੀ ਭੇਦ ਸਾਨੂੰ ਮਾਲਕ ਆਪ ਦਿੰਦੇ ਨੇ। ਸੋ ਗੁਰਮੁਖ ਪਿਆਰਿਓ, ਅਸੀਂ ਆਪਣੇ ਮਨ ਨੂੰ ਮਨਾਉਣਾ ਹੈ। ਹਰ ਇੱਕ ਨੇ, ਜੋ ਬੋਲ ਰਿਹਾ ਉਸਨੇ ਵੀ, ਜੋ ਸੁਣ ਰਿਹਾ ਉਸਨੇ ਵੀ। ਹੁਣ ਜੋ ਪ੍ਰੈਕਟੀਕਲੀ ਸਾਡੇ ਨਾਲ ਵਿਚਰਦਾ ਹੈ, ਅਸੀਂ ਵਿਚਾਰ ਵੀ ਕਰਦੇ ਹਾਂ, ਤਾਂ ਆਪਣੇ ਮਨ ਨੂੰ ਵੀ ਮਨਾਉਂਦੇ ਹਾਂ, ਤੇ ਆਪਾਂ ਪਹਿਲਾਂ ਇਹ ਸੋਚਦੇ ਹਾਂ ਕਿ ਸਾਡੇ ਤੇ ਕਿਰਪਾ ਨਹੀਂ। ਜਦੋਂ ਸਾਡੇ ਤੇ ਕਿਰਪਾ ਹੋਏਗੀ, ਉਦੋਂ ਹੀ ਅਸੀਂ ਸਿਮਰਨ ਕਰਕੇ ਆਪਦੇ ਜੋ ਵਿਚਾਰ ਆ ਉਹ ਖਤਮ ਕਰ ਸਕਦੇ ਹਾਂ। ਜਿੰਨਾ ਟਾਈਮ ਸਾਡੇ ਤੇ ਮਾਲਕ ਨੇ ਕਿਰਪਾ ਨਹੀਂ ਕੀਤੀ, ਇਹ ਉਹਨਾਂ ਟਾਈਮ ਅਸੀਂ ਆਪਦੇ ਵਿਚਾਰ ਜਿਹੜੇ ਸਾਡੇ ਖਤਮ ਨਹੀਂ ਹੋ ਸਕਦੇ। ਸਾਨੂੰ ਗਿਆਨ ਨਹੀਂ ਆ ਸਕਦਾ ਵੀ ਅਸੀਂ ਕਿਵੇਂ ਮਾਲਕ ਦੇ ਨਾਲ ਵਿਛੜੇ, ਕਿਵੇਂ ਮਿਲਾਪ ਕਰਨਾ। ਬਿਲਕੁਲ ਸਹੀ ਗੱਲ ਆ ਗੁਰਮੁਖ ਪਿਆਰਿਓ, ਕਿਉਂਕਿ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਭੇਦ ਹੀ ਦਿੱਤਾ ਹੋਇਆ ਕਿ ਮਾਲਕ ਦੀ ਕਿਰਪਾ ਦੇ ਨਾਲ ਹੀ ਅਸੀਂ ਮਾਲਕ ਨੂੰ ਜਾਣ ਸਕਦੇ ਹਾਂ, ਮਾਲਕ ਦੇ ਨਾਲ ਮਿਲਾਪ ਕਰ ਸਕਦੇ ਹਾਂ। ਹੁਣ ਗੁਰਮੁਖ ਪਿਆਰਿਓ ਦੇਖੋ, ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਉਦਮ ਕਰਨ ਨੂੰ ਕਿਹਾ ਗਿਆ ਹੈ। ਉਦਮ ਕਰੋ ਵਡਭਾਗੀਓ, ਸਿਮਰੋ ਹਰਿ ਹਰਿ ਰਾਏ। ਹੁਣ ਉਦਮ ਕਿਸਨੇ ਕਰਨਾ ਹੈ? ਮਨ ਨੇ। ਹੁਣ ਗੁਰਮੁਖ ਪਿਆਰਿਓ, ਜੋ ਮਨ ਹੈ, ਮਨੁੱਖ ਜਨਮ ਸਾਨੂੰ ਦੁਰਲੱਭ ਦੇ ਦਿੱਤੀ ਆ, ਇਹ ਸਾਡੇ ਵਾਸਤੇ ਸਿਰਮੌਰ ਜਾਮਾ ਆ 84 ਲੱਖ ਜੂਨ ਦੇ ਵਿੱਚੋਂ। ਕਿਉਂ? ਕਿਉਂਕਿ ਸਾਨੂੰ ਸੁਰਤੀ ਦਾ ਅਤੇ ਧਿਆਨ ਦਾ ਜੋ ਖੇਡ ਹੈ, ਉਹ ਖੇਡਣ ਦੇ ਲਈ ਮਾਲਕ ਦੇ ਵੱਲੋਂ ਸੋਝੀ ਦਿੱਤੀ ਹੋਈ ਆ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਧਿਆਨ ਦੀ ਅਵਸਥਾ ਦੇ ਵਿੱਚ ਗੁਜ਼ਰਦਿਆਂ ਹੋਇਆਂ ਤੁਸੀਂ ਅਲੱਗ ਹੋ ਜਾਂਦੇ ਆ, ਕਿਉਂਕਿ ਦੂਸਰੀਆਂ ਜੂਨਾਂ ਨੂੰ ਇਹ ਸੋਝੀ ਨਹੀਂ ਦਿੱਤੀ। ਸੋ ਗੁਰਮੁਖ ਪਿਆਰਿਓ, ਹੁਣ ਗੱਲ ਕਿੱਥੋਂ ਸ਼ੁਰੂ ਹੁੰਦੀ ਆ ਕਿ ਅਸੀਂ ਤ੍ਰੈ ਗੁਣਾਂ ਨੂੰ ਬਹੁਤ ਜ਼ਿਆਦਾ ਦ੍ਰਿੜ ਕਰ ਲਿਆ। ਕਾਹਦੇ ਦੁਆਰਾ? ਧਿਆਨ ਦੇ ਦੁਆਰਾ। ਠੀਕ ਹੈ ਜੀ। ਸੁਰਤੀ ਦੇ ਦੁਆਰਾ, ਧਿਆਨ ਦੇ ਦੁਆਰਾ। ਕਿਉਂਕਿ ਜਦੋਂ ਸਾਡਾ ਕਿਸੇ ਵੀ ਚੀਜ਼ ਦੇ ਵਿੱਚ, ਕਿਸੇ ਵੀ ਕੰਮ ਦੇ ਵਿੱਚ ਪ੍ਰੋਪਰ ਧਿਆਨ ਹੁੰਦਾ ਗੁਰਮੁਖ ਪਿਆਰਿਓ, ਉਸ ਟਾਈਮ ਤੇ ਅਸੀਂ ਉਸਨੂੰ ਦ੍ਰਿੜ ਕਰਦੇ ਹਾਂ। ਠੀਕ ਹੈ ਜੀ। ਔਖੇ ਤੋਂ ਔਖਾ ਦੁਨੀਆ ਦਾ ਜੋ ਕੰਮ ਹੈ, ਅਸੀਂ ਧਿਆਨ ਦੇ ਦੁਆਰਾ ਜਦੋਂ ਕਰਦੇ ਜਾਂਦੇ ਹਾਂ, ਪ੍ਰੈਕਟਿਸ ਦੇ ਦੁਆਰਾ, ਇੱਕ ਦਿਨ ਸਾਨੂੰ ਸੌਖਾ ਹੋਣਾ ਸ਼ੁਰੂ ਹੋ ਜਾਂਦਾ। ਹੁਣ ਜਿਵੇਂ ਅਸੀਂ ਗੱਡੀ ਚਲਾ ਰਹੇ ਹਾਂ, ਪਹਿਲਾਂ ਅਸੀਂ ਡਰਦੇ ਹਾਂ। ਧਿਆਨ ਦੇ ਦੁਆਰਾ ਅਸੀਂ ਗੱਡੀ ਨੂੰ, ਉਹਦੀਆਂ ਬਰੀਕੀਆਂ ਨੂੰ ਜਾਣਿਆ ਕਿ ਕਿਵੇਂ ਅਸੀਂ ਡਰਾਈਵ ਕਰਨਾ ਆ। ਠੀਕ ਹੈ ਜੀ। ਫਿਰ ਇੱਕ ਦਿਨ ਏਦਾਂ ਦਾ ਹੋ ਜਾਂਦਾ ਕਿ ਸਾਨੂੰ ਬੜਾ ਹੀ ਈਜ਼ੀ ਲੱਗਦਾ, ਧਿਆਨ ਦੇਣ ਦੀ ਵੀ ਨਹੀਂ ਲੋੜ ਪੈਂਦੀ। ਸਹਿਜ ਸੁਭਾਏ ਹੀ ਸਾਡੀ ਸੁਰਤੀ ਉਹ ਡਰਾਈਵਿੰਗ ਨੂੰ ਦ੍ਰਿੜ ਕਰ ਲੈਂਦੀ ਆ। ਫਿਰ ਗੁਰਮੁਖ ਪਿਆਰਿਓ, ਅਸੀਂ ਦੂਸਰੇ ਦੇ ਨਾਲ ਬੈਠੇ ਹੋਏ ਗੱਲਾਂ ਕਰਦੇ ਵੀ ਸਹਿਜ ਸੁਭਾਏ ਹੀ ਸਾਡੀ ਸੁਰਤੀ ਦੇ ਵਿੱਚ ਜੋ ਵਸ ਗਿਆ, ਉਹਦੇ ਹਿਸਾਬ ਨਾਲ ਅਸੀਂ ਈਜ਼ੀ ਸਹਿਜ ਸੁਭਾਏ ਡਰਾਈਵ ਕਰਦੇ ਜਾਂਦੇ ਹਾਂ। ਹੁਣ ਗੁਰਮੁਖ ਪਿਆਰਿਓ, ਸਾਡੇ ਤੇ ਕਿਰਪਾ ਹੈ ਕਿਉਂਕਿ ਸਾਨੂੰ ਮਨੁੱਖੇ ਜਨਮ ਦੇ ਵਿੱਚ ਮਾਲਕ ਦੇ ਵੱਲੋਂ ਧਿਆਨ ਦੀ ਸੋਝੀ ਦੇ ਕੇ ਭੇਜਿਆ ਗਿਆ ਕਿ ਕਿਵੇਂ ਤੁਸੀਂ ਧਿਆਨ ਦੇ ਦੁਆਰਾ ਦ੍ਰਿੜ ਕਰਨਾ ਹੈ। ਸੋ ਗੁਰਮੁਖ ਪਿਆਰਿਓ, ਇਹੀ ਧਿਆਨ ਦੀ ਜੋ ਵਿਧੀ ਹੈ, ਉਹ ਮਾਲਕ ਨੂੰ ਮਿਲਣ ਦੇ ਲਈ, ਠੀਕ ਆ ਜੀ, ਦਰਗਾਹ ਦੇ ਵਿੱਚ ਪ੍ਰਵਾਨ ਹੋਣ ਦੇ ਲਈ ਸਾਡੇ ਕੰਮ ਆਉਂਦੀ। ਕਿਉਂਕਿ ਅਸੀਂ ਧਿਆਨ ਦੇ ਦੁਆਰਾ ਹੀ ਗੁਰਮੰਤਰ ਨੂੰ ਦ੍ਰਿੜ ਕਰਦੇ ਆ। ਆਪ ਦੀ ਆਵਾਜ਼ ਵਿੱਚ ਧਿਆਨ ਰੱਖਣਾ ਹੈ ਸਭ ਤੋਂ ਪਹਿਲਾਂ। ਜਿੰਨਾ ਅਸੀਂ ਆਪਦੀ ਆਵਾਜ਼ ਦੇ ਵਿੱਚ ਧਿਆਨ ਰੱਖਦੇ ਜਾਵਾਂਗੇ, ਸਹਿਜ ਸੁਭਾਏ ਹੀ ਵਿਚਾਰਾਂ ਅਤੇ ਫੁਰਨਿਆਂ ਤੋਂ ਰਹਿਤ ਹੁੰਦੇ ਜਾਵਾਂਗੇ। ਹੁਣ ਗੁਰਮੁਖ ਪਿਆਰਿਓ, ਦੂਸਰੀ ਗੱਲ ਇਹ ਆ ਜਾਂਦੀ ਆ ਕਿ ਅਸੀਂ ਧਿਆਨ ਦੇ ਦੁਆਰਾ ਤ੍ਰੈ ਗੁਣਾਂ ਨੂੰ, ਤਰਲੋਕੀ ਨੂੰ ਇੰਨਾ ਜ਼ਿਆਦਾ ਦ੍ਰਿੜ ਕਰ ਲਿਆ ਕਿ ਸਾਡੀ ਜੋ ਅਵਸਥਾ ਸੀ, ਉਹ ਇਸ ਲੋਕ ਦੇ ਖੇਡ ਤੱਕ ਹੀ ਸੀਮਤ ਹੋ ਕੇ ਰਹਿ ਗਈ। ਠੀਕ ਆ ਜੀ। ਹੁਣ ਇਸ ਲੋਕ ਦੇ ਖੇਡ ਦਾ ਹੀ ਸਾਨੂੰ ਸਿਰਫ ਤੇ ਸਿਰਫ ਧਿਆਨ ਦੇ ਦੁਆਰਾ ਪਤਾ ਲੱਗ ਗਿਆ, ਤੇ ਅਸੀਂ ਇਹਨੂੰ ਇੰਨਾ ਦ੍ਰਿੜ ਕਰ ਲਿਆ ਕਿ ਅਸੀਂ ਹੁਣ ਜੋ ਵੀ ਕਾਰਜ ਕਰਦੇ ਹਾਂ, ਉਹ ਤ੍ਰਿਲੋਕੀ ਦੇ ਵਿੱਚ ਉਸ ਅਵਸਥਾ ਤੇ ਰਹਿੰਦਿਆਂ ਹੀ ਕਰਦੇ ਹਾਂ। ਹੁਣ ਗੁਰਮੁਖ ਪਿਆਰਿਓ, ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਵੀ ਪੜ੍ਹਦੇ ਹਾਂ, ਠੀਕ ਆ ਜੀ, ਦੇਖੋ ਸਦੀਆਂ ਤੋਂ ਕਿੰਨਾ ਟਾਈਮ ਹੋ ਗਿਆ ਕਿ
ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹ ਰਹੇ ਹਾਂ, ਠੀਕ ਆ ਜੀ, ਅਸੀਂ ਪਾਠ ਕਰਦੇ ਹਾਂ, ਅਸੀਂ ਕਹਿੰਦੇ ਹਾਂ ਵੀ ਅਸੀਂ ਪਾਠ ਕਰਦੇ ਹਾਂ, ਠੀਕ ਆ ਜੀ, ਸਹਿਜ ਪਾਠ ਵੀ ਕਰ ਲੈਂਦੇ ਹਾਂ। ਹੁਣ ਸੋਚਣ ਵਾਲੀ ਗੱਲ ਆ, ਇਹ ਅਸੀਂ ਕਿਸੇ ਨੂੰ ਨਹੀਂ ਕਹਿ ਰਹੇ, ਆਪਦੇ ਮਨ ਦੇ ਹਿਸਾਬ ਨਾਲ ਆਪਣਾ ਪ੍ਰੈਕਟੀਕਲ ਆਪ ਜੀ ਦੇ ਨਾਲ ਸ਼ੇਅਰ ਕਰ ਰਹੇ ਆ। ਹੁਣ ਗੁਰਮੁਖ ਪਿਆਰਿਓ, ਅਸੀਂ ਬਾਣੀ ਪੜ੍ਹਦੇ ਰਹੇ, ਸਾਨੂੰ ਪਤਾ ਹੀ ਨਹੀਂ ਲੱਗਾ ਕਿ ਗੁਰਬਾਣੀ ਗੁਰੂ ਕੀ ਗੱਲ ਕਰ ਰਹੇ ਨੇ, ਕਿੱਥੋਂ ਦੀ ਗੱਲ ਕਰ ਰਹੇ ਨੇ, ਉਹ ਮਨ ਕੌਣ ਆ ਜਿਹਨੂੰ ਸਾਰੀ ਹੀ ਗੁਰਬਾਣੀ ਉਪਦੇਸ਼ ਕਰ ਰਹੀ ਆ। ਕਿਉਂ ਨਹੀਂ ਪਤਾ ਲੱਗਦਾ ਸੀ? ਉਹਦਾ ਰੀਜ਼ਨ ਇਹ ਸੀ ਕਿ ਅਸੀਂ ਗੁਰਬਾਣੀ ਨੂੰ ਪੜ੍ਹਨਾ ਸੁਣਨਾ ਇਹ ਲੋਕ ਦਾ ਕਾਰਜ ਸਮਝ ਲਿਆ, ਠੀਕ ਆ ਜੀ। ਜਿਵੇਂ ਅਸੀਂ ਲੋਕ ਦੇ ਕਾਰਜ ਕਰ ਰਹੇ ਹਾਂ, ਤ੍ਰੈ ਗੁਣਾ ਦੇ ਕਾਰਜ ਕਰ ਰਹੇ ਹਾਂ ਸੁਰਤੀ ਦੇ ਦੁਆਰਾ, ਅਸੀਂ ਗੁਰਬਾਣੀ ਨੂੰ ਵੀ ਲੋਕ ਦਾ ਹੀ ਕਾਰਜ ਸਮਝ ਕੇ ਕਰਦੇ ਰਹੇ। ਵਾਹਿਗੁਰੂ। ਵਾਹਿਗੁਰੂ। ਹਾਂਜੀ ਗੁਰਮੁਖ ਪਿਆਰਿਓ, ਜਿੰਨਾ ਟਾਈਮ ਸੰਗਤ ਆਪਣੇ ਨਾਲ ਜੁੜਦੀ ਆ, ਕਿਉਂਕਿ ਕਾਲ ਕੱਟ ਹੋ ਗਈ ਸੀ, ਉਨਾ ਟਾਈਮ ਅਸੀਂ ਗੁਰੂ ਮੰਤਰ ਕਰਦੇ ਹਾਂ। ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਮੁਖ ਪਿਆਰਿਓ, ਹੁਣ ਅਸੀਂ ਵਿਚਾਰ ਕਰ ਰਹੇ ਸੀ ਵੀ ਗੁਰਬਾਣੀ ਗੁਰੂ ਨੂੰ ਜੋ ਪੜ੍ਹਨ ਦਾ ਜੋ ਕਾਰਜ ਹੈ, ਅਸੀਂ ਸਿਰਫ ਤੇ ਸਿਰਫ ਲੋਕ ਦਾ ਹੀ ਕਾਰਜ ਸਮਝ ਕੇ ਅਸੀਂ ਕਰਦੇ ਹਾਂ। ਵੀ ਲੋਕ ਦੇ ਵਿੱਚ ਜਿਵੇਂ ਅਸੀਂ ਤ੍ਰੈ ਗੁਣਾਂ ਨੂੰ ਦ੍ਰਿੜ ਕਰ ਲਿਆ, ਸਾਡੀ ਜੋ ਸੁਰਤੀ ਹੈ, ਜਿਵੇਂ ਅਸੀਂ ਲੋਕ ਦੇ ਕਾਰਜ ਸਿਰਫ ਤੇ ਸਿਰਫ ਆਪਦੀ ਮੱਤ ਦੇ ਦੁਆਰਾ ਕਰਦੇ ਹਾਂ, ਇਸੇ ਤਰੀਕੇ ਦੇ ਨਾਲ ਅਸੀਂ ਇੱਥੇ ਇਸ
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਮੈਂ ਬੇਨਤੀ ਕਰਨੀ ਸੀਗੀ, ਆਪਣੀ ਕਾਲ ਕੱਟ ਹੋ ਰਹੀ ਆ ਵੀ ਸਿਮਰਨ ਕੌਰ, ਅੱਜ ਜਦੋਂ ਤੁਸੀਂ ਵੀਡੀਓ ਰਿਕਾਰਡਿੰਗ ਸ਼ੁਰੂ ਕਰਦੇ ਆ ਉਹਦੀ ਪ੍ਰੋਬਲਮ ਹੋ ਰਹੀ ਆ। ਹਾਂਜੀ ਵਾਹਿਗੁਰੂ ਜੀ, ਫਿਰ ਤੁਸੀਂ ਵੀਡੀਓ ਰਿਕਾਰਡਿੰਗ ਨਾ ਕਰੋ ਜੀ, ਕਿਉਂਕਿ ਆਪਾਂ ਨੂੰ ਆਡੀਓ ਦੀ ਜੋ ਰਿਕਾਰਡਿੰਗਸ ਆ ਵਾਹਿਗੁਰੂ ਜੀ, ਉਹ ਭਾਈ ਸ਼ਿੰਗਾਰਾ ਸਿੰਘ ਹੁਣਾਂ ਤੋਂ ਮਿਲ ਜਾਣੀ ਆ ਤੇ ਉਹ ਫਿਰ ਆਪਾਂ ਦੁਬਾਰਾ ਸੁਣ ਸਕਦੇ ਆ ਵਾਹਿਗੁਰੂ, ਉਹਨਾਂ ਦੇ ਰਿਕਾਰਡ 'ਚ ਹਨ। ਹਾਂਜੀ ਵਾਹਿਗੁਰੂ ਜੀ। ਹਾਂਜੀ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਅਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪੁੱਛ ਕੇ ਆਪਦੇ ਮਨ ਦੀ ਕਹਾਣੀ ਨੂੰ ਜਾਣਨ ਦੇ ਲਈ ਵਿਚਾਰ ਕਰ ਰਹੇ ਸੀ। ਸੋ ਗੁਰਮੁਖ ਪਿਆਰਿਓ, ਅਸੀਂ ਵਿਚਾਰ ਕਰ ਰਹੇ ਸੀ ਕਿ ਜਦੋਂ ਵੀ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ, ਪਰਲੋਕ ਦਾ ਗਿਆਨ ਨਾ ਹੋਣ ਕਰਕੇ, ਅਸੀਂ ਆਪਦੇ ਨਿੱਜ ਸਰੂਪ ਨੂੰ ਨਾ ਪਛਾਣਿਆ ਹੋਣ ਕਰਕੇ ਦ੍ਰਿਸ਼ਮਾਨ ਨੂੰ ਦ੍ਰਿੜ ਕਰ ਲਿਆ ਤੇ ਅਸੀਂ ਸਮਝ ਲਿਆ ਕਿ ਇਹ ਜੋ ਬਾਡੀ ਹੈ ਇਹੀ ਸਭ ਕੁਝ ਹੈ, ਕਿਉਂਕਿ ਸਾਨੂੰ ਸੂਖਮ ਦਾ ਭੇਦ ਨਹੀਂ ਹੈਗਾ। ਇਸ ਕਰਕੇ ਅਸੀਂ ਗੁਰਬਾਣੀ ਗੁਰੂ ਨੂੰ ਲੋਕ ਦਾ ਕਾਰਜ ਸਮਝ ਕੇ ਕਰਦੇ ਹਾਂ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਦੂਸਰੇ ਪਾਸੇ ਜਦੋਂ ਅਸੀਂ ਫਿਰ ਪ੍ਰੈਕਟੀਕਲੀ ਜੀਵਨ ਆਪਣਾ ਹੋ ਜਾਂਦਾ ਆ, ਫਿਰ ਸਾਨੂੰ ਸਮਝ ਆਉਂਦਾ ਆ ਕਿ ਜੋ ਸੂਖਮ ਮਨ ਹੈ, ਕਿਉਂਕਿ ਪਹਿਲਾਂ ਆਪਾਂ ਨੂੰ ਮਨ ਦਾ ਹੀ ਨਹੀਂ ਪਤਾ ਹੁੰਦਾ, ਅਸੀਂ ਪੜ੍ਹ ਵੀ ਰਹੇ, ਸਾਨੂੰ ਬੜਾ ਹੀ ਸੋਹਣਾ ਉਪਦੇਸ਼ ਦਿੰਦੇ ਆ ਮਹਾਰਾਜ ਕਿ ਜੋ ਮਨ ਹੈ ਉਹਨੂੰ ਸਰੀਰ ਦੇ ਵਿੱਚ ਬਿਠਾ ਕੇ ਇੱਥੇ ਖੇਡਣ ਲਈ ਭੇਜਿਆ, ਤੇ ਮਨ ਹੈ ਉਹ ਜੋਤ ਸਰੂਪ ਹੈ, ਤੇ ਜੋ ਜੋਤ ਹੈ ਉਹ ਨੇਤਰਾਂ ਦੇ ਵਿੱਚ ਹੈ। ਦੋਵਾਂ ਨੇਤਰਾਂ 'ਚ ਮਨ ਦੀ ਜੋਤ ਵੰਡੀ ਹੋਈ ਆ। ਠੀਕ ਹੈ ਜੀ। ਵਿਚਾਰਾਂ ਅਤੇ ਫੁਰਨਿਆਂ ਦੇ ਕਾਰਨ ਆਪਾਂ ਨੂੰ ਉਹ ਜੋ ਭਰਮ ਦਾ ਪਰਦਾ ਪਿਆ ਹੋਇਆ ਹੈ, ਆਪਾਂ ਨੂੰ ਪਤਾ ਨਹੀਂ ਚੱਲਦਾ। ਫਿਰ ਮਹਾਰਾਜ ਨੇ ਸਾਨੂੰ ਵਿਧੀ ਦੇ ਦਿੱਤੀ ਆ ਵੀ ਤੁਸੀਂ ਵਿਧੀ ਦੇ ਦੁਆਰਾ ਗੁਰਮੰਤਰ ਨੂੰ ਦ੍ਰਿੜ ਕਰਨਾ ਹੈ। ਅੰਤਰ ਗੁਰ ਅਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਉ। ਹੁਣ ਮਹਾਰਾਜ ਕਹਿੰਦੇ ਆ ਵੀ ਤੁਸੀਂ ਰੰਗ ਹੋ ਜੂਗੇ, ਤੁਹਾਡਾ ਜੋ ਮਨ ਹੈ, ਤੁਹਾਡਾ ਜੋ ਸੂਖਮ ਹੈ, ਉਹ ਰੰਗ ਦੇ ਵਿੱਚ ਰੰਗ ਹੋ ਜਾਊਗਾ। ਸੋ ਗੁਰਮੁਖ ਪਿਆਰਿਓ, ਜੋ ਸਾਡਾ ਮਨ ਹੈ, ਜਦੋਂ ਉਹ ਲੋਕ ਦੀ ਖੇਡ ਨੂੰ ਜਾਣਨ ਦੇ ਨਾਲ ਪਰਲੋਕ ਦੀ ਖੇਡ ਨੂੰ ਖੇਡਣਾ ਸ਼ੁਰੂ ਕਰ ਦਿੰਦਾ, ਪਰਲੋਕ ਦੀ ਖੇਡ ਨੂੰ ਜਾਣਨਾ ਸ਼ੁਰੂ ਕਰ ਦਿੰਦਾ, ਕਿਉਂਕਿ ਜੋ ਇਹ ਖੇਡ ਹੈ ਉਹ ਲੋਕ ਤੇ ਪਰਲੋਕ ਦੋਵਾਂ ਦੇ ਵਿੱਚ ਇੱਕ ਬਰਾਬਰ ਚੱਲ ਰਿਹਾ। ਸੋ ਗੁਰਮੁਖ ਪਿਆਰਿਓ, ਕਿਉਂਕਿ ਪਰਲੋਕ ਅਦਿੱਖ ਹੈ, ਜੋ ਸਾਡਾ ਮਨ ਹੈ ਉਹ ਵੀ ਅਦਿੱਖ ਹੈ, ਮਾਲਕ ਵੀ ਅਦਿੱਖ ਨੇ। ਜੋ ਮਾਲਕ ਦਾ ਪਰਿਵਾਰ ਹੈ, ਆਤਮਾ, ਮਨ, ਧਰਮਰਾਜ, ਚਿੱਤਰਗੁਪਤ, ਠੀਕ ਹੈ ਜੀ, ਕਾਲ, ਪੰਜ ਦੂਤ, ਜਮ, ਇਹ ਸਾਰੇ ਹੀ ਅਦਿੱਖ ਨੇ। ਜੋ ਅਦਿੱਖ ਚੀਜ਼ ਹੁੰਦੀ ਹੈ ਗੁਰਮੁਖ ਪਿਆਰੇ, ਉੱਤੇ ਵਿਸ਼ਵਾਸ ਕੀਤਾ ਨਹੀਂ ਜਾ ਸਕਦਾ। ਪਰ ਗੁਰਬਾਣੀ ਮੋਹਰ ਲਾ ਰਹੀ ਆ ਕਿ ਜਦੋਂ ਤੁਸੀਂ ਗੁਰਬਾਣੀ ਦੀ ਸ਼ਰਨ ਦੇ ਵਿੱਚ ਆ ਜਾਓਗੇ, ਤੁਹਾਨੂੰ ਮਾਲਕ ਦੇ ਨਾਲ ਪ੍ਰਤੱਖ ਰੂਪ ਦੇ ਵਿੱਚ ਮਿਲਾ ਦਿੱਤਾ ਜਾਊਗਾ, ਮਾਲਕ ਦੇ ਪ੍ਰਤੱਖ ਦਰਸ਼ਨ ਕਰਵਾ ਦਿੱਤੇ ਜਾਊਗੇ। ਤੁਸੀਂ ਮਾਲਕ ਦੇ ਨਾਲ ਪ੍ਰਤੱਖ ਰੂਪ ਦੇ ਵਿੱਚ ਵਿਚਰ ਸਕਦੇ ਹੋ, ਕਿਉਂਕਿ ਪੇਖਤ ਸੁਣਤ ਸਦਾ ਹੀ ਸੰਗੈ, ਮੈਂ ਮੂਰਖ ਜਾਣਿਆ ਦੂਰੀ ਹੈ। ਜਦੋਂ ਮਾਲਕ ਨੂੰ ਦੇਖਿਆ, ਸੁਣਿਆ, ਤੇ ਮੈਨੂੰ ਕੀ ਮਹਿਸੂਸ ਹੋਇਆ? ਮਨ ਗੱਲ ਕਰ ਰਿਹਾ, ਆਤਮਾ ਗੱਲ ਕਰ ਰਹੀ। ਆਤਮਕ ਰੂਪ ਤੇ ਹੋਇਆ ਮਨ ਜੋ ਹੈ ਉਹ ਸਾਡਾ ਗੱਲ ਕਰ ਰਿਹਾ ਵੀ ਜਦੋਂ ਮੈਂ ਮਾਲਕ ਨੂੰ ਦੇਖਿਆ, ਮਾਲਕ ਨੂੰ ਸੁਣਿਆ,
ਤੇ ਫਿਰ ਮੈਨੂੰ ਪਤਾ ਚੱਲਿਆ ਕਿ ਮਾਲਕ ਦਾ ਜੋ ਵਾਸਾ ਹੈ ਉਹ ਮੇਰੇ ਨਿੱਜ ਸਰੂਪ ਦੇ ਵਿੱਚ ਹੀ ਹੈ। ਭਾਵ ਜਦੋਂ ਉਹ ਆਤਮਕ ਹੋਇਆ ਕਿ ਆਤਮਕ ਰੂਪ ਦੇ ਵਿੱਚ ਹੀ ਮਾਲਕ ਤੇ ਮਨ ਬੱਚਾ ਜੋ ਹੈ, ਜੋ ਮਨ ਦੀ ਜੋਤ ਹੈ, ਜੋ ਮਾਲਕ ਦਾ ਪ੍ਰਕਾਸ਼ ਹੈ, ਉਹ ਦੋਵੇਂ ਸਦਾ ਹੀ ਇਕੱਠੇ ਨੇ, ਨਾ ਦੂਰ ਆ ਨਾ ਨੇੜੇ ਆ, ਨਿੱਜ ਆਤਮੈ ਭਰਪੂਰ ਆ। ਸੋ ਮਾਰੇ ਕੀ ਕਹਿੰਦੇ, ਰਤਨ ਕਮਲ ਕੋਠਰੀ ਚਮਕਾਲ ਬੀਜਲ ਤਹੀ, ਨੇਰੇ ਨਾਹੀ ਦੂਰ, ਨਿਜ ਆਤਮੈ ਰਹਿਆ ਭਰਪੂਰ। ਸੋ ਗੁਰਮੁਖ ਪਿਆਰਿਓ, ਉਹ ਜੋ ਮਨ ਹੈ, ਜਿਸ ਮਨ ਨੂੰ ਸਾਰੀ ਹੀ ਗੁਰਬਾਣੀ ਉਪਦੇਸ਼ ਕਰ ਰਹੀ ਆ, ਫਿਰ ਜਦੋਂ ਉਸਨੇ ਆਪ ਦਾ ਨਿੱਜ ਸਰੂਪ ਦੇਖ ਲਿਆ, ਉਹਦਾ ਭਰਮ ਦਾ ਪਰਦਾ ਦੂਰ ਹੋਇਆ, ਉਹ ਗੁਰਮੁਖਾਂ ਦੀ ਸੰਗਤ ਦੇ ਵਿੱਚ ਗਿਆ, ਗੁਰੂ ਦੀ ਸ਼ਰਨ ਦੇ ਵਿੱਚ ਗਿਆ, ਗੁਰੂ ਨੇ ਦ੍ਰਿੜ ਕਰਵਾ ਦਿੱਤਾ। ਕੀ ਦ੍ਰਿੜ ਕਰਵਾ ਦਿੱਤਾ ਕਿ ਤੁਸੀਂ ਜੋ ਤਨ ਹੈ ਉਹ ਇੱਕ ਕੱਪੜਾ ਹੈ, ਜੋ ਮਨ ਹੈ ਉਹ ਸੂਖਮ ਹੈ, ਉਹ ਅਸਲ ਹੈ, ਉਸੇ ਨੂੰ ਹੀ ਸਾਰੀ ਗੁਰਬਾਣੀ ਗੁਰੂ ਉਪਦੇਸ਼ ਕਰਦੇ ਨੇ। ਸੋ ਗੁਰਮੁਖ ਪਿਆਰਿਓ, ਉਹ ਖੇਡ ਇੱਕ ਸਟੈਪ ਅਪ ਹੋ ਗਿਆ। ਭਾਵ ਲੋਕ ਦਾ ਜੋ ਖੇਡ ਸੀ ਉਹ ਸੋਝੀ ਜਦੋਂ ਮਾਲਕ ਨੇ ਦਿੱਤੀ, ਜਦੋਂ ਦਰ ਤੇ ਬੈਠ ਕੇ ਉਸਨੇ ਆਪਦੇ ਮਨ ਨੂੰ ਜਾਣਿਆ, ਆਪਦੇ ਨਿੱਜ ਸਰੂਪ ਨੂੰ ਜਾਣਿਆ, ਗੁਰਮੁਖ ਪਿਆਰਿਓ, ਉਸ ਸਿਖਿਆਰਥੀ ਦਾ, ਉਸ ਜਗਿਆਸੂ ਦਾ ਜੋ ਖੇਡ ਸੀ ਉਹ ਡਿਫਰੈਂਟ ਹੋ ਗਿਆ, ਉਹ ਖੇਡ ਅਲੱਗ ਹੋ ਗਿਆ। ਉਸ ਨੂੰ ਆਪ ਦਾ ਜੋ ਨਿੱਜ ਸਰੂਪ ਸੀ ਉਹ ਪਤਾ ਚੱਲਿਆ। ਹੁਣ ਗੁਰਮੁਖ ਪਿਆਰਿਓ, ਜਦੋਂ ਨਿੱਜ ਸਰੂਪ ਪਤਾ ਚੱਲਿਆ, ਉਹ ਮਨ ਜੋ ਸੀ ਉਸ ਨੂੰ ਆਪਦਾ ਸੂਖਮ ਆਪਦਾ ਪਤਾ ਚੱਲਿਆ, ਤੇ ਫਿਰ ਗੁਰਮੁਖ ਪਿਆਰਿਓ, ਉਸ ਮਨ ਨੇ ਦਰ ਤੇ ਬੈਠ ਕੇ ਭਗਤੀ ਕਰਨੀ ਹੈ। ਹੁਣ ਗੁਰਮੁਖ ਸਾਨੂੰ ਗੁਰਬਾਣੀ ਦੇ ਵਿੱਚ ਫਰਮਾਉਂਦੇ ਨੇ ਕਿ ਜੋ ਗੁਰਮੁਖ ਮਨ ਹੈ, ਉਸ ਦੀ ਭਗਤੀ ਕਿੱਥੋਂ ਸ਼ੁਰੂ ਹੁੰਦੀ ਆ? ਜਦੋਂ ਉਹ ਸਹਿਜ ਧੁਨ ਨੂੰ ਸੁਣਦਾ ਹੈ ਦਰ ਤੇ ਬੈਠ ਕੇ। ਹੁਣ ਗੁਰਮੁਖ ਪਿਆਰਿਓ, ਸਹਿਜ ਧੁਨ ਤੱਕ ਪਹੁੰਚਣ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਸਾਡੇ ਜੋ ਮਨ ਦੀ ਮੈਲ ਹੈ ਉਹ ਉਤਰੇ, ਸਾਡੇ ਮਨ ਤੋਂ ਭਰਮ ਦਾ ਪਰਦਾ ਉਤਰੇ, ਸਾਨੂੰ ਪਤਾ ਚੱਲੇ। ਇਹ ਕਿਸ ਤਰੀਕੇ ਦੇ ਨਾਲ ਹੋਣਾ ਹੈ? ਗੁਰਮੰਤਰ ਨੂੰ ਦ੍ਰਿੜ ਕਰਨ ਦੇ ਨਾਲ। ਹੁਣ ਗੁਰਮੁਖ ਪਿਆਰਿਓ, ਗੁਰਮੰਤਰ ਨੂੰ ਜਿਵੇਂ ਹੀ ਅਸੀਂ ਦ੍ਰਿੜ ਕਰਦੇ ਜਾਵਾਂਗੇ, ਕਿਉਂਕਿ ਇਹ ਸਹਿਜ ਸੁਭਾਏ, ਸਹਿਜ ਦਾ ਮਾਰਗ ਹੈ, ਕਿਉਂਕਿ ਸਹਿਜ ਸੁਭਾਏ ਹੀ ਸਾਡਾ ਮਾਲਕ ਦੇ ਘਰ ਦੇ ਨਾਲ ਨਾਤਾ ਜੁੜਦਾ ਜਾਣਾ ਹੈ। ਕਿਉਂਕਿ ਸਾਡਾ ਸਹਿਜ ਸੁਭਾਏ, ਕਿਉਂਕਿ ਇਹ ਖੇਡ ਅਸੀਂ ਨਹੀਂ ਆਪਦੀ ਮੱਤ ਦੇ ਦੁਆਰਾ ਖੇਡਣਾ ਜ਼ੋਰ ਲਾ ਕੇ, ਇਹ ਸਹਿਜ ਸੁਭਾਏ ਦਾ ਹੀ ਹੈ ਵੀ ਆਟੋਮੈਟਿਕਲੀ ਸਾਡਾ ਉਹ ਸਾਨੂੰ ਉਹ ਪੁਆਇੰਟਸ ਕਲੀਅਰ ਹੁੰਦੇ ਜਾਣੇ ਨੇ ਜਦੋਂ ਸਾਡਾ ਮਨ ਅਵੇਲੇਬਲ ਹੋ ਕੇ ਦਰ ਤੇ ਬੈਠੇਗਾ। ਹੁਣ ਉਹ ਦਰ ਤੇ ਬੈਠਿਆ ਮਨ ਜਾਗਤ ਅਵਸਥਾ ਦੇ ਵਿੱਚ ਆਇਆ, ਮਨ ਨੂੰ ਪਤਾ ਚੱਲਿਆ ਕਿ ਮੇਰਾ ਨਿੱਜ ਸਰੂਪ ਸੂਖਮ ਹੈ। ਹੁਣ ਗੁਰਮੁਖ ਪਿਆਰਿਓ, ਉਹ ਜੋ ਮਨ ਹੈ ਉਸਦਾ ਪ੍ਰੈਕਟੀਕਲ ਇੱਥੋਂ ਸ਼ੁਰੂ ਹੁੰਦਾ ਹੈ, ਉਸਦੇ ਮਨ ਦੀ ਭਗਤੀ ਇੱਥੋਂ ਸ਼ੁਰੂ ਹੁੰਦੀ ਆ। ਹੁਣ ਗੁਰਮੁਖ ਪਿਆਰਿਓ, ਉਸਨੂੰ ਪਤਾ ਚੱਲਿਆ ਕਿ ਮੇਰੇ ਮਨ ਨੂੰ ਮੈਲ ਲੱਗੀ ਹੋਈ ਆ। ਪਹਿਲਾਂ ਅਸੀਂ ਗੁਰਬਾਣੀ ਪੜ੍ਹਦੇ ਸੀ ਸਿਰਫ ਤੇ ਸਿਰਫ ਇੱਕ ਕਾਰਜ ਸਮਝ ਕੇ ਕਿ ਹਾਂਜੀ ਵੀ ਆਪਦਾ ਵੀ ਠੀਕ ਹੈ ਜੀ, ਜਿਵੇਂ ਤ੍ਰੈ ਗੁਣਾ ਦੇ ਕੰਮ ਕਰਦੇ ਆ ਕਾਲ ਦੇ ਅੰਡਰ, ਕਾਲ ਦੇ ਵਿੱਚ, ਸਮੇਂ ਦੇ ਵਿੱਚ, ਵੀ ਜਿਵੇਂ ਅਸੀਂ ਤ੍ਰੈ ਗੁਣਾ ਦੇ ਕੰਮ ਨੂੰ ਸਮਾਂ ਬੰਨ ਰੱਖਿਆ ਵੀ ਇੰਨਾ ਅਸੀਂ ਪਾਠ ਕਰਨਾ ਇਸ ਟਾਈਮ ਤੇ, ਇੰਨਾ ਇਸ ਟਾਈਮ ਤੇ ਕਰਨਾ, ਜੋ ਵੀ ਸਾਡੀ, ਕਿਉਂਕਿ ਸਾਡੀ ਜੋ ਪਹੁੰਚ ਸੀ ਸੁਰਤੀ ਦੀ ਉਹ ਅਲੋਕ ਤੱਕ ਸੀ। ਹੁਣ ਜਦੋਂ ਅਸੀਂ ਪਰਲੋਕ ਦੇ ਵਿੱਚ ਐਂਟਰ ਹੋਏ, ਜੋ ਮਨ ਹੈ ਉਹ ਖੇਡਣ ਲੱਗਾ, ਠੀਕ ਆ ਜੀ, ਉਸਨੂੰ ਪਤਾ ਚੱਲਿਆ ਕਿ ਜੋ ਗੁਰਬਾਣੀ ਗੁਰੂ ਆ ਉਹ ਕਾਲ ਦੇ ਦਾਇਰੇ ਦੇ ਵਿੱਚ ਨਹੀਂ ਆਉਂਦੇ, ਨਾ ਹੀ ਗੁਰਬਾਣੀ ਦਾ ਉਪਦੇਸ਼ ਕਾਲ ਦੇ ਦਾਇਰੇ ਚ ਆ ਰਿਹਾ, ਨਾ ਹੀ ਗੁਰਬਾਣੀ, ਕਿਉਂਕਿ ਜਿਵੇਂ ਮਾਲਕ ਅਨਹਦ ਨੇ, ਗੁਰਬਾਣੀ ਵੀ ਅਨਹਦ ਹੈ। ਸੋ ਫੇਰ ਗੁਰਮੁਖ ਪਿਆਰਿਓ, ਉਹ ਗੁਰਬਾਣੀ ਨੂੰ ਜਿੰਨਾ ਵੀ ਉਹ ਮਨ ਪੜ੍ਹੇਗਾ, ਉਹ ਵਿਚਾਰ ਕੇ ਪੜ੍ਹੇਗਾ। ਕਿਉਂ ਵਿਚਾਰ ਕੇ ਪੜ੍ਹੇਗਾ? ਕਿਉਂਕਿ ਗੁਰਬਾਣੀ ਨੂੰ ਪੜ੍ਹਨ ਦਾ ਉਹਨਾਂ ਹੀ ਮਨਾਂ ਨੂੰ ਜ਼ਰੂਰਤ ਹੁੰਦੀ ਹੈ ਜਿਹੜੇ ਮਨਾਂ ਨੂੰ ਮਾਲਕ ਨਾਲ ਮਿਲਾਪ ਦੀ ਜ਼ਰੂਰਤ ਪੈਂਦੀ ਆ, ਕਿਉਂਕਿ ਵਿਛੋੜੇ ਤੋਂ ਮਿਲਾਪ ਦੀ ਕਹਾਣੀ ਆ। ਹੁਣ ਜਦੋਂ ਵੀ ਉਹ ਗੁਰਬਾਣੀ ਗੁਰੂ ਨੂੰ ਪੜ੍ਹਦੇ ਨੇ ਤੇ ਉਹ ਕੀ ਲੈਂਦੇ ਨੇ ਉਹਦੇ ਵਿੱਚੋਂ, ਜੋ ਸੀਕ੍ਰੇਟਸ ਨੇ, ਜੋ ਭੇਦ ਦੱਸੇ ਹੋਏ ਨੇ ਗੁਰਬਾਣੀ ਗੁਰੂ ਦੇ ਵਿੱਚ, ਵੀ ਕਿਸ ਤਰੀਕੇ ਦੇ ਨਾਲ ਹੁਣ ਉਹ ਆਪਦੇ ਮਨ ਨੂੰ, ਉਹਨਾਂ ਨੂੰ ਆਪਦੇ ਮਨਾਂ ਦੇ ਦੁੱਖ ਦਾ ਪਤਾ ਚੱਲਿਆ। ਫਿਰ ਉਹ ਗੁਰਬਾਣੀ ਨੂੰ ਕਿਵੇਂ ਪੜ੍ਹਨਗੇ ਕਿ ਮੈਂ ਇਹਦੇ ਵਿੱਚੋਂ ਭਗਤ ਸਾਹਿਬਾਨਾਂ ਨਾਲ ਅਸੀਂ ਗੱਲ ਕਰਦੇ ਹਾਂ, ਗੁਰੂ ਸਾਹਿਬਾਨਾਂ ਦੇ ਨਾਲ ਵਿਚਾਰ ਕਰਦੇ ਹਾਂ ਵੀ ਸਾਡੇ ਜੋ ਮਨ ਦੇ ਦੁੱਖ ਨੇ ਉਹਦਾ ਇਲਾਜ ਕੀ ਹੈ। ਫਿਰ ਗੁਰਮੁਖ ਪਿਆਰਿਓ, ਜਦੋਂ ਗੁਰਮੁਖ ਗੁਰਬਾਣੀ ਨੂੰ ਪੜ੍ਹ ਕੇ ਖੋਜਦੇ ਨੇ ਵੀ ਮਹਾਰਾਜ ਇਹ ਗੱਲ ਕਹਿ ਰਹੇ ਨੇ ਕਿ ਸਾਡੇ ਮਨ ਨੂੰ ਦੁੱਖ ਲੱਗੇ ਹੋਏ ਨੇ, 5 ਜਣੇ ਸਾਡੇ ਮਨ ਨੂੰ ਵਿਚਾਰ ਦੇ ਕੇ, ਫੁਰਨੇ ਦੇ ਕੇ ਭਰਮ ਦੇ ਵਿੱਚ ਸਵਾ ਰਹੇ ਨੇ। ਸੋ ਗੁਰਮੁਖ ਪਿਆਰਿਓ, ਫਿਰ ਉਹਨਾਂ ਨੂੰ ਪਤਾ ਚੱਲਿਆ ਵੀ ਬਚਣਾ ਕਿਵੇਂ ਆ।
ਹੁਣ ਉਹ ਕਹਿੰਦੇ ਹੁਕਮ ਦੇ ਵਿੱਚ ਰਹੋ ਤੇ ਬਚਾਅ ਹੋ ਜਾਊਗਾ। ਹੁਣ ਹੁਕਮ ਨੂੰ ਵੀ ਬਹੁਤ ਜ਼ਿਆਦਾ ਗੁਰਬਾਣੀ ਗੁਰੂ ਦੇ ਵਿੱਚ ਡਿਸਕ੍ਰਾਈਬ ਕੀਤਾ ਗਿਆ, ਜਿਵੇਂ ਨਾਮ ਹੀ ਹੁਕਮ ਹੈ। ਠੀਕ ਆ ਜੀ। ਸੋ ਉਹ ਫਿਰ ਗੁਰਮੁਖ ਕੀ ਕਰਦੇ ਨੇ, ਉਹ ਜਿੰਨੀ ਵੀ ਗੁਰਬਾਣੀ ਗੁਰੂ ਨੂੰ ਪੜ੍ਹਦੇ ਨੇ, ਜੋ ਵੀ ਵਿਚਾਰਦੇ ਨੇ, ਫਿਰ ਉਹ ਆਪਦੇ ਹਿਰਦੇ ਦੇ ਵਿੱਚ ਵਸਾ ਲੈਂਦੇ ਨੇ। ਪਰ ਕਹਿੰਦੇ ਕਿਨਕਾ ਏਕ ਜਿਸ ਜੀਵ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ, ਵੀ ਇੱਕ ਕਿਣਕਾ ਵੀ ਜੇ ਸਾਡੇ ਮਨ ਦੇ ਵਿੱਚ ਵਸ ਗਿਆ, ਹੁਣ ਜੇ ਸਾਡੇ ਮਨ 'ਚ ਵਸ ਗਿਆ ਕਿ ਦੁੱਖ ਦਾ ਇਲਾਜ ਹੈ ਹੁਕਮ ਦੇ ਵਿੱਚ ਰਹਿਣਾ, ਨਾਮ ਦੇ ਵਿੱਚ ਸਮਾਏ ਰਹਿਣਾ। ਸੋ ਗੁਰਮੁਖ ਪਿਆਰਿਓ, ਉਹ ਬਾਰ-ਬਾਰ ਕਰਕੇ ਕੁਛ ਭੈਣ ਜੀ ਤੋਂ ਲਾਹਾ ਲੈਣਾ ਚਾਹੁੰਦੇ ਹਾਂ। ਗੁਰਮੁਖ ਸਾਰੇ ਅਕਾਲ ਪੁਰਖ ਨੇ ਸਾਡੇ ਵਾਸਤੇ ਭੇਜੇ ਹੋਏ ਆ। ਇਹੋ ਜਿਹੀ ਇਕੱਠ ਕਥਾ ਅਸੀਂ ਹੁਣ ਬੁੜੇ ਹੋ ਚੱਲੇ ਹਾਂ, ਪਹਿਲਾਂ ਕਦੇ ਸੁਣੀ ਨਹੀਂ ਕਦੇ। ਇਹੋ ਜਿਹੇ ਅਮੋਲਕ ਹੀਰੇ ਆ, ਜਿਵੇਂ ਉਹ ਭੈਣ ਜੀ ਸੁਖਪੁਰ ਕੈਲੀਫੋਰਨੀਆ ਤੋਂ ਜਾਂ ਨਿਊਯਾਰਕ ਤੋਂ ਕਹਿ ਰਹੇ ਸੀਗੇ। ਤੇ ਬੇਨਤੀ ਆ ਸੰਗਤ ਨੂੰ ਵੀ ਆਪਦੇ ਫੋਨ ਪਲੀਜ਼ ਨਾ ਛੇੜੋ। ਇੱਕ ਵਾਰੀ ਜੁਆਇਨ ਹੋ ਗਏ ਸੋ ਹੋ ਗਏ ਬਸ। ਉਹਦੇ 'ਚ ਤੁਸੀਂ ਕੁਛ ਨਾ ਲੱਭੋ ਕਿ ਰਿਕਾਰਡਿੰਗ ਕਰਨੀ ਆ ਜਾਂ ਮਿਊਟ ਖੋਲ੍ਹਣਾ ਜਾਂ ਕੁਛ ਬੋਲਣਾ ਜਾਂ ਘਰਦਿਆਂ ਕੰਮਾਂ ਵੱਲ ਖਿਆਲ। ਫੋਨਾਂ ਨੂੰ ਬਹੁਤੇ ਟੱਚ ਕੀਤਾ ਜਾਂਦਾ ਹੈ, ਕੁਛ ਨਾ ਕੁਛ ਨੱਪਿਆ ਜਾਂਦਾ, ਉਹਦੇ 'ਚ ਕਾਲ ਡਰੋਪ ਹੋ ਜਾਂਦੀ ਆ। ਗੁਰਮੁਖਾਂ ਦੀ ਸਾਰਿਆਂ ਦੀ ਕੋਈ ਹੀ ਸੁਰਤੀ ਟੁੱਟ ਜਾਂਦੀ ਆ। ਪਲੀਜ਼ ਬਾਰੰਬਾਰ ਬੇਨਤੀ ਹੈਗੀ ਆ, ਜੇ ਕੋਈ ਬਜ਼ੁਰਗਾਂ 'ਚ ਬੱਚੇ ਘਰੇ ਹੈਗੇ ਆ, ਬਜ਼ੁਰਗਾਂ ਨੂੰ YouTube ਤੇ ਔਨ ਕਰ ਸਕਦੇ ਆ ਕੰਟੀਨਿਊ ਨਾਲ ਦੀ ਨਾਲ। ਜਿਹੜੇ ਗੱਲ ਭੈਣ ਜੀ ਇੱਥੇ ਬੋਲ ਰਹੇ ਉਹੀ ਚੱਲ ਉੱਥੇ ਚੱਲ ਰਹੀ ਆ। ਫੇਸਬੁੱਕ ਦਾ ਲਿੰਕ ਵੀ ਹੈਗਾ, ਜੇ ਕਿਸੇ ਕੋਲ ਹੈ ਨਹੀਂ ਤਾਂ ਆਪੋ ਆਪਣੇ ਕੰਟਰੀ 'ਚ। ਆਸਟ੍ਰੇਲੀਆ ਦੇ ਵਿੱਚ ਭੈਣ ਜੀ ਗੁਰਵਿੰਦਰ ਕੌਰ, UK ਵਿੱਚ ਵੀ ਆਪਣੇ ਹੈਗੇ ਆ ਗੁਰਮੁਖ। ਸੋ ਇੰਡੀਆ ਦੇ ਵਿੱਚ ਕਿੰਨੇ ਹੀ ਗੁਰਮੁਖ ਹੈਗੇ ਆ, ਤੇ ਨਹੀਂ ਇੱਥੇ ਬੋਲ ਕੇ ਵੀ ਸਾਥੋਂ ਪੁੱਛ ਸਕਦੇ ਆ। ਔਰ ਇਸੇ ਤੇ ਸਕਾਈਪ ਦੇ ਉੱਤੇ ਹੀ ਭੈਣ ਜੀ ਗੁਰਵਿੰਦਰ ਕੌਰ, ਭਾਈ ਸਿਮਨ ਸਿੰਘ ਪਾਉਂਦੇ ਹੀ ਰਹਿੰਦੇ ਹੈਗੇ ਆ ਲਿੰਕ ਹਰ ਰੋਜ਼ ਨੂੰ, ਤੇ YouTube ਤੇ ਤੁਹਾਨੂੰ ਮਿਲ ਜਾਂਦੇ ਹੈਗੇ। ਬੇਨਤੀ ਆ ਜ਼ਰੂਰੀ ਕਿ ਉੱਥੇ ਜ਼ਰੂਰ ਜਾ ਕੇ ਸ਼ਾਮਲ ਹੋ। ਤੇ ਇਹਦੇ ਤੇ ਆਲਰੇਡੀ ਅਸੀਂ ਜਦੋਂ ਮੂਵ ਕਰਦੇ ਸਾਨੂੰ ਵੀ ਤਰਸ ਆਉਂਦਾ ਕਿ ਪਤਾ ਨਹੀਂ ਕਿੰਨੀ ਕੁ ਉਮਰ ਦੇ ਹੋਣੇ, ਦੁਬਾਰਾ ਉਹ ਜੁਆਇਨ ਹੋ ਵੀ ਜਾਣਗੇ ਕਿ ਨਹੀਂ ਜਾਣਗੇ। 1 ਘੰਟਾ ਹੀ ਸਿਰਫ ਆਪਣਾ ਕਥਾ ਤਾਂ ਹੈਗਾ। ਉਹ ਹੁਣ 3-4 ਵਾਰੀ ਭੈਣ ਜੀ ਦੀ ਕਾਲ ਤੁਸੀਂ ਦੇਖ ਹੀ ਲਿਆ ਸਾਹਮਣੇ, ਕੋਈ ਸਵਾਦ ਜਿਹਾ ਨਹੀਂ ਆ ਰਿਹਾ। ਫਿਰ ਇਹ ਬੇਨਤੀ ਆ, ਬਾਰੰਬਾਰ ਬੇਨਤੀ ਆ ਸਾਰੀ ਸੰਗਤ ਨੂੰ ਹੀ। ਇੱਕ ਵਾਰੀ ਮਿਊਟ ਕਰਤਾ, ਪਲੀਜ਼ ਮਿਊਟ ਨਾ ਖੋਲੋ। ਸਾਨੂੰ ਪਤਾ ਆਪਣੀ ਆਦਤ ਹੁੰਦੀ ਵੀ ਅਸੀਂ ਅਨਮਿਊਟ ਗੱਲਾਂ ਕਰਦੇ ਹਾਂ ਫੋਨ ਤੇ ਸਾਰਾ ਦਿਨ, ਤੇ ਸਕਾਈਪ ਤੇ ਆ ਕੇ ਸਾਨੂੰ ਮਿਊਟ ਕਰਨਾ ਪੈਂਦਾ। ਤੇ ਇਹ ਠੀਕ ਆ ਵੀ ਅਨਯੂਜ਼ਲ ਜਿਹਾ ਹੈਗਾ, ਪਰ ਉਹ ਸਾਨੂੰ ਕਰਨਾ ਹੀ ਪੈਣਾ ਹੈ। ਅਦਰਵਾਈਜ਼ ਕੋਈ ਸਵਾਦ ਨਹੀਂ। ਉਹਨਾਂ ਵਿੱਚੋਂ ਕੋਈ ਘਰ ਦੇ ਬੋਲਦੇ ਆ ਤਾਂ ਅਸੀਂ ਜੁਆਇਨ ਹੋ ਜਾਂਦੇ ਹਾਂ,
ਹਰ ਇੱਕ ਨੂੰ ਬੇਨਤੀ ਹੈ, ਜੇ ਕਿਸੇ ਨੂੰ ਨਹੀਂ ਮਿਊਟ ਕਰਨਾ ਆਉਂਦਾ ਤੇ ਤੁਸੀਂ ਜੁਆਇਨ ਜ਼ਰੂਰ ਪਲੀਜ਼, ਅੱਧਾ ਮਿੰਟ ਚੁੱਪ ਕਰਕੇ ਹੋ ਜਾਓ। ਸਾਰੀ ਫੈਮਿਲੀ ਨੂੰ ਬੇਨਤੀ ਕਰ ਦਿਓ, ਅੱਧੇ ਮਿੰਟ ਵਾਸਤੇ ਤੁਹਾਨੂੰ ਗੁਰਮੁਖ ਮਿਊਟ ਕਰ ਦੇਣਗੇ। ਧੰਨਵਾਦ ਜੀ। ਹੋਈਆਂ ਭੁੱਲਾਂ ਦਾ ਬਖਸ਼ ਲੈਣੀਆਂ ਤੇ ਸਾਰੀ ਸੰਗਤ ਤੋਂ ਮਾਫੀ ਚਾਹੁੰਦੇ। ਹਾਂਜੀ ਭੈਣ ਜੀ ਕਰੋ ਸ਼ੁਰੂ। ਗੁਰਮੁਖ ਸੰਗਤ ਫਿਰ ਆ ਗਈ ਆ ਤੇ ਕੋਸ਼ਿਸ਼ ਕਰੋ ਆਪੋ ਆਪਣੇ ਫੋਨ ਪਲੀਜ਼ ਬਸ ਇੱਕ ਥਾਂ ਰੱਖ ਕੇ ਤੇ ਤੁਸੀਂ ਸੁਣਨ ਦੀ ਕੋਸ਼ਿਸ਼ ਕਰੋ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਅਸੀਂ ਸਾਰੀ ਹੀ ਸੰਗਤ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਬੇਨਤੀ ਕਰਦੇ ਹਾਂ ਵੀ ਸੱਚੇ ਪਾਤਸ਼ਾਹ ਜੀਓ ਸਾਡੇ ਤੇ ਕਿਰਪਾ ਕਰੋ, ਸਾਨੂੰ ਇੰਨੀ ਸੋਝੀ ਤੇ ਮੱਤ ਬਖਸ਼ੋ ਤਾਂ ਕਿ ਅਸੀਂ ਆਪ ਜੀ ਦੇ ਦੁਆਰਾ ਜੋ ਖਜ਼ਾਨਾ ਵਰਤਾਇਆ ਜਾ ਰਿਹਾ ਸਾਰੇ ਹੀ ਮਨ ਆਤਮਕ ਤਲ ਤੇ ਬੈਠ ਕੇ ਸੁਣ ਸਕੀਏ, ਕਿਉਂਕਿ ਜੋ ਅਕਥ ਕਥਾ ਦਾ ਭੇਦ ਆ ਗੁਰਮੁਖ ਪਿਆਰਿਓ, ਉਹ ਇਸ ਲੋਕ ਦੇ ਵਿੱਚ ਲੋਕ ਦੀ ਭਾਸ਼ਾ 'ਚ ਜ਼ਰੂਰ ਬੋਲਿਆ ਜਾ ਰਿਹਾ, ਪਰ ਇਹ ਸਾਰਾ ਹੀ ਅਕਾਲ ਦਾ ਗਿਆਨ ਹੈ, ਪਰਲੋਕ ਦਾ ਗਿਆਨ ਹੈ, ਜੋ ਇਹਨਾਂ ਕਿਤਾਬਾਂ ਅਤੇ ਕਿਸੇ ਵੀ ਤੁਹਾਨੂੰ ਕਿਸੇ ਦੇ ਦੁਆਰਾ ਉਹਨਾਂ ਹੀ ਗੁਰਮੁਖਾਂ ਦੇ ਦੁਆਰਾ ਅਸੀਂ ਇਹ ਭੇਦ ਲੈ ਸਕਦੇ ਹਾਂ ਜਿਹੜੇ ਗੁਰਮੁਖ ਪ੍ਰੈਕਟੀਕਲੀ ਪਰਲੋਕ ਦੇ ਵਿੱਚ ਇਹ ਜੋ ਵੀ ਉਹਨਾਂ ਦਾ ਪ੍ਰੈਕਟੀਕਲ ਹੁੰਦਾ ਹੈ ਉਹ ਉਸ ਤਰੀਕੇ ਨਾਲ ਲੋਕ ਦੀ ਭਾਸ਼ਾ ਦੇ ਵਿੱਚ ਅਕਾਲ ਦਾ ਗਿਆਨ ਦਿੰਦੇ ਨੇ। ਸੋ ਗੁਰਮੁਖ ਪਿਆਰਿਓ, ਆਪਾਂ ਸੰਗਤ ਦੇ ਅੱਗੇ ਵੀ ਬੇਨਤੀ ਕਰਦੇ ਹਾਂ ਵੀ ਗੁਰਮੁਖੋ ਜੋ ਵੀ ਮਾਲਕ ਦੇ ਵੱਲੋਂ ਆਪਾਂ ਨੂੰ ਉਪਦੇਸ਼ ਦਿੱਤਾ ਜਾ ਰਿਹਾ ਆ, ਕਿਉਂਕਿ ਅਸੀਂ ਸਾਰੇ ਹੀ ਮਾਲਕ ਦੇ ਬੱਚੇ ਹਾਂ, ਇੱਕ ਦੇ ਵਿੱਚ ਬੈਠ ਕੇ ਉਹ ਬੋਲ ਰਹੇ ਨੇ, ਦੂਸਰਿਆਂ 'ਚ ਬੈਠ ਕੇ ਉਹ ਸੁਣ ਰਹੇ ਨੇ। ਸੋ ਗੁਰਮੁਖ ਪਿਆਰਿਓ, ਜਦੋਂ ਵੀ ਅਸੀਂ ਅਕਥ ਕਥਾ ਸੁਣਨੀ, ਕਿਉਂਕਿ ਇਹ ਅਕਥ ਕਥਾ ਬੋਡੀ ਲੈਵਲ ਤੇ ਨਹੀਂ ਹੋ ਰਹੀ, ਸਾਡੇ ਸਰੀਰ ਨੂੰ ਕੋਈ ਉਪਦੇਸ਼ ਨਹੀਂ ਮਿਲ ਰਿਹਾ, ਇਹ ਸਾਡੇ ਮਨ ਨੂੰ ਉਪਦੇਸ਼ ਦੇ ਰਹੇ ਨੇ ਮਾਲਕ। ਸੋ ਮਨ ਦੀ ਕਹਾਣੀ ਨੂੰ ਅਸੀਂ ਮਨ ਲੈਵਲ ਤੇ ਹੀ ਬੈਠ ਕੇ ਸੁਣੀਏ ਤਾਂ ਜੋ ਸਾਡੇ ਮਨ ਨੂੰ ਉਹ ਕਹਾਣੀ ਸਮਝ ਆਵੇ ਤੇ ਅਸੀਂ ਸੌਖੇ ਤਰੀਕੇ ਦੇ ਨਾਲ ਆਪਣੇ ਮਨ ਨੂੰ ਮਨਾ ਲਈਏ। ਸੋ ਗੁਰਮੁਖ ਪਿਆਰਿਓ, ਆਪਾਂ ਵਿਚਾਰ ਕਰ ਰਹੇ ਸੀ ਕਿ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਫਿਰ ਅਸੀਂ ਕਿਵੇਂ ਵਿਚਾਰਦੇ ਹਾਂ, ਜਦੋਂ ਅਸੀਂ ਆਪਦੇ ਮਨ ਦੇ ਜਦੋਂ ਅਸੀਂ ਨਿੱਜ ਸਰੂਪ ਨੂੰ ਜਾਣ ਲਿਆ, ਠੀਕ ਹੈ ਜੀ, ਮਾਲਕ ਦੀ ਕਿਰਪਾ ਦੇ ਦੁਆਰਾ, ਠੀਕ ਹੈ ਜੀ, ਤੇ ਉਸ ਟਾਈਮ ਤੇ ਫਿਰ ਸਾਨੂੰ ਪਤਾ ਚੱਲਦਾ ਸਾਡੇ ਦੁੱਖ, ਠੀਕ ਹੈ ਜੀ, ਕਿਸ ਤਰੀਕੇ ਦੇ ਨਾਲ ਅਸੀਂ ਮਾਲਕ ਦੇ ਨਾਲ ਮਿਲਾਪ ਕਰਨਾ ਹੈ, ਕਿਸ ਤਰੀਕੇ ਦੇ ਨਾਲ ਸਾਡਾ ਵਿਛੋੜਾ ਪਿਆ, ਕਿਉਂਕਿ ਮਹਾਰਾਜ ਗੁਰਬਾਣੀ ਗੁਰੂ ਦੇ ਵਿੱਚ ਫਰਮਾਉਂਦੇ ਨੇ ਕਿਦ ਵਿਦ ਵਿਛੜੇ ਕਿਦ ਵਿਦ ਮਿਲੀਐ, ਇਹ ਵਿਦ ਕੌਣ ਪ੍ਰਗਟਾਏ ਜੀਓ। ਹੁਣ ਗੁਰਬਾਣੀ ਗੁਰੂ ਫਿਰ ਜਦੋਂ ਅਸੀਂ ਇਹ ਕੁਐਸਚਨ ਕਰਦੇ ਹਾਂ, ਫਿਰ ਮਹਾਰਾਜ ਸਾਨੂੰ ਆਨਸਰ ਦਿੰਦੇ, ਮਹਾਰਾਜ ਕਹਿੰਦੇ ਗੁਰਮੁਖ ਮਿਲੀਏ ਮਨਮੁਖ ਵਿਛੜੇ ਗੁਰਮੁਖ ਵਿਦ ਪ੍ਰਗਟਾਏ ਜੀਓ। ਹੁਣ ਮਹਾਰਾਜ ਕਹਿੰਦੇ ਵੀ ਤੁਸੀਂ ਗੁਰਮੁਖਾਂ ਦੀ ਸੰਗਤ ਦੇ ਵਿੱਚ ਜਾਓ, ਕਿਉਂਕਿ ਗੁਰਮੁਖਾਂ ਨੂੰ ਇਸ ਚੀਜ਼ ਦਾ ਭੇਦ ਆ ਕਿ ਕਿਸ ਤਰੀਕੇ ਦੇ ਨਾਲ ਸਾਡਾ ਵਿਛੋੜਾ ਪਿਆ, ਕਿਸ ਤਰੀਕੇ ਦੇ ਨਾਲ ਅਸੀਂ ਮਿਲਾਪ ਕਰਨਾ ਹੈ, ਕਿਉਂਕਿ ਉਹਨਾਂ ਦਾ ਉਹ ਨਿਰੋਲ ਹੰਢਾਇਆ ਹੋਇਆ ਸੱਚ ਦਾ ਪ੍ਰੈਕਟੀਕਲ ਹੈ, ਕਿਉਂਕਿ ਇਹ ਕੋਈ ਸੁਣੀਆਂ ਸੁਣਾਈਆਂ ਜਾਂ ਕਿਤਾਬੀ ਗੱਲਾਂ ਨਹੀਂ ਹੈਗੀਆਂ। ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਹਰ ਲੈਵਲ ਦੀ ਗੱਲ ਕਰਦੇ ਨੇ, ਸਾਡੇ ਮਨ ਦੇ ਲੈਵਲ ਦੀ। ਅਸੀਂ ਕਿੱਥੇ ਬੈਠੇ ਆ, ਸਾਨੂੰ ਉਸ ਅਵਸਥਾ ਦਾ ਆਨਸਰ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਦੇ ਵਿੱਚੋਂ ਮਿਲ ਜਾਂਦਾ। ਕਿਸ ਨੂੰ? ਮਨ ਨੂੰ। ਜਦੋਂ ਉਹਨੇ ਆਪ ਦਾ ਨਿੱਜ ਸਰੂਪ ਦੇਖਿਆ, ਜਿੰਨਾ ਟਾਈਮ ਅਸੀਂ ਆਪ ਦਾ ਨਿੱਜ ਸਰੂਪ ਨਹੀਂ ਪਛਾਣਿਆ ਵੀ ਅਸੀਂ ਮਨ ਹਾਂ, ਉਹਨਾਂ ਟਾਈਮ ਗੁਰਮੁਖ ਪਿਆਰਿਓ ਗੁਰਬਾਣੀ ਗੁਰੂ ਨੂੰ ਅਸੀਂ ਸਿਰਫ ਤੇ ਸਿਰਫ ਪੜ੍ਹ ਕੇ ਲੋਕ ਦਾ ਕਾਰਜ ਸਮਝਦੇ, ਆਪਦੇ ਬਾਹਰਲੇ ਦੁੱਖਾਂ ਦਾ ਇਲਾਜ ਅਸੀਂ ਲੱਭਦੇ ਵੀ ਹਾਂਜੀ ਵਹਿਮਾਂ ਤੇ ਭਰਮਾਂ ਦੇ ਵਿੱਚ। ਕਿਉਂਕਿ ਗੁਰਮੁਖ ਪਿਆਰਿਓ ਬੜੀ ਹੈਰਾਨੀ ਵੀ ਹੁੰਦੀ ਆ, ਸਾਡਾ ਵੀ ਜੀਵਨ ਇਸ ਤਰੀਕੇ ਦਾ ਹੀ ਰਿਹਾ, ਪਰ ਹੁਣ ਗੁਰਮੁਖ ਪਿਆਰਿਓ ਮਾਲਕ ਦੀ ਕਿਰਪਾ ਦੇ ਦੁਆਰਾ, ਕਿਉਂਕਿ ਇਹ ਮਾਲਕ ਦੀ ਹੀ ਕਿਰਪਾ ਆ ਕਿ ਭਰਮ ਦੇ ਵਿੱਚੋਂ ਜਦੋਂ ਮਨ ਜਾਗਿਆ ਤੇ ਉਹਨੂੰ ਆਪਣੇ ਆਪ ਤੇ ਉਸਨੇ ਆਪਣੇ ਆਪ ਨੂੰ ਮੂਰਖ ਸਮਝਿਆ। ਕਿਉਂਕਿ ਗੁਰਮੁਖ ਪਿਆਰਿਓ ਅਸੀਂ 40 ਸੁਖਮਨੀ ਸਾਹਿਬ ਦੇ ਪਾਠ ਕਰਦੇ ਆ, ਠੀਕ ਹੈ ਜੀ, ਅਸੀਂ ਵੀ ਕਰਦੇ ਰਹੇ ਗੁਰਮੁਖ ਪਿਆਰਿਓ, ਅਸੀਂ ਸਹਿਜ ਪਾਠ ਰੱਖ ਕੇ ਉਹਦਾ ਭੋਗ ਪਾ ਦਿੰਨੇ ਆ, ਠੀਕ ਹੈ ਜੀ, ਅਸੀਂ ਦੂਸਰੇ ਨੂੰ ਸੁਣਾਉਣ ਲਈ ਗੁਰਬਾਣੀ ਪੜ੍ਹਦੇ ਆ ਵੀ ਤੂੰ ਸੁਣ, ਅਸੀਂ ਕੀ ਬੋਲ ਰਹੇ ਸਾਨੂੰ ਨਹੀਂ ਪਤਾ, ਕਿਉਂਕਿ ਅਸੀਂ ਬੋਡੀ ਲੈਵਲ ਤੇ ਉਹ ਚੀਜ਼ ਜਿਹੜੀ ਉਹ ਦੇਖਦੇ, ਅਸੀਂ ਦੂਸਰੇ ਨੂੰ ਆਕਰਸ਼ਿਤ ਕਰਦੇ ਆ, ਅਸੀਂ ਫਿਰ ਬੜੇ ਹੀ ਵਿਚਾਰ ਕਰਦੇ ਵੀ ਮੈਨੂੰ ਗੁਰਬਾਣੀ ਕੰਠ ਆ, ਠੀਕ ਆ ਜੀ, ਤੇ ਜਾਂ ਸਾਨੂੰ ਬੜਾ ਗਿਆਨ ਕਰਨਾ ਆਉਂਦਾ, ਪਰ ਗੁਰਮੁਖ ਪਿਆਰਿਓ ਅਸਲੀਅਤ ਅਸੀਂ ਸਮਝ ਹੀ ਨਹੀਂ। ਗੁਰਬਾਣੀ ਪਰਲੋਕ ਦੇ ਦੇਖੋ, ਉਹ ਧੁਰ ਕੀ ਬਾਣੀ ਆ,
ਮਾਲਕ ਦੇ ਮੂਲ ਤੋਂ ਆਈ ਆ। ਤੇ ਗੁਰਮੁਖ ਪਿਆਰਿਓ ਫਿਰ ਦੇਖੋ ਸਾਡੇ ਮਨ ਨੂੰ ਉਪਦੇਸ਼ ਕਰ ਰਹੀ ਆ, ਤੇ ਅਸੀਂ ਜਿੰਨਾ ਚਿਰ ਆਪਦਾ ਨਿਜ ਸਰੂਪ ਨਹੀਂ ਪਛਾਣਿਆ ਉਹਨਾਂ ਟਾਈਮ ਸਾਨੂੰ ਸਮਝ ਨਹੀਂ ਆਉਣੀ, ਸਾਨੂੰ ਵਿਚਾਰਨ ਦੀ ਜ਼ਰੂਰਤ ਮਹਿਸੂਸ ਨਹੀਂ ਹੋਣੀ, ਜਿੰਨਾ ਟਾਈਮ ਸਾਨੂੰ ਇਹ ਜ਼ਰੂਰਤ ਨਹੀਂ ਲੱਗਦੀ ਕਿ ਅਸੀਂ ਮਾਲਕ ਦੇ ਨਾਲ ਮਿਲਾਪ ਕਰਨਾ ਹੈ। ਸਾਡਾ ਜੋ ਮਨ ਹੈ ਉਹ ਨਹੀਂ ਮੰਨਦਾ। ਉਸ ਦੇ ਲਈ ਗੁਰਮੁਖ ਪਿਆਰਿਓ, ਜਿਵੇਂ ਅਸੀਂ ਪਹਿਲਾਂ ਵੀ ਵਿਚਾਰ ਕੀਤੀ ਆ ਵੀ ਸਾਨੂੰ ਗੁਰਬਾਣੀ ਦੇ ਵਿੱਚ ਦੱਸਿਆ ਗਿਆ ਆ ਕਿ ਸਾਨੂੰ ਵਿਧੀ ਦੱਸੀ ਗਈ ਆ ਵੀ ਅਸੀਂ ਕਿਵੇਂ ਆਪ ਦੀ ਹੀ ਆਵਾਜ਼ ਦੀ ਧੁਨ ਵਿੱਚ ਧਿਆਨ ਰੱਖਦਿਆਂ ਹੋਇਆਂ ਜੀਵਾ ਦੇ ਨਾਲ ਗੁਰਮੰਤਰ ਕਰਨਾ ਹੈ। ਗੁਰਮੰਤਰ ਨੂੰ ਦ੍ਰਿੜ ਕਰਦਿਆਂ ਹੋਇਆਂ ਅਸੀਂ ਲੋਕ ਦਾ ਖੇਡ ਬੰਦ ਕਰਕੇ, ਭਾਵ ਆਪਦੇ ਇਹ ਨੇਤਰ ਬੰਦ ਕਰਕੇ ਦ੍ਰਿਸ਼ਮਾਨ ਤੇ ਪਰਲੋਕ ਦੇ ਵਿੱਚ, ਸੁੰਨ ਦੇ ਵਿੱਚ ਨੇਤਰਾਂ ਨੂੰ ਖੋਲਣਾ ਹੈ, ਮਨ ਦੇ ਨੇਤਰਾਂ ਨੂੰ। ਉਹ ਸਾਡਾ ਜਦੋਂ ਹੀ ਉੱਥੇ ਨੇਤਰ ਖੁੱਲਦੇ ਨੇ ਉਹ ਸਾਡਾ ਦਰ ਹੈ। ਠੀਕ ਆ ਜੀ। ਹੁਣ ਦਰ ਤੇ ਬੈਠ ਕੇ, ਠੀਕ ਆ ਜੀ, ਜਦੋਂ ਅਸੀਂ ਤ੍ਰਿਕੁਟੀ ਤੋਂ ਤੇ ਧਿਆਨ ਲਾਉਨੇ ਆ, ਇਹ ਸਾਡੇ ਇੱਥੋਂ ਨੇਤਰਾਂ ਤੋਂ ਸਾਡਾ ਦਰ ਜਿਹੜਾ ਉਹ ਸ਼ੁਰੂ ਹੋ ਜਾਂਦਾ। ਦੋਵੇਂ ਨੇਤਰਾਂ 'ਚ ਮਨ ਦੀ ਜੋਤ ਵੰਡੀ ਹੋਈ ਹੋਣ ਕਰਕੇ ਸਾਡਾ ਜੋ ਭਰਮ ਹੈ ਉਹ ਅਸੀਂ ਦ੍ਰਿਸ਼ਮਾਨ ਨੂੰ ਹੀ ਦੇਖੀ ਜਾ ਰਿਹਾ। ਜਦੋਂ ਇਸ ਜੋਤ ਨੂੰ ਅਸੀਂ ਇੱਕ ਕਰਦੇ ਹਾਂ, ਠੀਕ ਆ ਜੀ, ਇੱਕ ਕਰਕੇ ਅਸੀਂ ਧਿਆਨ ਸਾਹਮਣੇ ਆਸਣ ਮਨ ਦਾ ਸੁੰਨ ਦੇ ਵਿੱਚ ਲਾਉਨੇ ਆ ਗੁਰਮੁਖ ਪਿਆਰਿਓ, ਤੇ ਉੱਥੇ ਅਸੀਂ ਦਰ ਤੇ ਬੈਠ ਜਾਂਦੇ ਆ। ਜਿੰਨਾ ਅਸੀਂ ਗੁਰਮੰਤਰ ਨੂੰ ਦ੍ਰਿੜ ਕਰਦੇ ਜਾਵਾਂਗੇ ਗੁਰਮੁਖ ਪਿਆਰਿਓ, ਓਨਾ ਹੀ ਸਾਡਾ ਜੋ ਸਾਡੇ ਅੰਦਰ ਭਾਵ ਪੈਦਾ ਹੁੰਦਾ ਜਾਊਗਾ, ਸਾਡੇ ਅੰਦਰ ਫੀਲਿੰਗ ਪੈਦਾ ਹੁੰਦੀ ਜਾਊਗੀ ਮਾਲਕ ਦੇ ਨਾਲ ਮਿਲਾਪ ਕਰਨੇ ਦੀ। ਇਹ ਕਿਸੇ ਵੀ ਕਿਤਾਬ ਦੇ ਵਿੱਚੋਂ ਜਾਂ ਬਾਹਰੀ ਗਿਆਨ ਚੋਂ ਪੜ੍ਹ ਕੇ ਗਿਆਨ ਲੈਣ ਦੀ ਜ਼ਰੂਰਤ ਨਹੀਂ ਆ। ਆਪਦਾ ਪ੍ਰੈਕਟੀਕਲ ਕਰਨਾ ਹੈ ਅਸੀਂ ਸਾਰਿਆਂ ਨੇ। ਸੱਚੀ ਮੁੱਚੀ ਹੀ ਸੱਚ ਨੂੰ ਜਾਣਨਾ ਹੈ, ਸੱਚ ਨੂੰ ਮਿਲਣਾ ਹੈ, ਮੰਨਣਾ ਹੈ। ਆਪਣੇ ਮਨ ਨੂੰ ਅਸੀਂ ਸੱਚੀ ਮੁੱਚੀ ਪ੍ਰੈਕਟੀਕਲ ਦੇ ਦੁਆਰਾ ਮਨਾਉਣਾ ਹੈ ਕਿ ਕਿਸ ਤਰੀਕੇ ਦੇ ਨਾਲ ਸਾਡਾ ਜੋ ਵਿਸ਼ਵਾਸ ਆ ਉਹ ਮਾਲਕ ਦੇ ਨਾਲ ਸਾਡਾ ਵਿਸ਼ਵਾਸ ਬਣ ਜਾਵੇ, ਸਾਡਾ ਪਿਆਰ ਪੈ ਜਾਵੇ। ਕਿਉਂਕਿ ਗੁਰਮੁਖ ਪਿਆਰਿਓ, ਅਸੀਂ ਕੱਲ ਕਥਾ ਸੁਣਦੇ ਸੀ, ਗੁਰਮੁਖਾਂ ਤੋਂ ਕਹਿ ਰਹੇ ਸੀਗੇ ਕਿ ਇੱਕ ਅਸੀਂ ਮਾਲਕ ਨਾਲ ਮਿਲਾਪ ਦੋ ਤਰੀਕੇ ਨਾਲ ਕਰਦੇ ਹਾਂ। ਬਿਲਕੁਲ ਪ੍ਰੈਕਟੀਕਲੀ ਇਹ ਆਪਣੇ ਨਾਲ ਹੁੰਦਾ ਆ। ਜਾਂ ਤਾਂ ਅਸੀਂ ਗੁਰਮੁਖ ਪਿਆਰਿਓ ਮਿਲਾਪ ਕਰਦੇ ਹਾਂ ਡਰ ਤੋਂ। ਜਦੋਂ ਗੁਰਮੁਖ ਕਥਾ ਕਰਦੇ ਨੇ ਉਹ ਸਮਝਾਉਂਦੇ ਨੇ ਕਿ ਜਮਾਂ ਦੀ ਮਾਰ ਬਹੁਤ ਹੀ ਬੁਰੀ ਆ, ਸਾਡੇ ਸਵਾਸਾਂ ਦਾ ਲੇਖਾ ਜੋ ਹੈ ਉਹ ਹੋਣਾ ਆ। ਗੁਰਮੁਖ ਪਿਆਰਿਓ, ਅਸੀਂ ਜੇ ਉਦੋਂ ਵੀ ਮੰਨ ਜਾਈਏ ਤੇ ਅਸੀਂ ਮਾਲਕ ਨਾਲ ਮਿਲਾਪ ਕਰਨ ਯੋਗ ਹੋ ਜਾਵਾਂਗੇ। ਕਿਉਂਕਿ ਜਦੋਂ ਅਸੀਂ ਡਰ ਕੇ ਵੀ ਅਸੀਂ ਦਰ ਤੇ ਹੀ ਬੈਠਣਾ ਹੈ, ਠੀਕ ਹੈ ਜੀ, ਅਸੀਂ ਗੁਰਮੁਖਾਂ ਤੋਂ ਵਿਧੀ ਲੈਣੀ ਆ। ਜਦੋਂ ਅਸੀਂ ਦਰ ਤੇ ਬੈਠਦੇ ਹਾਂ ਗੁਰਮੁਖ ਪਿਆਰਿਓ, ਕਿਉਂਕਿ ਮਨ ਬੱਚਾ ਮਾਲਕ ਨੇ ਆਪਣੇ ਆਪ ਚੋਂ ਹੀ ਜੋਤ ਪ੍ਰਗਟ ਕੀਤੀ ਹੋਣ ਕਰਕੇ ਸਾਡਾ ਸਹਿਜ ਸੁਭਾਅ ਮਾਲਕ ਦੇ ਨਾਲ ਪਿਆਰ ਪੈਣਾ ਸ਼ੁਰੂ ਹੋ ਜਾਂਦਾ। ਹੁਣ ਜਿੰਨਾ ਟਾਈਮ ਦਰ ਤੇ ਜਾਵਾਂਗੇ ਨਾ, ਉਹਨਾਂ ਟਾਈਮ ਸਾਨੂੰ ਪਤਾ ਹੀ ਨਹੀਂ ਚੱਲਣਾ ਨਾ ਆਪਦੇ ਸਰੂਪ ਬਾਰੇ ਨਾ ਮਾਲਕ ਬਾਰੇ। ਪਿਆਰ ਪੈਣਾ ਤਾਂ ਬਹੁਤ ਦੂਰ ਦੀ ਗੱਲ ਆ, ਵਿਸ਼ਵਾਸ ਹੋਣਾ ਤਾਂ ਬਹੁਤ ਦੂਰ ਦੀ ਗੱਲ ਆ। ਹੁਣ ਗੁਰਮੁਖ ਪਿਆਰਿਓ, ਬਹੁਤ ਗੁਰਮੁਖਾਂ ਦੇ ਨਾਲ ਇੱਕ ਹੋਰ ਵਿਚਾਰ ਵੀ ਆਪਣੀ ਹੁੰਦੀ ਆ। ਹੁਣ ਇਹ ਵੀ ਗੁਰਮੁਖ ਕਹਿੰਦੇ ਨੇ ਵੀ ਜਦੋਂ ਅਸੀਂ ਸਿਮਰਨ ਕਰਦੇ ਆ, ਠੀਕ ਆ ਜੀ, ਦੇਖੋ ਆਪਣੇ ਕੋਈ ਪੂਰਬਲੇ ਕਰਮਾਂ ਦੇ ਜਨਮਾਂ ਦੇ ਕੋਈ ਕਰਮ ਹੁੰਦੇ ਨੇ, ਕੋਈ ਅਸੀਂ ਪਰਚੂਨ ਜੋ ਹੈ ਉਹ ਸਾਡਾ ਅਸੀਂ ਜਮਾ ਕੀਤਾ ਹੁੰਦਾ ਹੈ। ਗੁਰਮੁਖ ਪਿਆਰਿਓ, ਉਸ ਪਰਚੂਨ ਦੀ ਵਜ੍ਹਾ ਦੇ ਨਾਲ ਕਈ ਵਾਰ ਅਸੀਂ ਗੁਰਮੁਖਾਂ ਦੇ ਨਾਲ ਹੁੰਦਾ ਕਿ ਉਹਨਾਂ ਦਾ ਮਨ, ਉਹਨਾਂ ਦੀ ਜੋ ਪੌਣ ਹੈ ਉਹ ਆਲਰੇਡੀ ਸਹਿ ਸੁਭਾਈ ਸਮ ਹੁੰਦੀ, ਕਿਉਂਕਿ ਉਹ ਸਤੋ ਗੁਣ ਤੇ ਜਦੋਂ ਆਪਾਂ ਵਿਚਰਦੇ ਹਾਂ ਤੇ ਗੁਰਮੁਖ ਪਿਆਰਿਓ, ਕਿਉਂਕਿ ਸਤੋ ਗੁਣ ਨੂੰ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਬੜ ਭਾਗੀ ਪਾਈ, ਠੀਕ ਆ ਜੀ, ਕਿਹਾ ਗਿਆ। ਸੋ ਗੁਰਮੁਖ ਪਿਆਰਿਓ, ਉਸ ਟਾਈਮ ਤੇ ਮਾਲਕ ਦੀ ਕਿਰਪਾ ਦੇ ਦੁਆਰਾ ਅਸੀਂ ਜਦੋਂ ਥੋੜਾ ਜਿਹਾ ਵੀ ਗੁਰਮੰਤਰ ਕਰਦੇ ਹਾਂ, ਸਾਡੀ ਪੌਣ ਸਮ ਹੋ ਜਾਂਦੀ, ਵਿਚਾਰਾਂ ਤੋਂ ਮਨ ਰਹਿਤ ਹੋ ਜਾਂਦਾ, ਸਾਡੇ ਨਿਰਗੁਣ ਦੇ ਖਜ਼ਾਨੇ ਵਿੱਚ ਸਵਾਸ ਜਮਾ ਹੋ ਜਾਂਦੇ ਆ, ਤੇ ਮਾਲਕ ਕਦੇ ਕਿਸੇ ਨਾਲ ਵਿਤਕਰਾ ਨਹੀਂ ਕਰਦੇ। ਸੋ ਮਾਲਕ ਸਾਨੂੰ ਸਾਡੇ ਬਣਦੇ ਹਿੱਸੇ ਦਾ ਧਨ, ਨਾਮ ਦਾ ਧਨ ਦੇ ਦਿੰਦੇ ਆ ਗੁਰਮੁਖ ਪਿਆਰਿਓ। ਹੁਣ ਨਾਮ ਸੁਣ ਰਿਹਾ ਆ ਤੇ ਗੁਰਮੁਖਾਂ ਦਾ ਇੱਕ ਕੁਐਸਚਨ ਆਇਆ ਸੀ ਕਿ ਨਾਮ ਸੁਣਦਾ ਆ, ਮਨ ਮੰਨਿਆ ਨਹੀਂ, ਦੂਸਰਿਆਂ ਨੇ ਕਹਿਤਾ, ਕਿਉਂਕਿ ਕਾਲ ਵੀ ਸ਼ਰਾਰਤ ਕਰਦਾ, ਉਹ ਨਹੀਂ ਚਾਹੁੰਦਾ ਅਸੀਂ ਇਸ ਦੇਸ਼ ਦੇ ਵਿੱਚੋਂ, ਲੋਕ ਦੇ ਵਿੱਚੋਂ ਪਰਲੋਕ ਤੱਕ ਪਹੁੰਚੀਏ। ਸੋ ਗੁਰਮੁਖ ਪਿਆਰਿਓ, ਹੁਣ ਇੱਥੇ ਕੀ ਗੱਲ ਬਣਦੀ ਆ, ਕਿਉਂਕਿ ਮਨ ਮੈਲਾ ਆ, ਠੀਕ ਆ ਜੀ, ਮਨ ਦੀ ਪ੍ਰੋਪਰ ਮੈਲ ਨਹੀਂ ਉਤਰੀ। ਹੁਣ ਮਨ ਮੈਲਾ ਆ, ਠੀਕ ਆ ਜੀ, ਤੇ ਉਹ ਨਾਮ ਸੁਣ ਰਿਹਾ, ਵਿਚਾਰ ਵੀ ਨਹੀਂ ਖਤਮ ਹੋ ਰਹੇ। ਸੋ ਗੁਰਮੁਖ ਪਿਆਰਿਓ, ਇਹਦੇ ਨਾਲ ਸਾਨੂੰ ਦੂਸਰੇ ਗੁਰਮੁਖਾਂ ਨੇ ਕਹਿ ਦਿੱਤਾ ਵੀ ਇਹ ਤਾਂ ਤੁਹਾਡੇ ਮਨ ਦਾ ਭਰਮ ਆ, ਜਿਹੜੀ ਆਵਾਜ਼ ਆ ਰਹੀ ਆ, ਹੋ ਸਕਦਾ ਬਾਹਰੋਂ ਕੋਈ ਆਵਾਜ਼ਾਂ ਹੋਣ ਜਾਂ ਇਸ ਤਰੀਕੇ ਦੇ ਨਾਲ। ਹੁਣ ਗੁਰਮੁਖ ਪਿਆਰਿਓ, ਅਸੀਂ ਕੀ ਕਰਦੇ ਹਾਂ, ਦੁਬਿਧਾ, ਸਾਡਾ ਮਨ ਦੁਚਿੱਤੀ ਵਿੱਚ ਆ ਜਾਂਦਾ। ਇਹ ਪੁਆਇੰਟ ਬਹੁਤ ਗੁਰਮੁਖਾਂ ਦੇ ਹੁੰਦੇ ਆ, ਇਹਨੂੰ ਬੜੇ ਹੀ ਧਿਆਨ ਦੇ ਨਾਲ ਆਪਾਂ ਸੁਣਨਾ ਆ ਕਿ ਕਿਸ ਤਰੀਕੇ ਦੇ ਨਾਲ ਕੰਮ ਕਰਦਾ। ਹੁਣ ਗੁਰਮੁਖ ਪਿਆਰਿਓ, ਸਾਡੇ ਮਨ ਨੂੰ ਮੈਲ ਲੱਗੀ ਹੋਣ ਕਰਕੇ ਸਾਡਾ ਮਾਲਕ ਤੇ ਸੰਪੂਰਨ ਭਰੋਸਾ ਨਹੀਂ ਹੋਇਆ, ਸਾਡਾ ਮਾਲਕ ਦੇ ਨਾਲ ਪਿਆਰ ਨਹੀਂ ਪਿਆ, ਅਸੀਂ ਨਾਮ ਦੀ ਸੇਵਾ ਕਰਨੀ ਨਹੀਂ ਜਾਣਦੇ।
ਸੋ ਗੁਰਮੁਖ ਪਿਆਰਿਓ, ਸਾਡਾ ਜੋ ਮਨ ਹੈ ਉਹ ਭਰਮ ਦੇ ਵਿੱਚ ਆ ਜਾਂਦਾ ਆ ਕਿ ਇਹ ਮਾਲਕ ਦੇ ਮੁਖ ਦੀ ਵਾਕਿਆ ਹੀ ਆਵਾਜ਼ ਆ, ਜਾਂ ਕੋਈ ਬਾਹਰੋਂ ਆਵਾਜ਼ ਆ ਰਹੀ ਆ, ਜਾਂ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਵੀ ਇਹ ਕੋਈ ਮੇਰੇ ਕੰਨਾਂ 'ਚ ਨੁਕਸ ਤਾਂ ਨਹੀਂ ਪੈ ਗਿਆ, ਜਾਂ ਇਸ ਤਰੀਕੇ ਦੇ ਨਾਲ। ਹੁਣ ਗੁਰਮੁਖ ਪਿਆਰਿਓ, ਇੱਥੇ ਮੰਨਣਾ ਹੀ ਆ, ਠੀਕ ਆ ਜੀ, ਕਿਉਂਕਿ ਕਿਸੇ ਵੀ ਕਿਤਾਬ ਦੇ ਵਿੱਚ ਬਾਹਰ ਕੋਈ ਵੀ ਵਿਸ਼ੇਸ਼ ਵਿਅਕਤੀ ਜਿਹੜਾ ਉਹ ਸਾਨੂੰ ਘੋਲ ਕੇ ਨਹੀਂ ਪਿਲਾ ਸਕਦਾ ਵੀ ਅਸੀਂ ਮੰਨ ਜਾਈਏ। ਇਹ ਸਾਡੇ ਵਾਸਤੇ ਸੰਘਰਸ਼ ਜਾਂ ਮਿਹਨਤ ਦਾ ਸਮਾਂ, ਕਿ ਜਿੰਨਾ ਅਸੀਂ ਨਾਮ ਨੂੰ ਸੁਣਦੇ ਜਾਂਦੇ ਆ, ਸੰਘਰਸ਼ ਅਸੀਂ ਕਿਹਨਾਂ ਨਾਲ ਕਰਨਾ, ਜਿਹੜੇ ਅੰਦਰ 5 ਜਣੇ ਬੈਠੇ ਹੋਏ ਸਾਨੂੰ ਇਹ ਵਿਚਾਰ ਦੇ ਰਹੇ, ਸਾਨੂੰ ਡਲਾ ਰਹੇ ਆ ਕਿ ਇਹ ਮਾਲਕ ਦੀ ਆਵਾਜ਼ ਨਹੀਂ ਆ, ਸਾਨੂੰ ਦੁਚਿੱਤੀ 'ਚ ਪਾ ਰਹੇ, ਦੁਬਿਧਾ 'ਚ ਪਾ ਰਹੇ ਆ। ਅਸੀਂ ਗੁਰਮੁਖ ਪਿਆਰਿਓ ਦੋਨਾਂ ਹੀ ਚੀਜ਼ਾਂ ਨੂੰ ਬਰਾਬਰ ਲੈ ਕੇ ਚੱਲਣਾ ਆ। ਅਸੀਂ ਆਪਦੇ ਮਨ ਦੇ ਜੋ ਦੁੱਖ ਆ ਉਹਨਾਂ ਦਾ ਇਲਾਜ ਵੀ ਕਰਨਾ ਆ, ਤੇ ਗੁਰਮੁਖ ਪਿਆਰਿਓ ਇਹਦੇ ਨਾਲ ਨਾਲ ਅਸੀਂ ਇਹ ਵੀ ਦੇਖਣਾ ਆ ਕਿ ਇਹ ਸਾਨੂੰ ਜੋ ਸਾਡੇ ਤੇ ਵਾਰ ਕਰ ਰਹੇ ਨੇ ਵਿਚਾਰਾਂ ਦਾ, ਫੁਰਨਿਆਂ ਦਾ, ਦੁਵਿਧਾ ਦਾ, ਅਸੀਂ ਇਹਨਾਂ ਤੋਂ ਵੀ ਆਪਣੇ ਆਪ ਨੂੰ ਸੁਚੇਤ ਕਰਕੇ ਰੱਖਣਾ, ਮਨ ਨੂੰ ਜਾਗਤ ਅਵਸਥਾ ਦੇ ਵਿੱਚ ਰੱਖਣਾ। ਉਹਦੇ ਨਾਲ ਨਾਲ ਗੁਰਮੁਖ ਪਿਆਰਿਓ, ਮਾਲਕ ਦੇ ਅੱਗੇ ਬੇਨਤੀ ਕਰਕੇ ਅਸੀਂ ਗੁਰਬਾਣੀ ਗੁਰੂ ਦੀ ਸ਼ਰਨ ਵਿੱਚ ਜਾਣਾ ਹਮੇਸ਼ਾ ਹੀ, ਠੀਕ ਆ ਜੀ। ਇਹ ਪ੍ਰੈਕਟੀਕਲੀ ਅਸੀਂ ਆਪਾਂ ਵਿਚਾਰ ਕਰ ਰਹੇ ਆ ਗੁਰਮੁਖ ਪਿਆਰਿਓ। ਜਦੋਂ ਅਸੀਂ ਗੁਰਬਾਣੀ ਗੁਰੂ ਦੀ ਵਿਚਾਰ ਦੀ ਸ਼ਰਨ ਦੇ ਵਿੱਚ ਜਾਵਾਂਗੇ ਤੇ ਗੁਰਬਾਣੀ ਦੇ ਵਿੱਚ ਸਾਨੂੰ ਨਾਮ ਦੀ ਮਹਿਮਾ ਬਹੁਤ ਹੀ ਜ਼ਿਆਦਾ ਵਡਿਆਈ ਮਹਿਮਾ ਦੱਸੀ ਹੋਈ ਆ ਕਿ ਨਾਮ ਤੋਂ ਬਿਨਾਂ ਤੁਸੀਂ ਕਦੇ ਵੀ ਮਾਲਕ ਦੇ ਨਾਲ ਮਿਲਾਪ ਨਹੀਂ ਕਰ ਸਕਦੇ। ਸੋ ਗੁਰਮੁਖ ਪਿਆਰਿਓ, ਇਹ ਜਦੋਂ ਅਸੀਂ ਮੰਨਦੇ ਆ, ਫਿਰ ਉਸ ਦੇ ਨਾਲ ਨਾਲ ਅਸੀਂ ਗੁਰਮੁਖਾਂ ਦੇ ਨਾਲ ਵਿਚਾਰ ਕਰਦੇ ਹੀ ਰਹਿਣਾ ਆ, ਤਾਂ ਜੋ ਉਹਨਾਂ ਟਾਈਮ ਸਾਡੇ ਦੁਆਲੇ ਰੱਖਿਆ ਚੱਕਰ ਬਣਿਆ ਰਵੇ। ਕਿਉਂਕਿ ਉਹ ਸੰਗਤ ਦੇ ਵਿੱਚ ਅਸੀਂ ਜਾਣਾ ਆ ਜਿਸ ਸੰਗਤ ਦੇ ਵਿੱਚ ਸਾਨੂੰ ਮਾਲਕ ਦੀ ਸਿਫਤ ਸਲਾਹ ਕੀਤੀ ਜਾਂਦੀ ਆ, ਜਿਸ ਸੰਗਤ ਦੇ ਵਿੱਚ ਮਾਲਕ ਦੇ ਗੁਣਾਂ ਦੇ ਬਾਰੇ ਵਿੱਚ ਸਾਨੂੰ ਭੇਦ ਦਿੱਤਾ ਜਾਂਦਾ ਆ, ਨਾਮ ਦੇ ਬਾਰੇ ਵਿੱਚ ਭੇਦ ਦਿੱਤਾ ਜਾਂਦਾ ਆ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਕਰਦੇ ਹੋਏ, ਕਿਉਂਕਿ ਗੁਰਬਾਣੀ ਗੁਰੂ ਦੇ ਵਿੱਚ ਗੁਰਮੁਖਾਂ ਨੂੰ ਵੀ ਬਹੁਤ ਹੀ ਜ਼ਿਆਦਾ ਉਹਨਾਂ ਦੀ ਵਡਿਆਈ ਕੀਤੀ ਜਾਂਦੀ, ਕਿਉਂਕਿ ਮਹਾਰਾਜ ਕਹਿੰਦੇ ਜੋ ਤੁਧ ਸੱਚ ਧਿਆਏਂਦੇ ਸੇ ਵਿਰਲੇ ਥੋੜੇ, ਕਹਿੰਦੇ ਕਰੋੜਾਂ ਚੋਂ ਇੱਕ ਆ, ਬਹੁਤ ਹੀ ਵਿਰਲੇ ਆ ਜਿਹੜੇ ਤੈਨੂੰ ਮੰਨ ਗਏ, ਜਿਨ੍ਹਾਂ ਨੇ ਤੈਨੂੰ ਜਾਣ ਲਿਆ, ਜਾਣਨ ਤੋਂ ਬਾਅਦ ਆਪਣੇ ਆਪ ਨੂੰ 100% ਮਨਾ ਲਿਆ, ਜਿਨ੍ਹਾਂ ਦਾ ਮਨ ਮੰਨ ਗਿਆ। ਕਿਉਂਕਿ ਮੰਨਿਆ ਹੋਇਆ ਮਨ ਕਦੇ ਵੀ ਦੁਬਿਧਾ ਨਹੀਂ ਕਰਦਾ, ਕਿਉਂਕਿ ਉਹਦੇ ਤਾਂ ਜੀਣ ਦਾ ਸਹਾਰਾ ਹੀ ਨਾਮ, ਪ੍ਰਕਾਸ਼, ਮਾਲਕ, ਅੰਮ੍ਰਿਤ ਰਸ ਬਣ ਜਾਂਦਾ, ਠੀਕ ਹੈ ਜੀ। ਕਿਉਂਕਿ ਤਰਲੋਕੀ ਨਾਲੋਂ ਉਹਨਾਂ ਦਾ ਜੋ ਨਾਤਾ ਹੈ ਉਹ ਟੋਟਲੀ ਟੁੱਟ ਜਾਂਦਾ। ਪਹਿਲਾਂ ਇਹ ਲਾਲਚ ਦਿੰਦੇ ਆ, ਧੱਕਾ ਕਰਦੇ ਆ, ਕਿਉਂਕਿ ਗੁਰਮੁਖ ਪਿਆਰਿਓ, ਜਿਵੇਂ ਵਿਚਾਰ ਕਰ ਰਹੇ ਸੀ ਗੁਰਮੁਖ ਪਹਿਲਾਂ ਕੱਲ, ਕਿ ਕਾਲ ਹੈ ਕਦੋਂ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਆ, ਜਦੋਂ ਸਾਡਾ ਇਹਦੇ ਨਾਲ ਸਿੱਧਾ ਵਾਹ ਪੈਂਦਾ। ਹਜੇ ਸਾਨੂੰ ਨਹੀਂ ਪਤਾ ਲੱਗਦਾ ਵੀ 5 ਜਣੇ ਵਿਚਾਰ ਦੇ ਰਹੇ ਆ ਜਾਂ ਕਾਲ ਦੀ ਕੋਈ ਮਾਰ ਆ, ਕਿਉਂਕਿ ਅਸੀਂ ਸੁਣਦੇ ਹੀ ਆ, ਸਾਡਾ ਉਹਦੇ ਨਾਲ ਸਿੱਧਾ ਵਾਹ ਨਹੀਂ ਪੈਂਦਾ। ਗੁਰਮੁਖ ਪਿਆਰਿਓ, ਜਦੋਂ ਇੱਕ ਇਹ ਅਵਸਥਾ ਹੈ, ਜਦੋਂ ਅਸੀਂ ਪ੍ਰੈਕਟੀਕਲ ਕਰਦੇ ਜਾਂਦੇ ਆ, ਕਾਲ ਸਾਨੂੰ ਧੱਕੇ ਨਾਲ ਵਿਚਾਰ ਵੀ ਦੇਣੇ ਸ਼ੁਰੂ ਕਰ ਦਿੰਦਾ। ਇਹ ਫਿਰ ਮਾਲਕ ਕਿਰਪਾ ਕਰਕੇ ਸਾਡੇ ਤੇ ਸਾਨੂੰ ਇੰਨੀ ਸੋਝੀ ਦੇ ਦਿੰਦੇ ਆ ਵੀ ਅਸੀਂ ਵਿਚਾਰ ਲੈਣੇ ਆ ਜਾਂ ਨਹੀਂ ਲੈਣੇ, ਠੀਕ ਆ ਜੀ। ਤੇ ਇਹ ਕਾਲ ਦਾ ਰੂਪ ਸਾਨੂੰ ਜਣਾਇਆ ਜਾਂਦਾ, ਮਾਲਕ ਦੇ ਵੱਲੋਂ ਸਾਨੂੰ ਫੀਲ ਕਰਵਾਇਆ ਜਾਂਦਾ ਵੀ ਸਾਨੂੰ ਕਾਲ ਦੇ ਦੁਆਰਾ ਵਿਚਾਰ ਕਿਸ ਤਰੀਕੇ ਦੇ ਨਾਲ ਦਿੱਤੇ ਜਾ ਰਹੇ ਨੇ। ਕਿਉਂਕਿ ਅਸੀਂ ਕਾਲ ਦੇ ਨਾਲ ਚੌਥਾ ਯੁੱਗ ਹੋ ਗਿਆ, 3 ਯੁੱਗਾਂ ਤੋਂ ਇਹਦੇ ਨਾਲ ਦੋਸਤੀ ਪਾਈ ਹੋਈ ਆ, ਅਸੀਂ ਲੋਕ ਦਾ ਖੇਡ ਦ੍ਰਿੜ ਕਰ ਚੁੱਕੇ ਆ। ਸੋ ਇਹਦੇ ਲਈ ਸਾਡੀਆਂ ਕਮੀਆਂ ਕਮਜ਼ੋਰੀਆਂ ਇਹਨੂੰ ਪਤਾ ਆ, ਇਹਦੇ ਲਈ ਸਾਡੇ ਤੇ ਵਾਰ ਕਰਨਾ ਬਹੁਤ ਸੌਖਾ ਹੋ ਜਾਂਦਾ, ਕਿਉਂਕਿ ਸੂਖਮ ਦੇ ਵਿੱਚ ਵੀ ਜੋ ਅਸੀਂ ਵਿਚਾਰ ਫੁਰਨੇ ਲੈ ਰਹੇ ਆ, ਕਾਲ ਨੂੰ ਪਤਾ ਹੈ, ਸਾਡੇ ਮਨ ਦੀ ਸਥਿਤੀ ਕਾਲ ਨੂੰ ਪਤਾ ਹੁੰਦੀ ਆ। ਸੋ ਗੁਰਮੁਖ ਪਿਆਰਿਓ, ਫਿਰ ਮਹਾਰਾਜ ਕਹਿੰਦੇ ਵੀ ਜੋ ਗੁਰਮੁਖ, ਜੋ ਮਨ ਤੈਨੂੰ ਧਿਆਉਂਦੇ ਨੇ, ਸੱਚ 'ਚ ਧਿਆਨ ਲਾ ਕੇ ਰੱਖਦੇ ਨੇ, ਗੁਰਮੁਖ ਪਿਆਰਿਓ ਸੱਚ ਦੇ 'ਚ ਧਿਆਨ ਜ਼ੋਰ ਨਾਲ ਨਹੀਂ ਲੱਗ ਸਕਦਾ। ਇਹ ਵੀ ਇੱਕ ਪੁਆਇੰਟ ਆ। ਜੇ ਅਸੀਂ ਕਹਿ ਦਈਏ ਨਾ ਵੀ ਧੱਕੇ ਨਾਲ ਮਾਲਕ ਨੂੰ ਯਾਦ ਰੱਖਦੇ ਆ, ਧੱਕੇ ਨਾਲ ਸੱਚ 'ਚ ਧਿਆਨ ਰੱਖਦੇ ਆ, ਸਮਦ੍ਰਿਸ਼ਟ ਹੁੰਦੇ ਆ, ਨਾਮ 'ਚ ਧਿਆਨ ਰੱਖਦੇ ਆ, ਗੁਰਮੁਖ ਪਿਆਰਿਓ, ਕਿਉਂਕਿ ਸਾਡੀ ਮੱਤ ਤਾਂ ਚੱਲਣੀ ਨਹੀਂ, ਧੱਕਾ ਤਾਂ ਚੱਲਣਾ ਹੀ ਨਹੀਂ। ਹੁਣ ਸੱਚ ਨੂੰ ਕੌਣ ਧਿਆਉਂਦਾ ਹੈ? ਸਭ ਤੋਂ ਪਹਿਲਾਂ ਅਸੀਂ ਸੱਚ ਨੂੰ ਜਾਣਨਾ ਹੈ, ਮਾਲਕ ਦੀ ਹੋਂਦ ਨੂੰ ਮਹਿਸੂਸ ਕਰਨਾ ਹੈ। ਮਹਿਸੂਸ ਕਰਨ ਤੋਂ ਬਾਅਦ ਅਸੀਂ ਸੱਚ ਦੀ ਸੇਵਾ ਕਰਨੀ ਹੈ, ਸੁਰਤੀ ਦੇ ਦੁਆਰਾ ਆਪਦੇ ਮਨ ਨੂੰ ਅਸੀਂ ਇਕਾਗਰ ਤੇ ਰੱਖ ਕੇ ਆਪਦੇ ਨਿੱਜ ਸਰੂਪ ਨੂੰ ਜਾਣਨਾ ਹੈ। ਜਦੋਂ ਅਸੀਂ ਆਪਦੇ ਨਿੱਜ ਸਰੂਪ ਨੂੰ ਜਾਣਿਆ ਵੀ ਕਿਹਨੇ ਸੱਚ ਦੀ ਸੇਵਾ ਕਰਨੀ, ਕਿਹਨੇ ਸੱਚ ਨੂੰ ਜਾਣਨਾ, ਕਿਹਨੇ ਸੱਚ ਨੂੰ ਧਿਆਉਣਾ, ਫਿਰ ਆਟੋਮੈਟਿਕਲੀ ਹੀ ਜੋ ਸਾਡੀ ਸੁਰਤੀ ਆ, ਸਾਡਾ ਮਨ ਆ, ਉਹਦਾ ਜੋ ਧਿਆਨ ਆ ਉਹ ਸੱਚ 'ਚ ਲੱਗ ਜੂਗਾ। ਜਦੋਂ ਸੱਚ ਸਾਡੇ ਹਿਰਦੇ 'ਚ ਵਸ ਗਿਆ, ਹੁਣ ਸਾਡਾ ਜੋ ਸਾਡਾ ਮਨ ਹੈ, ਜੋ ਸਾਡਾ ਚਿੱਤ ਹੈ, ਉਹ ਮਾਇਆ ਨੇ ਹਿਰਿਆ ਹੋਇਆ ਆ। ਮਾਇਆ ਨੇ ਹਿਰਿਆ ਭਾਵ ਮਾਇਆ ਨੇ ਆਪਦੇ ਕਬਜ਼ੇ 'ਚ ਕੀਤਾ ਹੋਇਆ।
ਸਾਨੂੰ ਨਹੀਂ ਪਤਾ। ਜਦੋਂ ਸਾਡਾ ਪ੍ਰੈਕਟੀਕਲ ਜੀਵਨ ਸ਼ੁਰੂ ਹੋ ਜਾਂਦਾ, ਅਸੀਂ ਪਰਲੋਕ ਦਾ ਗਿਆਨ ਵੀ ਸਾਨੂੰ ਆਉਣਾ ਸ਼ੁਰੂ ਹੋ ਜਾਂਦਾ, ਅਸੀਂ ਆਪਦੇ ਨਿੱਜ ਸਰੂਪ ਨੂੰ ਜਾਣ ਲੈਂਦੇ ਹਾਂ ਗੁਰਮੁਖ ਪਿਆਰਿਓ। ਫਿਰ ਸਾਡਾ ਪਹਿਲਾ ਸਟੈਪ ਅਪ, ਅਸੀਂ ਵਾਕਿਆ ਹੀ ਮੰਨਦੇ ਹਾਂ ਵੀ ਅਸੀਂ ਜਕੜੇ ਹੋਏ ਹਾਂ ਕਾਲ ਦੇ ਬੰਧਨਾਂ ਦੇ ਵਿੱਚ। ਕਿਉਂ? ਧੱਕੇ ਨਾਲ ਵਿਚਾਰ ਦੇਣੇ ਸ਼ੁਰੂ ਕਰਦੇ, ਅਸੀਂ ਨਹੀਂ ਲੈਣਾ ਚਾਹੁੰਦੇ। ਅਸੀਂ ਜਿੰਨਾ ਕੁ ਨਿਕਲਦੇ ਹਾਂ ਕਾਲ ਉਹਨੇ ਧੱਕੇ ਦੇ ਨਾਲ ਹੋਰ ਬਾਰ ਕਰਦਾ। ਫਿਰ ਗੁਰਮੁਖ ਪਿਆਰਿਓ ਮਨ ਜਾਗਤ ਅਵਸਥਾ 'ਚ ਹੋਣ ਕਰਕੇ ਉਹ ਲੈਣਾ ਨਹੀਂ ਚਾਹੁੰਦਾ। ਕਿਉਂ? ਕਿਉਂਕਿ ਉਹਦਾ ਲੋਕ ਨਾਲੋਂ ਨਾਤਾ ਜਦੋਂ ਟੁੱਟ ਜਾਂਦਾ ਆ, ਪਰਲੋਕ ਦਾ ਭਾਵ ਮਾਲਕ ਦਾ ਰੰਗ ਚੜ ਜਾਂਦਾ, ਕਿਉਂਕਿ ਉਹ ਰੰਗ ਹੀ ਇੰਨਾ ਗੂੜਾ ਆ, ਉਹ ਸਵਾਦ ਹੀ ਇੰਨਾ ਜ਼ਿਆਦਾ ਹੈ ਕਿ ਇਧਰਲੇ ਸਾਰੇ ਸਵਾਦ ਫਿੱਕੇ ਹੋ ਜਾਂਦੇ ਆ। ਸੋ ਜਦੋਂ ਗੁਰਮੁਖ ਪਿਆਰਿਓ ਅਸੀਂ ਜਦੋਂ ਫਿਰ ਅਸੀਂ ਸੱਚ 'ਚ ਧਿਆਨ ਲਾਉਂਦੇ ਆ, ਮਾਰੇ ਕਹਿੰਦੇ ਉਹ ਬਹੁਤ ਹੀ ਵਿਰਲੇ ਆ, ਬਹੁਤ ਹੀ ਥੋੜੇ ਆ ਜਿਹੜੇ ਸੱਚ 'ਚ ਧਿਆਨ ਲਾਉਂਦੇ ਆ। ਹੁਣ ਕਹਿੰਦੇ ਜੋ ਸੱਚ 'ਚ ਧਿਆਨ ਲਾਉਂਦੇ ਆ, ਸੱਚ 'ਚ ਸਮਾਏ ਰਹਿੰਦੇ, ਉਹਨਾਂ ਦੀ ਸੁਰਤੀ 'ਚ ਸੱਚ ਵਸ ਗਿਆ, ਹਿਰਦੇ 'ਚ ਸੱਚ ਵਸ ਗਿਆ, ਸਹਿਜ ਸੁਭਾਏ ਹੀ ਉਹਨਾਂ ਦਾ ਅੰਦਰ ਭਾਵ ਮਨ ਤੇ ਤਨ ਤੇ ਉਹ ਸੱਚ ਦੀ ਜੋ ਛਾਪ ਆ, ਸੱਚ ਦਾ ਰੱਖਿਆ ਚੱਕਰ ਬਣ ਜਾਂਦਾ। ਸੋ ਅੱਗੇ ਮਹਾਰਾਜ ਕੀ ਕਹਿੰਦੇ? ਜੋ ਮਨ ਚਿੱਤ ਇੱਕ ਅਰਾਧ ਦੇ, ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ। ਹੁਣ ਮਹਾਰਾਜ ਕਹਿੰਦੇ ਜਿਹੜੇ ਮਨ ਇੱਕ ਚਿੱਤ ਹੋ ਕੇ, ਭਾਵ ਆਪਦੀ ਇੱਕ, ਇਹ ਨਹੀਂ ਵੀ ਦੋ ਚਿੱਤੀ ਦੇ ਵਿੱਚ ਵੀ ਇੱਕ ਚਿੱਤ ਮਾਇਆ 'ਚ ਆ, ਦੁਬਦਾ ਵੀ ਕਰੀ ਜਾ ਰਿਹਾ, ਮਿਲੂਗੇ ਅਸੀਂ ਮਾਲਕ ਨਾਲ ਜਾਂ ਨਹੀਂ ਮਿਲਾਂਗੇ, ਇਸ ਵਾਕਿਆ ਹੀ ਨਾਮ ਆ, ਮੈਂ ਇਸ ਤਰ੍ਹਾਂ ਕਰੂੰਗਾ ਤਾਂ ਵਾਕਿਆ ਹੀ ਏਦਾਂ ਹੋਊਗਾ, ਜਾਂ ਮੈਂ ਕੋਈ ਹੋਰ ਵਿਧੀ ਅਪਣਾਵਾਂ, ਜਾਂ ਇਹ ਗੁਰਮੁਖ ਦੀ ਗੱਲ ਮੈਨੂੰ ਪਸੰਦ ਨਹੀਂ ਆਈ, ਦੂਜੇ ਨੂੰ ਪੁੱਛਦਾ ਆ, ਜੇ ਤੁਸੀਂ ਇਸ ਤਰੀਕੇ ਨਾਲ ਕੀਤਾ ਫੇਰ ਨਹੀਂ। ਕਹਿੰਦੇ ਜੋ ਇੱਕ ਚਿੱਤ ਵਸਾ ਲਿਆ ਵੀ ਵਾਕਿਆ ਹੀ ਸਾਨੂੰ ਨਹੀਂ ਪਤਾ, ਅਸੀਂ ਬਹੁਤ ਹੀ ਜ਼ਿਆਦਾ ਕਰਮਾਂ ਦੇ ਕਰਕੇ ਵਿਛੜੇ ਹੋਇਆ, ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ, ਤੂੰ ਮੇਰੇ ਤੇ ਕਿਰਪਾ ਕਰ ਮਿੰਨਤ ਕਰ ਜੋਦੜੀ, ਮੈਂ ਪ੍ਰਭ ਮਿਲਣੇ ਕਾ ਚਾਹੂ, ਮੇਰੇ ਮਨ 'ਚ ਚਾਅ ਆ ਤੈਨੂੰ ਮਿਲਣ ਦਾ, ਤੂੰ ਮੇਰੇ ਤੇ ਕਿਰਪਾ ਕਰ, ਮੈਂ ਮਿੰਨਤ ਕਰਦਾ, ਮੈਂ ਜੋਦੜੀ ਕਰਦਾ, ਕਿਉਂਕਿ ਮੈਂ ਨਿਰਗੁਣਾਰੇ ਕੋ ਗੁਣ ਨਾਹੀ, ਆਪੇ ਤਰਸ ਪਈ ਹੋਈ, ਤੂੰ ਮੇਰੇ ਤੇ ਤਰਸ ਕਰ, ਮੇਰੇ 'ਚ ਕੋਈ ਗੁਣ ਨਹੀਂ ਆ। ਕਿਉਂਕਿ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਆਤਮਕ ਤਲ ਤੇ ਬੈਠ ਕੇ ਵਿਚਾਰਦੇ ਹਾਂ ਨਾ ਗੁਰਮੁਖ ਪਿਆਰਿਓ, ਤੇ ਅਸੀਂ ਹਿੱਲ ਜਾਂਦੇ ਹਾਂ ਅੰਦਰੋਂ। ਕਿਉਂਕਿ ਦੇਖੋ ਗੁਰੂ ਸਾਹਿਬਾਨ ਜੀ ਸਾਡੇ ਮਨ ਦੀ ਕਿੰਨੀ ਡੀਪਲੀ ਡੈਫਥ ਦੇ ਵਿੱਚ ਜਾ ਕੇ ਸਾਡੇ ਮਨ ਨੂੰ ਉਹ ਸੋਝੀ ਦੇ ਰਹੇ ਆ, ਸਾਡੇ ਮਨ ਨੂੰ ਖੋਲ ਰਹੇ ਆ ਵੀ ਸਾਡੇ ਵਿੱਚ ਜਦੋਂ ਅਸੀਂ ਮਾਲਕ ਦੀ ਗੱਲ ਕਰਦੇ ਹਾਂ ਤੇ ਸਾਡੇ 'ਚ ਤਾਂ ਇੱਕ ਗੁਣ ਵੀ ਨਹੀਂ ਹੈਗਾ ਜਿਹਦੇ ਕਰਕੇ ਅਸੀਂ ਮਾਲਕ ਨਾਲ ਮਿਲਾਪ ਕਰੀਏ। ਗੁਰਮੁਖ ਪਿਆਰਿਓ ਅਸੀਂ ਟ੍ਰੇਨਿੰਗ ਦਿੱਤੀ ਨੂੰ ਭੁੱਲ ਗਏ, ਨਾਮ ਨੂੰ ਵਸਾਰ ਦਿੱਤਾ, ਜੋ ਮੱਥੇ ਤੇ ਮਾਲਕ ਨੇ ਸਾਡੇ ਲਿਖ ਕੇ ਭੇਜਿਆ ਉਹਨੂੰ ਵੀ ਅਸੀਂ ਭੁੱਲ ਗਏ, ਤੇ ਹੁਣ ਅਸੀਂ ਬਹੁਤੇ ਜੀਵ ਸੰਗਤ ਵਿੱਚ ਜਾਣਾ ਪਸੰਦ ਹੀ ਨਹੀਂ ਕਰਦੇ। ਉਹ ਕਹਿੰਦੇ ਜਦੋਂ ਕਿਰਪਾ ਹੋਊਗੀ ਤੇ ਉਦੋਂ ਹੀ ਜਾਵਾਂਗੇ। ਅਸੀਂ ਕਿਹੜੀ ਕਿਰਪਾ ਦੀ ਵੇਟ ਕਰ ਰਹੇ ਹਾਂ ਗੁਰਮੁਖ ਪਿਆਰਿਓ? ਮਾਲਕ ਦੇ ਵੱਲੋਂ ਫ੍ਰੀ 'ਚ ਸਾਨੂੰ ਸਵਾਸ ਦਿੱਤੇ ਜਾ ਰਹੇ ਨੇ, ਸਾਨੂੰ ਇਸ ਗੱਲ ਦਾ ਪਤਾ ਹੀ ਨਹੀਂ। ਸਾਡਾ ਮਾਲਕ ਆਪਦੇ ਮੁੱਖ 'ਚੋਂ ਕੱਢ ਕੇ ਸਾਡੇ ਮੂੰਹ 'ਚ ਪਾ ਰਿਹਾ ਪਿਆਰ ਦੇ ਨਾਲ, ਆਪੇ ਕਰਤਾ, ਠੀਕ ਆ ਜੀ, ਆਪ ਹੀ ਕਰਤਾ ਕਰ ਕਰ ਵੇਖਿਆ, ਦਿਨ ਦਾ ਸਾਸ ਗਰਾਹਾ ਹੈ, ਸਾਨੂੰ ਦੇਖ ਵੀ ਰਿਹਾ ਕਿ ਮੇਰਾ ਬੱਚਾ ਮੇਰੇ ਦਿੱਤੇ ਹੋਏ ਅਨਮੋਲ ਸਵਾਸਾਂ ਨੂੰ ਕਿਸ ਤਰੀਕੇ ਨਾਲ ਪਹੁੰਚਾ ਰਿਹਾ। ਸੋ ਗੁਰਮੁਖ ਪਿਆਰਿਓ ਅਸੀਂ ਕੀ ਕਰਦੇ ਹਾਂ? ਅਸੀਂ ਝੂਠ ਦੇ ਮਗਰ ਲੱਗਦੇ ਹਾਂ, ਕੂੜ ਦੇ ਮਗਰ ਲੱਗਦੇ ਹਾਂ, ਅਸੀਂ ਕਾਲ ਦੇ ਦੇਸ਼ ਦੇ ਵਿੱਚੋਂ, ਲੋਕ ਦੇ ਵਿੱਚੋਂ ਸੁੱਖ ਭਾਲਦੇ ਹਾਂ। ਅਸੀਂ ਮਹਾ ਆਨੰਦ ਨੂੰ ਛੱਡ ਕੇ ਗੁਰਮੁਖ ਪਿਆਰਿਓ ਸਾਨੂੰ ਗੁਰਬਾਣੀ ਗੁਰੂ ਦੇ ਰੂਪ ਵਿੱਚ ਮਹਾ ਵੱਡਾ ਖਜ਼ਾਨਾ ਦਿੱਤਾ। ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਅਸੀਂ ਮਹਾਰਾਜ ਨੂੰ ਪੁੱਛਦੇ ਹੀ ਨਹੀਂ ਕਿ ਕਿਹੜੇ ਗੁਰੂ ਦੀ ਗੱਲ ਕਰ ਰਹੇ ਆ, ਜਿਸ ਗੁਰੂ ਦੇ ਕੋਲ ਇੰਨਾ ਮਹਾ ਆਨੰਦ ਆ ਕਿ ਤੁਸੀਂ ਇੰਨੀ ਡੀਪਲੀ ਆਨੰਦ ਨੂੰ ਖੋਲਿਆ, ਤੁਸੀਂ ਆਨੰਦ ਦੇ ਬਾਰੇ 'ਚ ਸਾਨੂੰ ਭੇਦ ਦੇ ਰਹੇ ਹੋ। ਮਹਾਰਾਜ ਅਸੀਂ ਉਹ ਆਨੰਦ ਲੈਣਾ ਚਾਹੁੰਦੇ, ਸਾਨੂੰ ਦੱਸੋ ਤਾਂ ਸਹੀ ਉਹ ਕਿਹੜਾ ਆਨੰਦ ਆ ਜਿਹਦੀ ਤੁਸੀਂ ਗੱਲ ਕਰ ਰਹੇ। ਹੁਣ ਗੁਰੂ ਕੌਣ ਆ? ਅਸੀਂ ਕਦੇ ਪੁੱਛਿਆ ਹੀ ਨਹੀਂ ਮਹਾਰਾਜ ਤੋਂ, ਅਸੀਂ ਗੁਰਮੁਖਾਂ ਦੇ ਨਾਲ ਕਦੇ ਵਿਚਾਰ ਹੀ ਨਹੀਂ ਕੀਤੀ। ਅਸੀਂ ਗੁਰਬਾਣੀ ਨੂੰ ਕਿੰਨਾ ਸਸਤਾ ਲੈ ਲੈਂਦੇ ਆ ਵੀ ਅਸੀਂ ਕਹਿੰਦੇ ਆ ਵੀ ਅਸੀਂ ਕੋਈ ਵੀ ਕਾਰਜ ਕਰਨਾ, ਸੁਖਮਨੀ ਸਾਹਿਬ ਦਾ ਪਾਠ ਕਰਾ ਲਓ ਜੀ, ਠੀਕ ਆ ਜੀ, ਕਰਵਾ ਕੇ ਅੱਧਿਆਂ ਨੇ ਤਾਂ ਸੁਣਿਆ ਹੀ ਨਹੀਂ ਮਹਾਰਾਜ ਨੇ ਕੀ ਕਿਹਾ। ਜਿਨ੍ਹਾਂ ਨੇ ਸੁਣਿਆ ਉਹਨਾਂ ਨੇ ਵੀ ਲੋਕ ਦਾ ਗਿਆਨ ਇਕੱਠਾ ਕਰ ਲਿਆ, ਗਿਆਨ ਹੀ ਨਹੀਂ ਇਕੱਠਾ ਕੀਤਾ, ਉਹ ਆਪਦੀ ਮਨ ਤੋਂ ਹੋਰ ਪਾਸੇ ਆ, ਪ੍ਰੋਗਰਾਮ ਦੇ ਵਿੱਚ ਆ, ਤੇ ਮਹਾਰਾਜ ਦਾ ਅਸੀਂ ਨਿਰਾਦਰ ਕਰ ਦਿੱਤਾ। ਅਸੀਂ ਅਕਾਲ ਦੇ ਗਿਆਨ ਨੂੰ ਮਹਾਰਾਜ ਸਾਨੂੰ ਕਾਲ 'ਚ ਆ ਕੇ ਦੇ ਰਹੇ ਨੇ, ਠੀਕ ਆ ਜੀ, ਪਰਲੋਕ ਤੋਂ ਸਾਨੂੰ ਧੁਰ ਤੋਂ ਉਹ ਗਿਆਨ ਸਾਡੀ ਸਮਝ ਦੇ ਲਈ, ਸਾਨੂੰ ਸਮਝਣ ਲਈ, ਸੋਝੀ ਦੇਣ ਦੇ ਲਈ ਇਸ ਲੋਕ 'ਚ ਦੇ ਰਹੇ ਨੇ। ਦੇਖੋ ਉਹਦੀ ਕਿੰਨੀ ਵੱਡੀ ਗੁਰਬਾਣੀ ਦੀ ਮਹਿਮਾ ਆ। ਸੋ ਮਹਾਰਾਜ ਸਾਨੂੰ ਕਹਿੰਦੇ ਦੇਖੋ ਪਹਿਲਾਂ ਤਾਂ ਅਸੀਂ ਭੁੱਲ ਹੀ ਗਏ, ਸਾਰਾ ਕੁਝ ਭੁੱਲ ਗਏ, ਮਨ ਭੁੱਲ ਗਿਆ। ਹੁਣ ਚੌਥਾ ਯੁੱਗ ਆ ਗਿਆ,
ਇਹ ਮਾਲਕ ਦੀ ਕਿੱਡੀ ਵੱਡੀ ਕਿਰਪਾ ਆ ਕਿ ਸਾਨੂੰ ਉਸ ਸੱਚੀ ਸੰਗਤ ਦੇ ਵਿੱਚ ਲਿਆ ਕੇ ਬਿਠਾ ਦਿੱਤਾ ਗੁਰਮੁਖ ਪਿਆਰਿਓ, ਜਿਸ ਸੰਗਤ ਦੇ ਵਿੱਚ ਉਹ ਆਪ ਹੀ ਵਰਤ ਰਹੇ ਨੇ, ਆਪ ਹੀ ਵਸੇ ਹੋਏ ਨੇ ਉਸ ਸੰਗਤ ਦੇ ਵਿੱਚ। ਫਿਰ ਗੁਰਮੁਖ ਪਿਆਰਿਓ ਸਾਡੇ ਤੇ ਤਰਸ ਕਰਕੇ, ਸਾਡੇ ਤੇ ਤਰਸ ਕਰਕੇ, ਸਾਡੇ ਤੇ ਦਇਆ ਕਰਕੇ, ਸਾਡੇ ਤੇ ਖੁਸ਼ ਹੋ ਕੇ ਸਾਨੂੰ ਲਿਬੜਿਆਂ ਤਿਬੜਿਆਂ ਨੂੰ ਗਲ ਨਾਲ ਲਾ ਰਹੇ ਨੇ ਗੁਰਮੁਖ ਪਿਆਰਿਓ। ਸਾਡੇ ਵਿੱਚ ਕੋਈ ਗੁਣ ਨਹੀਂ ਆ ਕਿ ਅਸੀਂ ਮਾਲਕ ਨੂੰ ਮਿਲ ਲਈਏ, ਮਾਲਕ ਨਾਲ ਮਿਲਾਪ ਕਰ ਲਈਏ। ਗੁਰਮੁਖ ਪਿਆਰਿਓ ਇੱਥੇ ਸਾਨੂੰ ਇਸ ਚੀਜ਼ ਤੋਂ ਅਸਚਰਜ, ਇਹ ਇੱਕ ਅਸਚਰਜ ਸਥਿਤੀ ਆ ਕਿ ਸਾਨੂੰ ਲਿਬੜਿਆਂ ਤਿਬੜਿਆਂ ਨੂੰ ਗਲ ਨਾਲ ਲਾਉਂਦੇ ਨੇ। ਦੁਨੀਆ 'ਚ ਕਿਤੇ ਜਾਣਾ ਹੋਵੇ ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਾ ਪੈਂਦਾ ਪੂਰੀ ਤਰ੍ਹਾਂ ਦੇ ਨਾਲ ਕਿ ਤੁਸੀਂ ਬਣਦੇ ਹੋ ਆਪਣੇ ਆਪ ਦੇ ਵਿੱਚ, ਅਗਲੇ ਦੇ ਲਈ ਸਵਾਰ ਹੁੰਦੇ ਹੋ, ਠੀਕ ਆ ਜੀ, ਸੋਹਣੇ ਕੱਪੜੇ ਪਾਉਂਦੇ ਹੋ, ਵਧੀਆ ਸਲੀਕਾ, ਵਧੀਆ ਗੱਲ ਕਰਦੇ ਆ ਆਪਾਂ। ਇੱਕ ਮਾਲਕ ਹੀ ਆ ਵੀ ਜਿਹੋ ਜਿਹੇ ਹੈਗੇ ਉਹੋ ਜਿਹੇ ਹੀ ਆਉਣਾ ਆ, ਕਿਉਂਕਿ ਮਾਲਕ ਦੇ ਅੱਗੇ ਅਸੀਂ ਫਾਰਮੈਲਿਟੀ ਨਹੀਂ ਕਰ ਸਕਦੇ। ਸਾਨੂੰ ਗਲ ਨਾਲ ਲਾਉਂਦੇ ਨੇ, ਸਾਡੇ ਵਿੱਚੋਂ ਸਾਡੀ ਮਨ ਦੀ ਮੈਲ ਲਾਉਂਦੇ ਨੇ, ਮੈਲ ਲਾਉਣ ਤੋਂ ਬਾਅਦ ਆਪ ਦਾ ਨਾਮ ਦਿੰਦੇ ਨੇ। ਦੇਖੋ ਹੈ ਕੋਈ ਦੁਨੀਆ ਦੇ ਵਿੱਚ ਇੰਨਾ ਜ਼ਿਆਦਾ ਸਮਰੱਥ, ਇੰਨਾ ਬਖਸ਼ਣਹਾਰਾ, ਸਾਨੂੰ ਪਿਆਰ ਕਰਦੇ ਨੇ। ਫਿਰ ਗੁਰਮੁਖ ਪਿਆਰਿਓ ਉਸ ਤੋਂ ਬਾਅਦ ਮਨ ਨੂੰ ਇੰਨੀਆਂ ਦਾਤਾਂ ਦੇਣ ਤੋਂ ਬਾਅਦ ਫਿਰ ਮਨ ਨੂੰ ਅਵਸਥਾ ਪ੍ਰਦਾਨ ਕਰਦੇ ਨੇ ਤੇ ਫਿਰ ਮਨ ਨੂੰ ਹੀ ਵਡਿਆਈ ਦੇ ਕੇ ਕਹਿ ਦਿੰਦੇ ਨੇ ਕਿ ਜਿਹੜੇ ਮਨ ਅਵਸਥਾ ਤੇ ਪਹੁੰਚ ਜਾਂਦੇ ਨੇ, ਜਿਹੜੇ ਮਨ ਮੇਰੇ 'ਚ ਧਿਆਨ ਲਾਉਂਦੇ ਨੇ, ਉਹਨਾਂ ਦੀ ਕਮਾਈ ਦੂਸਰੇ ਮਨ ਖਾਂਦੇ ਨੇ, ਠੀਕ ਆ ਜੀ। ਜੋ ਮਨ ਦੇ ਵਿੱਚ ਮਾਲਕ ਵਸ ਗਿਆ, ਜਿਸ ਮਨ ਦੇ ਵਿੱਚ, ਉਹਨਾਂ ਦੀ ਹੀ ਕਮਾਈ ਦੂਸਰੇ ਮਨ ਖਾਂਦੇ ਨੇ। ਵਡਿਆਈ ਵੀ ਮਨ ਨੂੰ ਬਖਸ਼ਦੇ ਨੇ। ਤੇ ਹੈ ਸਾਡੀ ਔਕਾਤ ਕੀ ਅਸੀਂ ਵਡਿਆਈ ਮਹਿਮਾ ਲੈ ਸਕਦੇ ਮਾਲਕ ਦੇ ਘਰੋਂ? ਨਹੀਂ, ਅਸੀਂ ਤਾਂ ਇੰਨੇ ਕੁ ਜ਼ਿਆਦਾ ਨਿਰਗੁਣ ਹਾਰੇ ਆ, ਸਾਡੀ ਤਾਂ ਇੰਨੀ ਕੁ ਜ਼ਿਆਦਾ ਸਾਡੇ ਵਿੱਚ ਅਵਗੁਣ ਆ ਵੀ ਇੱਕ ਵੀ ਗੁਣ ਸਾਡੇ ਵਿੱਚ ਹੈ ਨਹੀਂ ਕਿ ਅਸੀਂ ਮਾਲਕ ਦੇ ਨਾਲ ਮਿਲਾਪ ਕਰ ਲਈਏ। ਸੋ ਗੁਰਮੁਖ ਪਿਆਰੋ, ਇਹ ਬਹੁਤ ਵੱਡੀ ਕਿਰਪਾ ਆ ਕਿ ਮਾਲਕ ਸਾਡੇ ਤੇ ਕਿਰਪਾ ਕਰਦੇ ਨੇ ਤੇ ਸਾਨੂੰ ਜਗਾਉਂਦੇ ਨੇ। ਹੁਣ ਜੋ ਵੀ ਜਿਹੜੇ ਤਾਂ ਗੁਰਮੁਖ ਪ੍ਰੈਕਟੀਕਲ ਕਰ ਰਹੇ ਨੇ ਗੁਰਮੁਖ ਪਿਆਰਿਓ ਮਾਲਕ ਦੀ ਕਿਰਪਾ ਦੇ ਨਾਲ, ਉਹ ਤਾਂ ਆਪ ਦੇ ਨਿੱਜ ਸਰੂਪ ਨੂੰ ਜਾਣਦੇ ਨੇ, ਠੀਕ ਆ ਜੀ। ਆਤਮਿਕ ਲੈਵਲ ਤੇ, ਆਤਮਿਕ ਤਲ ਤੇ ਬੈਠ ਕੇ ਉਹ ਸਾਰਾ ਹੀ ਪ੍ਰੈਕਟੀਕਲ, ਕਿਉਂਕਿ ਨਿੱਜ ਸਰੂਪ ਨੂੰ ਜਾਣਨ ਤੋਂ ਬਾਅਦ ਅਸੀਂ ਆਤਮਿਕ ਤਲ ਤੇ ਬੈਠ ਕੇ ਹੀ ਉਹ ਸਾਰਾ ਪ੍ਰੈਕਟੀਕਲ ਸਾਡਾ ਅੱਗੇ ਹੁੰਦਾ। ਜਿਹੜੇ ਨਵੇਂ ਗੁਰਮੁਖ ਨੇ ਗੁਰਮੁਖ ਪਿਆਰਿਓ, ਇਹ ਆਪਾਂ ਮਨ ਦੇ ਵਿੱਚ ਬਿਠਾ ਲਈਏ ਕਿ ਚਾਹੇ ਜੋ ਕੋਈ ਵੀ ਸਾਨੂੰ ਭਰਮ ਦੇ ਵਿੱਚ ਪਾਵੇ, ਕਿਉਂਕਿ ਅਸੀਂ ਕਿਸੇ ਦੇ ਨਾਲ ਨਹੀਂ, ਅਸੀਂ ਕਿਸੇ ਨਾਲ ਨਹੀਂ ਦੁਵਿਧਾ ਕਰਨੀ, ਅਸੀਂ ਆਪਣੇ ਅੰਦਰ ਜੋ ਸਾਡੇ 5 ਜਾਣੇ ਬੈਠੇ ਨੇ ਉਹਨਾਂ ਦੇ ਨਾਲ ਜੰਗ ਕਰਨਾ, ਠੀਕ ਆ ਜੀ, ਉਹਨਾਂ ਦੇ ਨਾਲ ਯੁੱਧ ਕਰਨਾ। ਅਸੀਂ ਮਾਲਕ ਤੇ ਸੰਪੂਰਨ ਵਿਸ਼ਵਾਸ ਕਰਨਾ। ਜਿਨ੍ਹਾਂ ਗੁਰਮੁਖਾਂ ਨੂੰ ਨਵੇਂ ਗੁਰਮੁਖ ਜੋ ਜੁੜੇ ਨੇ ਉਹਨਾਂ ਨੂੰ ਨਾਮ ਸੁਣਦਾ ਹੈ ਗੁਰਮੁਖ ਪਿਆਰਿਓ, ਸਾਡੀ ਹੱਥ ਜੋੜ ਕੇ ਬੇਨਤੀ, ਅਸੀਂ ਪ੍ਰੈਕਟੀਕਲੀ ਜਿੰਨੀ ਕੁ ਤੁੱਛ ਬੁੱਧੀ ਸਾਨੂੰ ਹੈ, ਜਿੰਨੀ ਕੁ ਮਾਲਕ ਦੇ ਵੱਲੋਂ ਸਾਨੂੰ ਸੋਝੀ ਮਾਲਕ ਨੇ ਬਖਸ਼ੀ ਆ, ਅਸੀਂ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਗੁਰਮੁਖ ਪਿਆਰਿਓ, ਇਹ ਜੋ ਨਾਮ ਹੈ ਇਹ ਅਨਮੋਲ ਹੈ, ਠੀਕ ਆ ਜੀ। ਇਸ ਨੂੰ ਸੁਣਿਆ ਕਰੋ, ਇਸ ਦੇ ਵਿੱਚ ਧਿਆਨ ਲਾਇਆ ਕਰੋ ਸੁਰਤ ਦੇ ਦੁਆਰਾ, ਪਿਆਰ ਦੇ ਨਾਲ, ਕਿਉਂਕਿ ਗੁਰਮੁਖ ਪਿਆਰਿਓ ਸਹਿਜ ਸੁਭਾਏ ਹੀ ਨਾਮ 'ਚ ਸਮਾ ਕੇ ਅਸੀਂ ਮਾਲਕ ਦੇ ਨਾਲ ਮਿਲਾਪ ਕਰ ਸਕਦੇ ਹਾਂ। ਇੱਕੋ ਹੀ ਇੱਕ ਤਰੀਕਾ ਹੈ ਅਸੀਂ ਮਾਲਕ ਨਾਲ ਕਿਵੇਂ ਮਿਲਾਪ ਕਰਨਾ ਹੈ, ਨਾਮ 'ਚ ਸਮਾ ਕੇ। ਕਿਉਂਕਿ ਗੁਰਮੁਖ ਪਿਆਰਿਓ ਜੋ ਸਾਡੇ ਮਨ ਦੀ ਮੈਲ ਹੈ ਉਹ ਨਾਮ ਦੇ ਵਿੱਚ ਸਮਾਉਣ ਤੋਂ ਬਾਅਦ ਜਿੰਨਾ ਅਸੀਂ ਨਾਮ ਸੁਣਦੇ ਜਾਂਦੇ ਹਾਂ ਗੁਰਮੁਖ ਪਿਆਰਿਓ, ਓਨਾ ਹੀ ਅਸੀਂ, ਸਾਡੇ ਜੋ ਮਨ ਦੀ ਮੈਲ ਹੈ ਉਤਰਦੀ ਜਾਂਦੀ ਆ। ਸਾਡੇ ਮਨ ਦਾ ਜੋ ਅੰਦਰ ਤੀਰਥ ਲੱਗਾ ਹੋਇਆ ਹੈ ਉੱਥੇ ਸਾਡੇ ਮਨ ਦਾ ਇਸ਼ਨਾਨ ਹੋਈ ਜਾ ਰਿਹਾ ਨਾਮ ਦੇ ਵਿੱਚ। ਨਾਮ 'ਚ ਨਾਮ ਨੂੰ ਸੁਣਨ ਦੇ ਨਾਲ ਨਾਲ ਜੋ ਨਾਮ ਰੂਪ ਤੀਰਥ ਹੈ ਉੱਥੇ ਸਾਡਾ ਇਸ਼ਨਾਨ ਹੋਈ ਜਾ ਰਿਹਾ। ਜਦੋਂ ਸੁਣ ਰਹੇ ਹੋ ਸੁਰਤੀ ਦੇ ਦੁਆਰਾ ਬੜੇ ਹੀ ਪਿਆਰ ਦੇ ਨਾਲ ਅਫੁਰ ਅਵਸਥਾ ਦੇ ਵਿੱਚ, ਉਦੋਂ ਅਸੀਂ ਨਾਮ ਦੇ ਨਾਲ ਆਪਦੇ ਮਨ ਦੀ ਮੈਲ ਲਾ ਰਹੇ ਹਾਂ ਗੁਰਮੁਖ ਪਿਆਰਿਓ। ਹੁਣ ਸਾਡੇ ਮਨ ਦੇ ਵਿੱਚ ਇਹ ਚਾਹ ਪੈਦਾ ਹੋਣਾ ਚਾਹੀਦਾ ਆ ਕਿ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਦੁਆਰਾ ਗਿਆਨ ਆ ਗਿਆ, ਮਾਲਕ ਨੇ ਸਾਨੂੰ ਇਹ ਸੋਝੀ ਦੇ ਦਿੱਤੀ ਵੀ ਅਸੀਂ ਮਨੁੱਖ ਕਿਉਂ ਬਣੇ, ਮਾਲਕ ਨੂੰ ਮਿਲਣ ਦੇ ਲਈ। ਹੁਣ ਸਾਨੂੰ ਮਾਲਕ ਦਾ ਪਤਾ ਚੱਲ ਗਿਆ, ਠੀਕ ਆ ਜੀ। ਫਿਰ ਸਾਨੂੰ ਆਪਦੇ ਨਿੱਜ ਸਰੂਪ ਦਾ ਵੀ ਪਤਾ ਚੱਲ ਗਿਆ। ਹੁਣ ਸਾਡੇ ਮਨ ਦੇ ਵਿੱਚ ਫਿਰ ਚਾਅ ਪੈਦਾ ਹੋਣਾ ਚਾਹੀਦਾ ਵੀ ਜਿਵੇਂ ਅਸੀਂ ਨਾਮ ਨੂੰ ਸੁਣਦੇ ਹਾਂ ਗੁਰਮੁਖ ਪਿਆਰਿਓ, ਤੇ ਸੁਣ ਕੇ ਅਸੀਂ, ਸਾਡਾ ਇਹ ਕਾਰਜ ਬਣਨਾ ਚਾਹੀਦਾ, ਸਾਡੀ ਇਹ ਜ਼ਰੂਰਤ ਬਣਨੀ ਚਾਹੀਦੀ ਆ ਵੀ ਅਸੀਂ ਸੁਣ ਕੇ ਨਾਮ 'ਚ ਭਿੱਜ ਕੇ ਆਪਦੇ ਮਨ ਦੀ ਮੈਲ ਲਾ ਰਹੇ, ਆਪਦੇ ਮਨ ਦਾ ਇਸ਼ਨਾਨ ਕਰਵਾ ਰਹੇ ਹਾਂ। ਕਿਉਂਕਿ ਗੁਰਮੁਖ ਪਿਆਰਿਓ ਅਸੀਂ ਤਨ ਨੂੰ ਤਾਂ ਬਹੁਤ ਸਵਾਰ ਲਿਆ,
ਤਨ ਦੀ ਮੈਲ ਤਾਂ ਅਸੀਂ ਬਹੁਤ ਲਾ ਲਈ, ਤਨ ਦੀ ਮੈਲ ਲਾਉਣ ਦੇ ਨਾਲ ਮਨ ਦੀ ਮੈਲ ਲਿੱਥੀ ਨਹੀਂ। ਜੋ ਗੁਰਬਾਣੀ ਦੇ ਵਿੱਚ ਸਾਨੂੰ ਭੇਦ ਦਿੱਤਾ ਗਿਆ ਆ ਕਿ ਸਹਿਸੇ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਹਨਾ। ਤੇ ਮਰ ਫਿਰ ਅੱਗੇ ਕੀ ਕਹਿੰਦੇ, ਸ਼ਬਦ ਲਾਗੋ ਮਨ ਧੋਵੋ ਹਰ ਸਿਉ ਰਹੋ ਚਿੱਤ ਲਾਏ। ਵੀ ਸ਼ਬਦ ਦੇ ਨਾਲ ਲੱਗ ਕੇ ਹੀ ਆਪਦੇ ਮਨ ਦੀ ਜੋ ਮੈਲ ਹੈ ਉਹਨੂੰ ਅਸੀਂ ਲਾਉਣਾ ਹੈ। ਜਿੰਨਾ ਅਸੀਂ ਨਾਮ ਦੀ ਸੇਵਾ ਕਰਦੇ ਜਾਵਾਂਗੇ ਦ੍ਰਿੜਤਾ ਦੇ ਨਾਲ, ਪਿਆਰ ਦੇ ਨਾਲ, ਵਿਸ਼ਵਾਸ ਦੇ ਨਾਲ, ਗੁਰਮੁਖ ਪਿਆਰਿਓ, ਇਹ ਆਟੋਮੈਟਿਕ ਸਹਿਜ ਸੁਭਾਏ, ਇਹਨੂੰ ਜੇ ਅਸੀਂ ਹੋਰ ਥੋੜਾ ਜਿਹਾ ਖੋਲੀਏ ਤੇ ਇੱਕ ਜਾਦੂ ਟਾਈਪ ਹੋਊਗਾ ਕਿ ਸਾਡਾ ਮਨ ਮੰਨਦਾ ਜਾਏਗਾ ਆਟੋਮੈਟਿਕਲੀ। ਮਾਲਕ ਸਾਡਾ ਮਨ ਆਪ ਹੀ ਮਨਾ ਲੂਗੇ। ਸਾਡਾ ਮਨ 100%, ਸਾਨੂੰ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਵੀ ਅਸੀਂ ਧੱਕੇ ਨਾਲ ਆਪਣਾ ਮਨ ਮਨਾਉਣਾ, ਨਹੀਂ। ਜਿੰਨੀ ਮੈਲ ਉਤਰਦੀ ਜਾਊਗੀ, ਜਿੰਨਾ ਅਸੀਂ ਨੇੜੇ ਹੁੰਦੇ ਜਾਵਾਂਗੇ, ਜਿੰਨਾ ਨਾਮ ਨਾਲ ਪਿਆਰ ਪਾਉਂਦੇ ਜਾਵਾਂਗੇ ਗੁਰਮੁਖ ਪਿਆਰਿਓ, ਓਨਾ ਹੀ ਸਾਡਾ ਮਨ ਮੰਨਦਾ ਜਾਊਗਾ ਆਟੋਮੈਟਿਕਲੀ, ਸਹਿਜ ਸੁਭਾਏ। ਓਨਾ ਹੀ ਜੋ ਸਾਡਾ ਸਫ਼ਰ ਹੈ, ਠੀਕ ਹੈ ਜੀ, ਉਹ ਅੱਗੇ ਉਹ ਸਫ਼ਰ ਜੋ ਹੈ ਸਾਡਾ ਉਹ ਸੌਖਾ ਹੁੰਦਾ ਜਾਊਗਾ। ਸੋ ਗੁਰਮੁਖ ਪਿਆਰਿਓ, ਸਾਡਾ ਮਨ ਇਸ ਕਦਰ ਮੰਨ ਜਾਊਗਾ ਕਿ ਸਾਡੇ ਅੰਦਰ ਵਿਸ਼ਵਾਸ ਪੈਦਾ ਹੁੰਦਾ ਜਾਊਗਾ। ਜਦੋਂ ਸਾਡੇ ਅੰਦਰ ਵਿਸ਼ਵਾਸ ਪੈਦਾ ਹੁੰਦਾ ਜਾਊਗਾ ਗੁਰਮੁਖ ਪਿਆਰਿਓ, ਸਾਡੇ ਅੰਦਰ ਸਾਨੂੰ ਪਤਾ ਹੀ ਨਹੀਂ ਚੱਲਣਾ ਸਹਿਜ ਸੁਭਾਏ ਕਿ ਕਦੋਂ ਸਾਡਾ ਮਾਲਕ ਦੇ ਨਾਲ ਪਿਆਰ ਪੈ ਗਿਆ। ਜਦੋਂ ਸਾਡਾ ਮਾਲਕ ਦੇ ਨਾਲ ਪਿਆਰ ਪੈ ਜਾਂਦਾ ਆ ਗੁਰਮੁਖ ਪਿਆਰਿਓ, ਤੇ ਫਿਰ ਇਹ ਜੋ ਮਨ ਹੈ ਇਹ ਫਿਰ ਦੁਬਾਰਾ ਤ੍ਰੈ ਗੁਣਾ ਦੇ ਵਿੱਚ ਵਪਾਰ ਨਹੀਂ ਕਰਦਾ। ਫਿਰ ਉਹਨੂੰ ਪਤਾ ਚੱਲਦਾ ਵੀ ਕਾਲ ਮੈਨੂੰ ਧੱਕੇ ਨਾਲ ਵਿਚਾਰ ਦਿੰਦਾ। ਫਿਰ ਗੁਰਮੁਖ ਪਿਆਰਿਓ, ਮਾਲਕ ਇੰਨੀ ਕਿਰਪਾ ਕਰ ਦਿੰਦੇ ਆ ਆਪਣੇ ਤੇ ਕਿ ਸਾਨੂੰ ਕਾਲ ਤੋਂ ਵੀ ਸਾਡੀ ਰੱਖਿਆ ਕਰਦੇ ਆ, ਠੀਕ ਆ ਜੀ। ਫਿਰ ਅਸੀਂ ਮਨ ਕਰਕੇ ਹਮੇਸ਼ਾ ਜਾਗਤ ਅਵਸਥਾ ਦੇ ਵਿੱਚ ਰਹਿੰਦੇ ਆ, ਕਿਉਂਕਿ ਮਹਾਰਾਜ ਸਾਨੂੰ ਕਹਿ ਰਹੇ ਨਾ ਵੀ ਅੰਗੀਕਾਰ ਕਰਦੇ ਨੇ ਮਾਲਕ ਸਾਡਾ ਹਰ ਪਲ ਹਰ ਛਿਨ ਮਾਲਕ ਦੇ ਵੱਲੋਂ ਹੀ ਸਾਨੂੰ ਇਹ ਖੇਡ ਖਿਡਾਇਆ ਜਾ ਰਿਹਾ ਗੁਰਮੁਖ ਪਿਆਰਿਓ। ਸਾਨੂੰ ਨਹੀਂ ਹੁਣ ਪਤਾ ਚੱਲਦਾ ਕਿਉਂਕਿ ਸਾਡਾ ਮਨ ਕਦੇ ਜਾਗਦਾ ਕਦੇ ਫਿਰ ਸੌਂ ਜਾਂਦਾ, ਕਦੇ ਜਾਗਦਾ ਕਦੇ ਫਿਰ ਸੌਂ ਜਾਂਦਾ। ਫਿਰ ਹੌਲੀ ਮਾਲਕ ਸਹਿਜ ਸੁਭਾਏ ਸਾਡੇ ਤੇ ਕਿਰਪਾ ਕਰਦੇ ਜਾਂਦੇ ਨੇ ਸਾਡੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ, ਠੀਕ ਆ ਜੀ। ਵੀ ਕਿੰਨਾ ਕੁ ਹੀ ਮਨ ਬੱਚਾ ਤਿਆਰ ਹੋਇਆ, ਕਿੰਨਾ ਕੁ ਮਨ ਬੱਚਾ ਤਿਆਰ ਹੋਇਆ, ਓਨੀ ਹੋਰ ਕਿਰਪਾ ਉਹ ਨਿਧਾਨ ਖਜ਼ਾਨਾ ਸਾਨੂੰ ਬਖਸ਼ਦੇ ਜਾਂਦੇ ਆ। ਫਿਰ ਗੁਰਮੁਖ ਪਿਆਰਿਓ, ਜਦੋਂ ਸਾਡਾ ਮਨ ਮੰਨ ਗਿਆ ਨਾ, ਜਦੋਂ ਸਾਡਾ ਪਿਆਰ ਪੈ ਗਿਆ, ਪਿਆਰ ਨਾ ਤਾਂ ਪਾਉਣਾ ਸਾਡੇ ਹੱਥ ਦੇ ਵਿੱਚ ਆ, ਠੀਕ ਆ ਜੀ, ਕਿਉਂਕਿ ਮਾਲਕ ਦੇ ਵੱਲੋਂ ਹੀ ਚੁਣ ਕੇ, ਮਾਲਕ ਦੇ ਵੱਲੋਂ ਹੀ ਸਾਨੂੰ, ਮਾਲਕ ਦਾ ਅਥਾਹ ਜੋ ਪਿਆਰ, ਮਾਲਕ ਸਾਨੂੰ ਬਹੁਤ ਪਿਆਰ ਕਰਦੇ, ਜਿੱਡਾ ਵੱਡਾ ਉਹ ਆਪ ਆ ਓਨਾ ਹੀ ਵੱਡਾ ਉਹਦਾ ਪਿਆਰ ਆ। ਉਹਦੇ ਵਿੱਚੋਂ ਸਾਨੂੰ ਇੱਕ ਬੂੰਦ, ਸਾਨੂੰ ਉਹ ਨਾਮ ਦੀ, ਉਹ ਪਿਆਰ ਦੀ ਸਾਡੇ ਅੰਦਰ ਉਹ ਮਿਲ ਜਾਂਦੀ ਸਾਨੂੰ, ਉਸ ਮੁਹੱਬਤ ਦੀ, ਠੀਕ ਆ ਜੀ। ਤੇ ਫਿਰ ਗੁਰਮੁਖ ਪਿਆਰਿਓ, ਸਾਡਾ ਗੁਜ਼ਾਰਾ ਨਹੀਂ ਹੁੰਦਾ ਮਾਲਕ ਤੋਂ ਬਿਨਾਂ। ਫਿਰ ਅਸੀਂ ਇੱਕੋ ਹੀ ਸਾਡਾ ਮਨ, ਕਿਉਂਕਿ ਹਰ ਵਕਤ ਜਾਗਤ ਅਵਸਥਾ 'ਚ ਆ, ਫਿਰ ਸਾਨੂੰ ਸੱਚੀ ਮੁੱਚੀ ਅੰਗੀਕਾਰ ਕਰਦੇ ਹੋਏ ਵੀ ਮਾਲਕ ਸਾਨੂੰ ਹਮੇਸ਼ਾ ਹੀ ਅੰਗੀਕਾਰ ਕਰਦੇ ਹੋਏ ਸਾਨੂੰ ਉਹ ਨਜ਼ਰ ਆਉਂਦੇ। ਅਸੀਂ ਸਿਮਰਨ ਕਰ ਰਹੇ ਹਾਂ, ਬੇਨਤੀ ਕੀਤੀ ਮਾਲਕ ਦੇ ਅੱਗੇ ਕਿ ਸੱਚੇ ਪਾਤਸ਼ਾਹ ਦਰ ਤੇ ਹਾਜ਼ਰੀ ਪ੍ਰਵਾਨ ਕਰਿਓ, ਸਾਡਾ ਦਰ ਤੇ ਆਸਣ ਲੱਗ ਜਾਵੇ। ਗੁਰਮੁਖ ਪਿਆਰਿਓ, ਇਹ ਜੋ ਕਾਲ ਹੈ ਇਹ ਵੀ ਸ਼ਰਾਰਤ ਕਰਦਾ ਕਿਉਂਕਿ ਉਹ ਵੀ ਦਰ ਤੇ ਬੈਠਾ ਆ। ਤੇ ਗੁਰਮੁਖ ਪਿਆਰਿਓ, ਕਈ ਵਾਰ ਸਾਨੂੰ ਬੈਠਣ ਨਹੀਂ ਦਿੰਦਾ ਦਰ ਤੇ, ਠੀਕ ਆ ਜੀ। ਤੇ ਅਸੀਂ ਕਈ ਵਾਰ, ਸਾਨੂੰ ਪਤਾ ਹੀ ਨਹੀਂ ਲੱਗਦਾ ਸਹਿਜ ਸੁਭਾਈ, ਕਈ ਵਾਰ ਅਸੀਂ ਕਿਸੇ ਵਿਚਾਰ 'ਚ ਚਲੇ ਜਾਂਦੇ ਹਾਂ, ਹਜੇ ਅਸੀਂ ਵਿਚਾਰ 'ਚ ਜਾਣ ਹੀ ਲੱਗਦੇ ਹਾਂ ਕਿ ਸਾਡੇ ਨਾਲ ਇਸ ਤਰੀਕੇ ਦਾ ਕੁਛ ਹੋ ਜਾਂਦਾ ਆ, ਇੱਕ ਛਿਨ ਪਲ ਦੇ ਵਿੱਚ ਸਾਨੂੰ ਵਿਚਾਰ ਦੇ ਰਾਹੀਂ ਸੋਝੀ ਮਿਲ ਜਾਂਦੀ ਆ ਵੀ ਤੂੰ ਲੱਗਾ ਸੀ ਦਰ ਛੱਡਣ। ਇੰਨਾ ਜ਼ਿਆਦਾ ਨੇੜੇ ਹੋ ਕੇ ਵਰਤਦੇ ਨੇ ਮਾਲਕ ਸਾਡੇ ਨਾਲ, ਠੀਕ ਆ ਜੀ। ਫਿਰ ਉਸ ਤੋਂ ਬਾਅਦ ਨਾਮ ਨੂੰ ਸੁਣਦੇ ਆ, ਠੀਕ ਆ ਜੀ। ਮਾਲਕ ਦੀ ਕਿਰਪਾ ਦੇ ਦੁਆਰਾ ਹੀ ਅਸੀਂ ਨਾਮ ਨੂੰ ਸੁਰਤ ਦੇ ਨਾਲ ਸੁਣ ਸਕਦੇ ਹਾਂ ਅਫੁਰ ਅਵਸਥਾ ਦੇ ਵਿੱਚ। ਫਿਰ ਮਾਲਕ ਆਪਦੇ ਮਨ ਬੱਚੇ ਦੀ ਇੰਨੀ ਜ਼ਿਆਦਾ ਰੱਖਿਆ ਕਰਦੇ ਨੇ ਕਿ ਅਸੀਂ ਹਜੇ ਵਿਚਾਰਾਂ 'ਚ ਜਾਣਾ ਹੁੰਦਾ ਆ, ਸਾਨੂੰ ਪਹਿਲਾਂ ਹੀ ਅਲਰਟ ਕਰ ਦਿੰਦੇ ਨੇ ਵੀ ਪੁੱਤ ਤੂੰ ਲੱਗਾ ਜਾਣ ਵਿਚਾਰਾਂ 'ਚ, ਤੇ ਮਨ ਨੂੰ ਸੋਝੀ ਦੇ ਕੇ ਫਿਰ ਗ੍ਰਿਪ ਟਾਈਪ ਇੱਕ ਹੋ ਜਾਂਦਾ, ਰੱਖਿਆ ਚੱਕਰ। ਸਾਨੂੰ ਸਾਰਾ ਕੁਝ ਜਣਾਇਆ ਜਾਂਦਾ ਮਾਲਕ ਦੇ ਵੱਲੋਂ ਕਿ ਤੁਸੀਂ ਰੱਖਿਆ ਚੱਕਰ ਦੇ ਹੁਕਮ ਦੇ ਘੇਰੇ ਦੇ ਅੰਦਰ ਹੋ। ਫਿਰ ਗੁਰਮੁਖ ਪਿਆਰਿਓ, ਇਹ ਇੱਕ ਮਹਾ ਆਨੰਦ ਦੀ ਅਵਸਥਾ ਆ ਕਿ ਤੁਸੀਂ ਮਾਲਕ ਦੀ ਗੋਦ 'ਚ ਬੈਠ ਕੇ ਖੇਡ ਰਹੇ ਹੋ। ਸਾਰੇ ਦਾ ਸਾਰਾ ਜੋ ਖੇਡ ਹੈ ਮਾਲਕ ਦੇ ਵੱਲੋਂ ਤੁਹਾਨੂੰ ਖਿਡਾਇਆ ਜਾਂਦਾ, ਫਿਰ ਤੁਸੀਂ ਗੋਦ 'ਚ ਬੈਠ ਕੇ ਉਹ ਖੇਡ ਆਨੰਦ ਦੀ ਅਵਸਥਾ ਦੇ ਵਿੱਚ ਖੇਡ ਰਹੇ ਹੋ। ਇਹ ਤਾਂ ਵਾਹਿਗੁਰੂ, ਅਸੀਂ ਸਿਮਰਨ ਕਰਨ ਦੀ ਗੱਲ ਕਰਦੇ, ਕਈ ਵਾਰ ਗੁਰਮੁਖ ਪਿਆਰਿਓ ਜਦੋਂ ਅਸੀਂ
ਜਿਹਨੂੰ ਅਸੀਂ ਕਹਿੰਦੇ ਵੀ ਅਸੀਂ ਸੌਂ ਗਏ, ਠੀਕ ਆ ਜੀ। ਤੇ ਜਦੋਂ ਅਸੀਂ ਸਹਿਜ ਦੇ ਵਿੱਚ ਵੀ ਜਾਂਦੇ ਆ ਨਾ, ਕਈ ਵਾਰ ਉੱਥੇ ਵੀ ਕਾਲ ਸਾਡੇ ਨਾਲ ਸ਼ਰਾਰਤ ਕਰਦਾ, ਜਦੋਂ ਅਸੀਂ ਸੁਣਨ 'ਚ ਵੀ ਜਾਂਦੇ ਆ, ਠੀਕ ਆ ਜੀ। ਫਿਰ ਕਈ ਵਾਰ ਉਹ ਸਾਨੂੰ ਭਵ ਸਾਗਰ ਦੇ ਵਿੱਚ ਕੋਸ਼ਿਸ਼ ਕਰਦਾ ਵੀ ਅਸੀਂ ਉੱਧਰ ਜਾਈਏ। ਇਹ ਵੀ ਇੱਕ ਪ੍ਰੈਕਟੀਕਲ ਹੁੰਦਾ ਆ। ਗੁਰਮੁਖ ਪਿਆਰਿਓ, ਮਾਲਕ ਉੱਥੋਂ ਵੀ ਸਾਨੂੰ ਕੱਢਦੇ ਆ, ਠੀਕ ਹੈ ਜੀ। ਉੱਥੋਂ ਵੀ ਇਮੀਡੀਏਟਲੀ ਸਾਨੂੰ ਜਣਾਇਆ ਜਾਂਦਾ, ਸਾਨੂੰ ਉੱਥੋਂ ਵੀ ਭਵ ਸਾਗਰ ਚੋਂ ਕੱਢਿਆ ਜਾਂਦਾ। ਹਰ ਤਰੀਕੇ ਦੇ ਨਾਲ, ਹਰ ਪੈਰ ਤੇ ਸਾਡੀ ਮਾਲਕ ਦੇ ਵੱਲੋਂ ਰੱਖਿਆ ਕੀਤੀ ਜਾਂਦੀ ਸੀ। ਗੁਰਮੁਖ ਪਿਆਰਿਓ, ਜਦੋਂ ਇਹ ਛੋਟੇ ਛੋਟੇ ਪ੍ਰੈਕਟੀਕਲ ਹੁੰਦੇ ਆਪਣੇ ਨਾਲ, ਤੇ ਫੇਰ ਹੀ ਸਾਡਾ ਮਾਲਕ ਦੇ ਨਾਲ ਪਿਆਰ ਗੂੜਾ ਹੁੰਦਾ ਜਾਂਦਾ। ਫੇਰ ਸਾਡਾ ਰਿਸ਼ਤਾ ਜਿਹੜਾ ਆ ਉਹ ਮਾਲਕ ਦੇ ਨਾਲ ਜੁੜਦਾ ਜਾਂਦਾ, ਗੂੜਾ ਹੁੰਦਾ ਜਾਂਦਾ। ਵੀ ਹੈ ਕੋਈ ਜੋ ਸਾਡੀ ਸੁਰਤੀ ਦੇ ਖੇਡ ਨੂੰ ਜਾਣ ਸਕਦਾ ਆ? ਇੱਕ ਮਾਲਕ ਹੀ ਆ, ਮਾਲਕ ਦਾ ਹੀ ਪਿਆਰ ਸੱਚਾ ਆ, ਮਾਲਕ ਦਾ ਹੀ ਇੱਕ ਐਡਾ ਵੱਡਾ ਹੈ ਜਿਗਰਾ ਆ ਕਿ ਜਿਹੜੇ ਸਾਨੂੰ ਇੰਨਾ, ਉਹਨਾਂ ਦਾ ਸੁਭਾਅ ਆ ਬਖਸ਼ਣ ਵਾਲਾ, ਕਿ ਉਹ ਸਾਨੂੰ ਹਰ ਪੈਰ ਤੇ ਸਾਡੀ ਰੱਖਿਆ ਕਰਦੇ। ਫਿਰ ਸਾਨੂੰ ਫੀਲ ਹੀ ਨਹੀਂ ਹੁੰਦੀ ਇਹ ਅਗਨ, ਕਿਉਂਕਿ ਸਾਨੂੰ ਵਿਸ਼ਵਾਸ ਆ ਜਾਂਦਾ ਵੀ ਹੈ ਮਾਲਕ ਦੀ ਹੋਂਦ ਹਰ ਪਲ ਹਰ ਵਕਤ ਸਾਡੇ ਨਾਲ ਹੈ। ਸੋ ਗੁਰਮੁਖ ਪਿਆਰਿਓ, ਜਿਵੇਂ ਹੀ ਅਸੀਂ ਨਾਮ ਨੂੰ, ਇੱਕ ਕਿੱਥੋਂ ਸ਼ੁਰੂ ਹੁੰਦੀ ਮਨ ਦੀ ਭਗਤੀ? ਨਾਮ ਨੂੰ ਸੁਣਨ ਤੋਂ ਬਾਅਦ। ਕਿਉਂਕਿ ਗੁਰਮੁਖ ਪਿਆਰਿਓ, ਨਾਮ ਕੋਈ ਛੋਟੀ ਮੋਟੀ ਚੀਜ਼ ਨਹੀਂ ਹੈਗੀ। ਅਕਾਲ ਪੁਰਖ ਵਾਹਿਗੁਰੂ ਜੀ ਦੇ ਮੁਖ ਦੀ ਆਵਾਜ਼ ਨੂੰ ਨਾਮ ਕਿਹਾ ਗਿਆ ਗੁਰਮੁਖ ਪਿਆਰਿਓ। ਸੋ ਮਾਲਕ ਦੇ ਮੁਖ ਦੀ ਆਵਾਜ਼, ਅਸੀਂ ਤਾਂ ਮਾਲਕ ਨੂੰ ਬਹੁਤ ਟਾਈਮ ਤੋਂ ਆਵਾਜ਼ਾਂ ਮਾਰ ਰਹੇ ਆ ਨਾ ਸੋਝੀ ਹੋਣ ਕਰਕੇ, ਕਾਲ ਦੇ ਅੰਡਰ, ਇਸ ਲੋਕ ਦੇ ਹੀ ਖੇਡ ਨੂੰ ਤੱਕ ਸੀਮਤ ਰਹਿ ਕੇ। ਹੁਣ ਗੁਰਮੁਖ ਪਿਆਰਿਓ, ਮਾਲਕ ਨੇ ਆਪਣੇ ਤੇ ਕਿਰਪਾ ਕਰਕੇ ਸਾਨੂੰ ਆਪਦੀ ਆਵਾਜ਼ ਸੁਣਾ ਰਹੇ ਨੇ। ਹੁਣ ਅਸੀਂ ਉਸ ਆਵਾਜ਼ ਦੇ ਨਾਲ ਇੰਨਾ ਪਿਆਰ ਪਾਉਣਾ ਕਿ ਅਸੀਂ ਸੁਰਤੀ ਦੇ ਦੁਆਰਾ ਪਿਆਰ ਦੇ ਨਾਲ ਵੱਧ ਤੋਂ ਵੱਧ ਨਾਮ ਦੀ ਸੇਵਾ ਕਰਨੀ ਆ। ਨਾਮ ਦੇ ਵਿੱਚ ਸਮਾਉਣਾ ਅਸੀਂ ਸਿੱਖਣਾ। ਜਿੰਨਾ ਟਾਈਮ ਅਸੀਂ ਉੱਥੇ ਨਾਮ ਦੀ ਸੇਵਾ ਨਹੀਂ ਕਰਦੇ, ਸਾਨੂੰ ਨਾਮ ਦੀ ਇੰਪੋਰਟੈਂਸ, ਨਾਮ ਦੀ ਮਹਿਮਾ ਪਤਾ ਨਹੀਂ ਚੱਲਦੀ। ਸੋ ਜਦੋਂ ਅਸੀਂ ਨਾਮ ਨੂੰ ਸੁਣਦੇ ਜਾਂਦੇ ਹਾਂ, ਸਾਡਾ ਇਸ਼ਨਾਨ ਸਾਡੀ ਸੁਰਤੀ ਦਾ ਹੁੰਦਾ ਜਾਂਦਾ ਨਾਮ ਦੇ ਨਾਲ ਲੱਗ ਕੇ ਗੁਰਮੁਖ ਪਿਆਰਿਓ। ਫਿਰ ਜਦੋਂ ਸਾਡੇ ਮਨ ਦੀ ਮੈਲ ਉਤਰਦੀ ਆ, ਮਾਲਕ ਵੀ ਦੇਖਦੇ ਆ ਕਿ ਬੱਚਾ ਤਿਆਰ ਹੋ ਰਿਹਾ ਆ ਨਾਮ 'ਚ ਸਮਾਉਣ ਦੇ ਲਈ। ਸੋ ਗੁਰਮੁਖ ਪਿਆਰਿਓ, ਨਾਮ 'ਚ ਜਦੋਂ ਸੁਰਤ ਸਮਾਉਂਦੀ ਆ, ਤਾਂ ਜੋ ਅਵਸਥਾ ਨਾਮ 'ਚ ਸੁਰਤ ਸਮਾਉਣ ਤੋਂ ਬਾਅਦ ਆਨੰਦ ਮਿਲਦਾ, ਉਹਨੂੰ ਸ਼ਬਦਾਂ ਦੇ ਵਿੱਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਉਹ ਇੱਕ ਬਹੁਤ ਹੀ ਵੱਡੇ ਆਨੰਦ ਦੀ ਗੱਲ ਆ, ਠੀਕ ਹੈ ਜੀ। ਉਹ ਕਿਉਂਕਿ ਗੁਰਬਾਣੀ ਗੁਰੂ 'ਚ ਸਾਨੂੰ ਦੱਸਿਆ ਵੀ ਗੂੰਗੇ ਦੀ ਮਠਿਆਈ ਵਾਲਾ ਹਾਲ ਆ। ਵੀ ਹੁਣ ਗੂੰਗਾ ਮਠਿਆਈ ਖਾਣ ਤੋਂ ਬਾਅਦ ਕਿਵੇਂ ਦੱਸੇ ਕਿ ਇਹਦਾ ਕੀ ਸਵਾਦ ਆਇਆ ਮੈਨੂੰ। ਸੋ ਇਸ ਤਰੀਕੇ ਦੇ ਨਾਲ ਫਿਰ ਸਾਡਾ ਤਨ ਮਨ ਜੋ ਹੈ ਉਹ ਭਿੱਜ ਜਾਂਦਾ ਮਾਲਕ ਦੇ ਪਿਆਰ ਦੇ ਵਿੱਚ। ਹੁਣ ਜਦੋਂ ਅਸੀਂ ਨਾਮ 'ਚ ਸਮਾਉਂਦੇ ਆ, ਠੀਕ ਆ ਜੀ, ਨਾਮ 'ਚ ਸਮਾਉਣ ਤੋਂ ਬਾਅਦ ਨਾਮ ਸਾਨੂੰ ਕਿੱਥੇ ਲੈ ਕੇ ਜਾਂਦਾ? ਜਿੱਥੋਂ ਨਾਮ ਆਇਆ ਭਾਵ ਮਾਲਕ ਤੋਂ, ਮਾਲਕ ਦੇ ਮੁਖ ਦੀ ਆਵਾਜ਼ ਆ। ਤੇ ਫਿਰ ਸਾਨੂੰ ਮਾਲਕ ਦੇ ਸਨਮੁਖ ਕਰ ਦਿੱਤਾ ਜਾਂਦਾ ਆ। ਸਾਨੂੰ ਸਾਡਾ ਜੋ ਨਿੱਜ ਸਰੂਪ ਆ, ਜੋ ਆਤਮਕ ਸਾਡੀ ਜੋਤ ਆ, ਸਾਨੂੰ ਉਹਦੇ ਨਾਲ ਸਾਡੀ ਪਛਾਣ ਕਰਵਾਈ ਜਾਂਦੀ ਆ, ਠੀਕ ਆ ਜੀ। ਫਿਰ ਜਦੋਂ ਮਨ ਆਤਮਕ ਤਲ ਤੇ ਰਹਿੰਦਾ ਆ, ਉਦੋਂ ਫਿਰ ਉਹ ਜਾਗਤ ਆ, 100% ਅਲਰਟ ਆ। ਤੇ ਗੁਰਮੁਖ ਪਿਆਰਿਓ, ਫਿਰ ਉਹ ਆਪਦੀ ਮਰਜ਼ੀ ਦੇ ਨਾਲ ਤ੍ਰੈ ਗੁਣਾਂ 'ਚੋਂ ਵਪਾਰ ਕਰੇਗਾ। ਇਹ ਇੱਕ ਬਹੁਤ ਹੀ ਆਨੰਦ ਦੀ ਅਵਸਥਾ ਆ ਵੀ ਡਰ ਹੀ ਨਹੀਂ ਰਹਿੰਦਾ। ਫਿਰ ਉਹ ਨਿਰਭਉ ਦੀ ਅਵਸਥਾ ਤੇ ਆ ਜਾਂਦਾ, ਨਿਰਭਉ ਹੋ ਜਾਂਦਾ ਮਨ। ਸੋ ਗੁਰਮੁਖ ਪਿਆਰਿਓ, ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਦੱਸਿਆ ਗਿਆ, ਨਾਦ ਸਮਾਈਲੋ ਰੇ ਸਤਿਗੁਰ ਭੇਟੀਲੇ ਦੇਵਾ। ਵੀ ਮਾਲਕ ਦੇ ਨਾਲ ਭੇਟਾ ਕਰਨੀ ਆ, ਨਾਦ ਦੇ ਵਿੱਚ ਸਮਾ ਕੇ। ਸੋ ਦੇਖੋ, ਨਾਦ ਨੂੰ, ਨਾਮ ਨੂੰ ਕਿੰਨੀ ਜ਼ਿਆਦਾ ਮਾਲਕ ਨੇ ਮਹਿਮਾ ਦਿੱਤੀ ਕਿ ਨਾਮ ਦੇ ਵਿੱਚ ਜਦੋਂ ਤੁਸੀਂ ਸਮਾਉਂਦੇ ਆ, ਤੁਹਾਡੀ ਅਵਸਥਾ ਚੇਂਜ ਹੋ ਜਾਂਦੀ। ਤੁਹਾਡੇ ਮਨ ਦੀ ਜੋ ਸਥਿਤੀ ਆ ਉਹ ਚੇਂਜ ਹੋ ਜਾਂਦੀ ਆ, ਬਿਲਕੁਲ ਟੋਟਲੀ ਆਨੰਦ ਦੀ ਅਵਸਥਾ ਤੇ ਰਹਿੰਦਾ ਮਨ। ਫਿਰ ਉਹ ਮਨ ਆਪਦੀ ਮਰਜ਼ੀ ਦੇ ਨਾਲ ਵਪਾਰ ਕਰਦਾ ਵੀ ਉਹਨੂੰ ਜ਼ਰੂਰਤ ਆ ਰਜੋ ਗੁਣ, ਤਮੋ ਗੁਣ, ਸਤੋ ਗੁਣ, ਤਿੰਨਾਂ ਤੋਂ। ਕਿਉਂਕਿ ਸਰੀਰਕ ਕਰਕੇ ਸਵਾਸ ਮਿਲੇ ਹੋਏ ਨੇ, ਅਸੀਂ ਇੱਧਰ ਵੀ ਵਿਚਰਨਾ ਹੁੰਦਾ। ਫਿਰ ਉਹ ਹੁਕਮ 'ਚ ਰਹਿਣਾ ਸਿੱਖ ਜਾਂਦਾ। ਹੁਕਮ 'ਚ ਰਹਿੰਦਿਆਂ ਹੋਇਆ, ਠੀਕ ਹੈ ਜੀ, ਨਾਮ ਨੂੰ ਸੁਣਦਿਆਂ ਹੋਇਆ, ਨਾਮ 'ਚ ਸਮਾਉਂਦਿਆਂ ਹੋਇਆ, ਠੀਕ ਹੈ ਜੀ। ਕਿਉਂਕਿ ਫਿਰ ਮਾਲਕ ਦੀ ਕਿਰਪਾ ਦੇ ਦੁਆਰਾ ਜਦੋਂ ਸੁਰਤੀ ਸ਼ਬਦ ਦੇ ਵਿੱਚ ਸਮਾਉਂਦੀ ਆ, ਮਾਲਕ ਦੇ ਵੱਲੋਂ ਫਿਰ ਭਰੋਸਾ ਕਰਕੇ ਖਜ਼ਾਨਾ ਖੋਲ ਦਿੱਤਾ ਜਾਂਦਾ ਅੱਗੇ, ਠੀਕ ਹੈ ਜੀ। ਫਿਰ ਸਾਨੂੰ ਸੁਣਨ ਦੀ ਲੋੜ ਨਹੀਂ, ਸਾਡੇ ਅੰਦਰ ਵਸ ਜਾਂਦਾ, ਸਾਡੇ ਹਿਰਦੇ ਦੇ ਵਿੱਚ ਉਹ ਨਾਮ ਵਸ ਜਾਂਦਾ। ਸਾਨੂੰ ਜ਼ੋਰ ਲਾ ਕੇ ਸੁਣਨ ਦੀ ਲੋੜ ਨਹੀਂ ਪੈਂਦੀ। ਅਸੀਂ ਸਹਿਜ ਸੁਭਾਏ ਨਾਮ ਰੂਪ ਹੋ ਜਾਂਦੇ ਹਾਂ। ਸਾਡੀ ਜੋ ਸੁਰਤੀ ਆ ਨਾ, ਉਹ ਸਹਿਜ ਸੁਭਾਏ ਹੀ ਨਾਮ ਰੂਪ ਹੋ ਜਾਂਦੀ ਆ। ਮਾਲਕ ਦੇ ਜੋ ਗੁਣ ਆ, ਫਿਰ ਨਾਮ ਰੂਪ ਹੋਈ ਸੁਰਤੀ ਦੇ ਅੰਦਰ ਮਾਲਕ ਦੇ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ। ਜਦੋਂ ਮਨ ਨਾਮ ਰੂਪ ਹੋ ਗਿਆ,
ਫਿਰ ਉਹ ਮਾਲਕ ਦੇ ਨਾਲ ਜਦੋਂ ਮਿਲਾਪ ਕਰਦਾ, ਉਹ ਆਪ ਦਾ ਨਿੱਜ ਸਰੂਪ ਵੀ ਤਿਆਗ ਦਿੰਦਾ। ਕਿਉਂਕਿ ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਦੱਸਿਆ ਗਿਆ, ਹਰ ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ, ਜਿਉ ਜਲ ਹੀ ਵਿਖੇ ਸਮਾਏ। ਸੋ ਫਿਰ ਉਹ ਆਪਦਾ ਸੂਖਮ ਜੋ ਹੈ ਉਹ ਫਿਰ ਆਤਮਕ ਜੋ ਜੋਤ ਹੈ, ਜੋਤ ਰੂਪ ਹੋ ਜਾਂਦਾ। ਕਿਉਂਕਿ ਮਾਲਕ ਕੀ ਨੇ? ਪ੍ਰਕਾਸ਼ ਰੂਪ। ਸੋ ਸਾਡਾ ਜੋ ਮਨ ਹੈ ਉਹ ਕੀ ਹੈ? ਜੋਤ ਰੂਪ। ਸੋ ਸਾਡਾ ਮਨ ਜਦੋਂ ਜੋਤ ਰੂਪ ਹੋ ਜਾਂਦਾ ਗੁਰਮੁਖ ਪਿਆਰਿਓ, ਮਾਲਕ ਦੇ ਵਰਗਾ ਹੀ ਹੋ ਗਿਆ। ਤੇ ਮਾਲਕ ਕੀ ਨੇ? ਦਰਸ਼ਕ। ਮਾਲਕ ਜੋ ਸਾਰਾ ਖੇਡ ਦਰਸ਼ਕ ਨੇ, ਸਾਡਾ ਖੇਡ ਦੇਖ ਰਹੇ ਨੇ ਮਾਲਕ। ਤੇ ਫਿਰ ਮਨ ਨੂੰ ਨਵਾਜਿਆ ਜਾਂਦਾ ਮਾਲਕ ਦੇ ਵੱਲੋਂ, ਉਹਨੂੰ ਵੀ ਦਰਸ਼ਕ ਰੂਪ ਬਣਾ ਕੇ, ਕਿਉਂਕਿ ਉਹ ਖੇਡ ਨੂੰ ਜਿੱਤਦਾ ਆ। ਜਦੋਂ ਉਹ ਖੇਡ ਨੂੰ ਜਿੱਤਦਾ ਆ, ਫਿਰ ਮਾਲਕ ਦੇ ਵੱਲੋਂ ਉਹਨੂੰ ਵੀ ਦਰਸ਼ਕ ਰੂਪ ਦੇ ਵਿੱਚ ਭੇਜਿਆ ਜਾਂਦਾ ਖੇਡ ਨੂੰ ਦੇਖਣ ਦੇ ਲਈ। ਤੇ ਗੁਰਮੁਖ ਪਿਆਰਿਓ, ਉਸ ਅਵਸਥਾ ਦੇ ਵਿੱਚ ਫਿਰ ਉਹ ਦੇਖਦਾ ਆ ਵੀ ਕਾਲ, ਫਿਰ ਸੱਚੀ ਮੁੱਚੀ ਕਾਲ ਨੂੰ ਮਹਿਸੂਸ ਕਰਦਾ, ਪੰਜਾਂ ਨੂੰ ਮਹਿਸੂਸ ਕਰਦਾ। ਫਿਰ ਗੁਰਮੁਖ ਪਿਆਰਿਓ, ਮਾਲਕ ਦੇ ਵੱਲੋਂ ਖਜ਼ਾਨਾ ਇੰਨਾ ਭਰਪੂਰ ਤਰੀਕੇ ਨਾਲ ਵੱਡਾ ਦੇ ਦਿੱਤਾ ਜਾਂਦਾ ਉਸ ਮਨ ਨੂੰ, ਉਸ ਗੁਰਮੁਖ ਮਨ ਨੂੰ ਗੁਰਮੁਖ ਪਿਆਰਿਓ, ਵੀ ਉਹ ਫਿਰ ਆਪਦੀ ਮਰਜ਼ੀ ਦੇ ਨਾਲ ਯੂਜ਼ ਕਰਦਾ ਆ ਇਹਨਾਂ ਨੂੰ, ਪੰਜਾਂ ਨੂੰ। ਮਾਲਕ ਦੇ ਵੱਲੋਂ ਇਹਨਾਂ ਨੂੰ ਹੁਕਮ ਕੀਤਾ ਜਾਂਦਾ ਵੀ ਤੁਸੀਂ ਬੱਚੇ ਦੇ ਅੰਡਰ ਹੋ ਜਾਓ। ਫਿਰ ਉਹਨੂੰ ਕੋਈ ਵਿਚਾਰ ਜਿਹੜਾ ਉਹ ਇਹ ਧੱਕੇ ਨਾਲ ਨਹੀਂ ਦੇ ਸਕਦੇ। ਫਿਰ ਉਹ ਆਪਦੀ ਮਰਜ਼ੀ ਦੇ ਨਾਲ ਵਪਾਰ ਕਰੇਗਾ, ਰਜੋਗੁਣ ਤੇ ਜਾਏਗਾ ਮਾਲਕ ਦੇ ਹੁਕਮ 'ਚ, ਮਾਲਕ ਨੂੰ ਸਨਮੁਖ ਰੱਖ ਕੇ। ਮਾਲਕ ਨੂੰ ਉਹ ਫਿਰ ਮਨ ਕਦੇ ਨਹੀਂ ਭੁੱਲਦਾ, ਮਾਲਕ ਨੂੰ ਸਨਮੁਖ ਰੱਖ ਕੇ, ਕਿਉਂਕਿ ਉਸਨੂੰ ਪਤਾ ਚੱਲ ਗਿਆ ਕਿ ਰਤਨ ਕਮਲ ਕੋਠੜੀ, ਚਮਕਾਲ ਬੀਜਲ ਤਹੀ, ਨੀਰੈ ਨਾਹੀ ਦੂਰ, ਨਿਜ ਆਤਮੈ ਰਹਿਆ ਭਰਪੂਰ। ਵੀ ਨਿਜ ਆਤਮਾ ਦੇ ਵਿੱਚ ਮੈਂ ਤੇ ਮਨ ਤੇ ਮਾਲਕ ਜੋ ਹੈ ਉਹ ਇੱਕ ਆ। ਦੋਹਾਂ ਦੇ ਵਿੱਚ ਕੋਈ ਭੇਦ ਨਹੀਂ ਹੈਗਾ, ਦੋਨੋਂ ਇੱਕ ਆ। ਇਹ ਕਦੋਂ ਪਤਾ ਚੱਲਦਾ? ਜਦੋਂ ਅਸੀਂ ਆਪਦੀ ਨਿਜ ਆਤਮਾ ਦੀ ਜੋ ਜੋਤ ਆ, ਜੋ ਆਤਮਕ ਜੋਤ ਆ, ਉਸਨੂੰ ਪਛਾਣ ਕੇ ਅਸੀਂ ਆਤਮਕ ਜੋਤ ਹੋ ਜਾਂਦੇ ਆ। ਮਾਲਕ ਦੇ ਵੱਲੋਂ ਇਹ ਪ੍ਰੈਕਟੀਕਲ ਸਾਨੂੰ ਕਰਵਾਇਆ ਜਾਂਦਾ ਵੀ ਤੁਸੀਂ ਆਤਮਕ ਜੋਤ ਹੋ ਕੇ ਹੀ ਮਾਲਕ ਦੇ ਨਾਲ ਮਿਲਾਪ ਕਰ ਸਕਦੇ ਹੋ। ਇੱਥੇ ਸਾਡੀ ਮੱਤ ਜਿਹੜੀ ਆ ਉਹ ਬਹੁਤ ਪਿੱਛੇ ਰਹਿ ਜਾਂਦੀ ਆ। ਸੋ ਗੁਰਮੁਖ ਪਿਆਰਿਓ, ਜਦੋਂ ਇੱਥੇ ਇਸ ਲੈਵਲ ਦਾ ਖੇਡ ਚੱਲਦਾ ਗੁਰਮੁਖ ਪਿਆਰਿਓ, ਸਾਡਾ, ਕਿਉਂਕਿ ਸਾਡਾ ਤਾਂ ਪਹਿਲਾਂ ਹੀ ਸਾਡੀ ਜੋ ਮੱਤ ਆ, ਸਾਡਾ ਜੋ ਅਸੀਂ ਸੋਚਦੇ ਆ ਉਹ ਪਿੱਛੇ ਰਹਿ ਗਿਆ। ਸੋ ਇੱਥੇ ਕੌਣ ਕੰਮ ਕਰਦਾ? ਜੋ ਸਾਡੇ ਅੰਦਰ ਵਸਿਆ ਹੁੰਦਾ, ਜੋ ਸਾਡੀ ਸੁਰਤੀ ਦੇ ਵਿੱਚ ਜੋ ਦ੍ਰਿੜ ਹੋਇਆ ਹੁੰਦਾ। ਸੋ ਗੁਰਮੁਖ ਪਿਆਰਿਓ, ਜੇ ਸਾਡੀ ਸੁਰਤੀ ਦੇ ਵਿੱਚ ਸੱਚ ਵਸ ਗਿਆ ਨਾ, ਤੇ ਸੁਰਤੀ ਜੋ ਹੈ, ਜੋ ਮਨ ਹੈ, ਉਹ ਸੱਚ ਰੂਪ ਹੋ ਜਾਊਗਾ, ਨਾਮ ਰੂਪ ਹੋ ਜਾਊਗਾ, ਸੱਚ ਦਾ ਹੀ ਰੂਪ ਹੋ ਜਾਊਗਾ, ਪ੍ਰਕਾਸ਼ ਰੂਪ ਹੋ ਜਾਊਗਾ। ਤੇ ਗੁਰਮੁਖ ਪਿਆਰਿਓ, ਫਿਰ ਮਾਲਕ ਨੂੰ ਵੀ ਪਤਾ ਆ ਨਾ ਕਿ ਕਿਸ ਕਿਸ ਤਰੀਕੇ ਦੇ ਨਾਲ, ਕਿਵੇਂ ਮਨ ਬੱਚੇ ਨੂੰ ਸਟੇਜ ਬਾਏ ਸਟੇਜ ਸਹਿਜ ਦੇ ਨਾਲ ਮਾਲਕ ਨੇ ਕੱਢਣਾ ਹੁੰਦਾ ਹੈ। ਠੀਕ ਆ ਜੀ। ਫਿਰ ਨਾਮ ਨੂੰ ਦ੍ਰਿੜ ਕਰਵਾਇਆ ਜਾਂਦਾ, ਫਿਰ ਕਿਉਂਕਿ ਪਹਿਲਾਂ ਮਾਲਕ ਦੇ ਵੱਲੋਂ ਸਾਨੂੰ ਖਜ਼ਾਨਾ ਵਰਤਾਇਆ ਜਾਂਦਾ ਮਾਲਕ ਦੇ ਵੱਲੋਂ। ਠੀਕ ਆ ਜੀ। ਨਾਮ ਦਾ ਖਜ਼ਾਨਾ, ਠੀਕ ਆ ਜੀ, ਅੰਮ੍ਰਿਤ ਰਸ ਦਾ ਖਜ਼ਾਨਾ, ਠੀਕ ਆ ਜੀ, ਫਿਰ ਪ੍ਰਕਾਸ਼ ਦਾ ਅੱਗੇ, ਠੀਕ ਆ ਜੀ। ਫਿਰ ਉਸ ਤੋਂ ਬਾਅਦ ਗੁਰਮੁਖ ਪਿਆਰਿਓ, ਸਾਨੂੰ ਦ੍ਰਿੜ ਕਰਵਾਇਆ ਜਾਂਦਾ ਵੀ ਕਿਤੇ ਕੋਈ ਚੂਕ ਨਾ ਰਹਿ ਜਾਵੇ, ਕਿਉਂਕਿ ਇਹ ਖੇਡ ਹੈ ਮਾਲਕ ਦਾ, ਤੇ ਮਾਲਕ ਦੇ ਵੱਲੋਂ ਹੀ, ਕਿਉਂਕਿ ਮਾਲਕ ਵੀ ਪਰਫੈਕਟ ਨੇ ਤੇ ਖੇਡ ਵੀ ਉਸੇ ਤਰੀਕੇ ਦਾ ਹੋਊਗਾ। ਠੀਕ ਆ ਜੀ। ਤੇ ਉਹ ਖੇਡ ਫਿਰ ਸਾਨੂੰ ਇਸ ਤਰੀਕੇ ਨਾਲ ਹੌਲੀ ਹੌਲੀ ਕਰਕੇ, ਜਿੰਨੀ ਮਾਲਕ ਦੀ ਮਰਜ਼ੀ ਆ, ਸਾਨੂੰ ਸੋਝੀ ਦਿੱਤੀ ਜਾਂਦੀ ਆ, ਸਾਨੂੰ ਟ੍ਰੇਨਡ ਕੀਤਾ ਜਾਂਦਾ। ਹੁਣ ਅਸੀਂ ਅੰਡਰ ਟ੍ਰੇਨਿੰਗ ਆ ਸਾਰੇ, ਸਾਨੂੰ ਹੌਲੀ ਹੌਲੀ ਟ੍ਰੇਨਡ ਕੀਤਾ ਜਾਂਦਾ ਪ੍ਰੈਕਟੀਕਲ ਦੇ ਰਾਹੀਂ। ਜੋ ਪੁਆਇੰਟ ਸਾਨੂੰ ਪਹਿਲਾਂ ਸਮਝਾਇਆ ਜਾਂਦਾ, ਠੀਕ ਆ ਜੀ, ਕਦੇ ਗੁਰਮੁਖਾਂ ਦੇ ਰਾਹੀਂ ਸਮਝਾਇਆ ਜਾਂਦਾ, ਗੁਰਬਾਣੀ ਗੁਰੂ ਦੇ ਰਾਹੀਂ ਸਾਨੂੰ ਅੰਦਰੋਂ ਸ਼ਬਦ ਚੋਂ ਸੋਝੀ ਦਿੱਤੀ ਜਾਂਦੀ ਆ। ਫਿਰ ਮਾਲਕ ਉਹ ਖੇਡ ਨੂੰ ਸਾਨੂੰ ਖਿਡਾਉਂਦੇ ਆ। ਜਦੋਂ ਅਸੀਂ ਉਸ ਖੇਡ ਨੂੰ ਇੱਕ ਅਵਸਥਾ ਤੇ ਅਸੀਂ ਖੇਡਦੇ ਆ ਗੁਰਮੁਖ ਪਿਆਰਿਓ, ਫਿਰ ਉਹ ਸਾਨੂੰ ਦ੍ਰਿੜ ਕਰਵਾਇਆ ਜਾਂਦਾ ਮਾਲਕ ਦੇ ਵੱਲੋਂ। ਜਦੋਂ ਉਹ ਦ੍ਰਿੜ ਹੋ ਗਿਆ, ਫਿਰ ਸਾਨੂੰ ਸਰਟੀਫਿਕੇਟ ਸਾਡੀ ਸੁਰਤੀ ਨੂੰ ਦਿੱਤਾ ਜਾਂਦਾ ਵੀ ਇਹ ਚੀਜ਼ ਤੁਹਾਨੂੰ ਦ੍ਰਿੜ ਹੋ ਚੁੱਕੀ ਆ। ਉਹ ਦ੍ਰਿੜ ਹੋਈ ਚੀਜ਼ ਤੇ ਕਾਲ ਦਾ ਅਸਰ ਕਦੇ ਹੋ ਹੀ ਨਹੀਂ ਸਕਦਾ। ਕਾਲ ਦੇ ਨਾਲੋਂ ਉਹ ਬੰਧਨ ਕੱਟ ਦਿੱਤਾ ਜਾਂਦਾ, ਸਾਡਾ ਕੱਟ ਆਫ ਹੋ ਜਾਂਦੀ ਆ ਉਹ ਚੀਜ਼। ਸੋ ਇਹ ਮਾਲਕ ਦੇ ਵੱਲੋਂ ਜਦੋਂ ਸਾਨੂੰ ਖੇਡ ਖਿਡਾਇਆ ਜਾਣਾ, ਮਾਲਕ ਦੇ ਵੱਲੋਂ ਹੀ ਉਹ ਦ੍ਰਿੜਤਾ ਜਿਹੜੀ ਆ ਉਹ ਸਾਨੂੰ ਦਿੱਤੀ ਜਾਣੀ ਆ ਗੁਰਮੁਖ ਪਿਆਰਿਓ। ਫਿਰ ਅਸੀਂ ਕਦੇ ਵੀ ਵਹਿਮ ਨਹੀਂ ਕਰਨਾ, ਕਦੇ ਵੀ ਭਰਮ ਨਹੀਂ ਕਰਨਾ, ਕਦੇ ਵੀ ਦੁਚਿੱਤੀ ਨਹੀਂ ਕਰਨੀ, ਚਾਹੇ ਸਾਨੂੰ ਕੋਈ ਕੁਛ ਕਹੀ ਜਾਵੇ। ਠੀਕ ਆ ਜੀ। ਕੋਈ ਵੀ ਕੁਛ ਕਹੀ ਜਾਵੇ, ਕਿਉਂਕਿ ਦੇਖੋ ਗੁਰਮੁਖ ਪਿਆਰਿਓ, ਜੋ ਇਹ ਮਨ ਨੇ, ਸਾਰੇ ਹੀ ਮਨਾਂ ਤੇ ਕਾਲ ਦਾ ਪ੍ਰਭਾਵ ਹੈ। ਠੀਕ ਆ ਜੀ। ਕਾਲ ਪ੍ਰਭਾਵ ਪਾਉਂਦਾ ਗੁਰਮੁਖ ਪਿਆਰਿਓ। ਅਸੀਂ ਜੋ ਵੀ ਬੋਲਦੇ ਹਾਂ, ਉਹ 5 ਜਣੇ ਜੋ ਸਾਨੂੰ ਵਿਚਾਰ ਦਿੰਦੇ ਨੇ, ਉਸ ਤਰੀਕੇ ਦੇ ਨਾਲ ਬੋਲਦੇ ਆ। ਸੋ ਗੁਰਮੁਖ ਪਿਆਰਿਓ, ਸਾਡਾ ਜਿਹੜਾ ਖੇਡ ਆ ਉਹ ਕਿਸੇ ਬੰਦੇ ਦੇ ਨਾਲ ਨਹੀਂ ਚੱਲ ਰਿਹਾ,
ਕਾਲ ਦੇ ਨਾਲ ਚੱਲ ਰਿਹਾ ਜੋ ਸੂਖਮ ਹੈ। ਸੋ ਸੂਖਮ ਮਨ ਜਦੋਂ ਅਲਰਟ ਹੋਏਗਾ, ਜਾਗਤ ਅਵਸਥਾ ਦੇ ਵਿੱਚ ਹੋਏਗਾ, ਫਿਰ ਉਹ ਗੁਰਮੁਖ ਪਿਆਰਿਓ ਖੇਡ ਨੂੰ ਦੇਖ ਕੇ, ਬੁੱਝ ਕੇ, ਠੀਕ ਹੈ ਜੀ, ਫਿਰ ਉਹ ਧਿਆਨ ਨਾਲ ਖੇਡੇਗਾ, ਧਿਆਨ ਦੀ ਅਵਸਥਾ ਦੇ ਵਿੱਚ ਵੀ ਕਿਤੇ ਫਸ ਨਾ ਜਾਵਾਂ। ਕਿਸ ਤਰੀਕੇ ਦੇ ਨਾਲ ਹੁਣ ਉਹਨੂੰ ਪਤਾ ਕਿੱਦਾਂ ਚੱਲਦਾ ਕਿ ਮੈਂ ਫਸ ਗਿਆ, ਜਾਂ ਇਹ ਕਾਲ ਜਿਹੜਾ ਉਹਦੀ ਅਗਨ ਆ। ਹੁਣ ਗੁਰਮੁਖ ਪਿਆਰਿਓ ਹੁਣ ਤਾਂ ਸਾਨੂੰ ਪਤਾ ਹੀ ਨਹੀਂ ਚੱਲਦਾ ਵੀ ਇੱਥੇ ਕੋਈ ਅੱਗ ਲੱਗੀ ਹੋਈ ਆ, ਅਸੀਂ ਤਾਂ ਕਹਿੰਦੇ ਵੀ ਅੱਗ ਹੀ ਨਹੀਂ ਲੱਗੀ, ਬੜਾ ਵਧੀਆ ਤਾਂ ਸਾਰਾ ਕੁਝ ਚੱਲ ਰਿਹਾ, ਕਿਉਂਕਿ ਸਾਡਾ ਚਿੱਤ ਮਾਇਆ ਨੇ ਇਸ ਕਦਰ ਹਿਰ ਲਿਆ ਵੀ ਅਸੀਂ ਇੱਕ ਸਟੈਪ ਅਪ ਨਹੀਂ ਹੋ ਰਹੇ। ਅਸੀਂ ਉਸ ਮਾਇਆ ਨੂੰ ਸੱਚ ਮੰਨ ਕੇ ਉਹਦੇ ਵਿੱਚ ਹੀ ਅਸੀਂ ਦੁੱਖ ਤੇ ਸੁੱਖ ਦੇ ਵਿੱਚ ਘਿਰੇ ਹੋਏ ਆ, ਠੀਕ ਆ ਜੀ। ਤੇ ਹੁਣ ਗੁਰਮੁਖ ਪਿਆਰਿਓ ਜਦੋਂ ਅਸੀਂ ਇੱਕ ਸਟੈਪ ਉੱਪਰ ਹੋ ਜਾਂਦੇ ਆ, ਆਪਦੇ ਨਿੱਜ ਸਰੂਪ ਨੂੰ ਜਾਣਦੇ, ਉੱਥੇ ਬੈਠ ਕੇ ਦੇਖੋ ਕਿੰਨਾ ਜ਼ਿਆਦਾ ਅੱਗ ਲੱਗੀ ਹੋਈ ਆ ਮਾਇਆ ਦੀ, ਠੀਕ ਆ ਜੀ। ਕਾਲ ਦੇ ਦੇਸ਼ ਦੇ ਵਿੱਚ ਕਿੰਨੀ ਜ਼ਿਆਦਾ ਅਗਨ ਹੈ। ਸੋ ਗੁਰਮੁਖ ਪਿਆਰਿਓ ਫਿਰ ਉਹ ਅਗਨ ਜਦੋਂ ਸਾਨੂੰ ਮਹਿਸੂਸ ਹੁੰਦੀ ਆ, ਅਗਨ ਕਦੋਂ ਮਹਿਸੂਸ ਹੁੰਦੀ? ਜਦੋਂ ਸਾਡੀ ਇੱਕ ਆਨੰਦ ਦੀ ਅਵਸਥਾ ਆ, ਜਿਸ ਆਨੰਦਮਈ ਅਵਸਥਾ ਦੇ ਬੈਠ ਕੇ ਅਸੀਂ ਥੱਲੇ ਵਾਲਾ ਖੇਡ ਦੇਖਦੇ ਹਾਂ, ਠੀਕ ਆ ਜੀ। ਸਾਨੂੰ ਜਣਾਇਆ ਜਾਂਦਾ ਤੁਸੀਂ ਇੱਕ ਆਨੰਦ ਦੀ ਅਵਸਥਾ ਤੇ ਸਟੈਪ ਅਪ ਹੋ ਗਏ, ਹੁਣ ਥੱਲੇ ਦੇਖੋ ਅਗਨ ਲੱਗੀ। ਫਿਰ ਗੁਰਮੁਖ ਪਿਆਰਿਓ ਵਿਚਾਰਾਂ ਤੇ ਫੁਰਨਿਆਂ ਨੂੰ ਸਾਨੂੰ ਚੰਗੇ ਨਹੀਂ ਲੱਗਦੇ ਉਹ ਲੈਣੇ, ਤੇ ਫਿਰ ਜਦੋਂ ਇਹ ਅਗਨ ਦੇ ਵਿੱਚ ਸਾਨੂੰ ਕਾਲ ਦੇ ਵੱਲੋਂ ਸ਼ਰਾਰਤ ਕਰਕੇ ਥੱਲੇ ਸੁੱਟਿਆ ਜਾਂਦਾ, ਫਿਰ ਉਹ ਮਨ ਜੋ ਹੈ, ਜੋ ਸੁਰਤੀ ਆ, ਉਹ ਤੜਫਦੀ ਆ। ਸੋ ਫਿਰ ਉਹਨੂੰ ਪਤਾ ਚੱਲਦਾ ਕਿ ਵਾਕਿਆ ਹੀ ਇਹ ਅਗਨ ਹੈ। ਸੋ ਇਸ ਕਰਕੇ ਗੁਰਮੁਖ ਪਿਆਰਿਓ ਇਸ ਖੇਡ ਨੂੰ ਅਸੀਂ ਪਹਿਲਾਂ ਤਾਂ ਇਹ ਜਾਣਨਾ ਵੀ ਖੇਡਣਾ ਕਿਵੇਂ ਆ। ਜੋ ਗੁਰਬਾਣੀ ਗੁਰੂ ਦਾ ਉਪਦੇਸ਼ ਹੈ ਉਹ ਕਿਸ ਦੇ ਲਈ ਹੈ, ਸੋ ਕਿਸ ਨੇ ਕਮਾਉਣਾ ਹੈ, ਕਿਸ ਨੇ ਮੰਨਣਾ ਹੈ। ਜਦੋਂ ਅਸੀਂ ਇਹ ਚੀਜ਼ ਜਾਣ ਲਈ ਨਾ ਵੀ ਅਸੀਂ ਸੂਖਮ ਹਾਂ, ਆਪਦਾ ਸਰੂਪ ਜਾਣ ਲਿਆ ਆਪਾਂ, ਫਿਰ ਗੁਰਮੁਖ ਪਿਆਰਿਓ ਸੂਖਮ ਨੂੰ ਜ਼ਰੂਰਤ ਮਹਿਸੂਸ ਹੋਵੇ, ਮਾਲਕ ਨੂੰ ਮਿਲਣਾ ਹੈ, ਹੁਣ ਮੈਂ ਇਸ ਲੈਵਲ ਤੇ ਫਸ ਗਿਆ, ਇਸ ਲੈਵਲ ਤੇ ਮੈਂ ਇਹ ਹੈ, ਕਿਉਂਕਿ ਗੁਰਬਾਣੀ ਗੁਰੂ ਚ ਸਾਨੂੰ ਸਾਰਾ ਹੀ ਭੇਜ ਦਿੱਤਾ, ਹਰ ਅਵਸਥਾ ਤੇ ਆ, ਅਸੀਂ ਜਿਸ ਅਵਸਥਾ ਤੇ ਆ ਉਸ ਅਵਸਥਾ ਦੇ ਵਿੱਚੋਂ ਸਾਡੇ ਨਾਲ ਕੁਐਸਚਨ ਵੀ ਕੀਤੇ ਗਏ ਨੇ, ਸਾਨੂੰ ਉਹਦੇ ਪ੍ਰੋਪਰ ਆਨਸਰ ਤਰਕ ਦੇ ਨਾਲ, ਪੂਰੀ ਵਿਧੀ ਦੇ ਨਾਲ ਸਾਨੂੰ ਪ੍ਰੈਕਟੀਕਲੀ ਸਮਝਾਏ ਗਏ ਨੇ। ਸੋ ਜਦੋਂ ਅਸੀਂ ਫਿਰ ਗੁਰਬਾਣੀ ਨੂੰ ਪੜ੍ਹਦੇ ਹਾਂ ਗੁਰਮੁਖ ਪਿਆਰਿਓ, ਪੜ੍ਹਨ ਤੋਂ ਬਾਅਦ ਤੇ ਫਿਰ ਹੁਣ ਗੁਰਮੁਖ ਪਿਆਰਿਓ ਗੁਰਬਾਣੀ ਗੁਰੂ ਦੇ ਵਿੱਚ ਬੜਾ ਹੀ ਸੋਹਣਾ ਉਪਦੇਸ਼ ਦਿੱਤਾ ਗਿਆ। ਹੁਣ ਮਹਾਰਾਜ ਕਹਿੰਦੇ ਹਮ ਭੂਲ ਬਿਗਾੜੈ ਦਿਨਸ ਰਾਤ, ਹਰ ਲਾਜ ਰਖਾਏ। ਹੁਣ ਗੁਰਬਾਣੀ ਗੁਰੂ ਦੇ ਵਿੱਚ ਇਹ ਸਾਨੂੰ ਦੱਸਿਆ ਗਿਆ। ਹੁਣ ਜੇ ਅਸੀਂ ਲੋਕ ਦਾ ਹੀ ਗਿਆਨ ਲਈ ਜਾ ਰਹੇ ਆ ਤੇ ਅਸੀਂ ਤਾਂ ਕਹਿੰਦੇ ਆ ਵੀ ਅਸੀਂ ਗਲਤੀਆਂ ਹੀ ਨਹੀਂ ਕਰਦੇ, ਠੀਕ ਆ ਜੀ। ਹੁਣ ਅਸੀਂ ਤਾਂ ਇਹੀ ਕਹੀ ਜਾਂਦੇ ਨਾ ਵੀ ਮੈਂ ਪਰਫੈਕਟ ਆ, ਮੈਂ ਪਰਫੈਕਟ ਆ, ਮੇਰੇ ਤੋਂ ਕੋਈ ਗਲਤੀ ਨਹੀਂ ਹੁੰਦੀ। ਹੁਣ ਮਹਾਰਾਜ ਕਿਉਂ ਕਹਿ ਰਿਹਾ ਵੀ ਹਮ ਭੂਲ ਬਿਗਾੜੈ ਦਿਨਸ ਰਾਤ, ਹਰ ਲਾਜ ਰਖਾਏ? ਕਿਉਂ? ਕਿਉਂਕਿ ਉਹ ਜੋ ਸੂਖਮ ਖੇਡ ਖੇਡਦਾ ਆ, ਸੂਖਮ ਨੂੰ ਪਤਾ ਚੱਲਦਾ ਕਿ ਮੈਂ ਭੁੱਲ ਜਾਣਾ ਆ, ਮੈਂ ਫਿਰ ਤ੍ਰੈ ਗੁਣਾ ਚ ਭੱਜ ਜਾਣਾ ਆ, ਡਰ ਨੂੰ ਛੱਡਦਾ ਆ, ਡਰ ਨੂੰ ਛੱਡ ਕੇ ਮੈਂ ਫਿਰ ਤ੍ਰੈ ਗੁਣਾ ਚ ਭੱਜ ਗਿਆ, ਫੁਰਨਿਆਂ ਚ ਚਲਾ ਗਿਆ, ਮੈਨੂੰ ਪਤਾ ਹੀ ਨਹੀਂ ਚੱਲਿਆ ਕਾਲ ਨੇ ਕਦੋਂ ਸ਼ਰਾਰਤ ਕਰ ਦਿੱਤੀ ਤੇ ਮੈਂ ਫੁਰਨਿਆਂ ਚ ਚਲਿਆ ਗਿਆ। ਸੋ ਮਹਾਰਾਜ ਫਿਰ ਉਹ ਕੀ ਕਰਦਾ? ਬੇਨਤੀ। ਹੁਣ ਫਿਰ ਉਹ ਕੀ ਕਹਿੰਦਾ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ, ਤੁਹਾਡਾ ਜੋ ਬਿਰਦ ਹੈ ਉਹ ਬਹੁਤ ਹੀ ਜ਼ਿਆਦਾ ਬਖਸ਼ਣ ਵਾਲਾ, ਤੁਸੀਂ ਬਖਸ਼ਦੇ ਹੋ, ਹੁਣ ਮੇਰੇ ਤੇ ਕਿਰਪਾ ਕਰੋ ਤੇ ਫਿਰ ਮੇਰੀ ਲਾਜ ਰੱਖੋ, ਮੈਨੂੰ ਵਿਚਾਰਾਂ ਤੇ ਫੁਰਨਿਆਂ ਤੋਂ ਰਹਿਤ ਕਰੋ, ਕਾਲ ਤੁਹਾਡੇ ਹੀ ਅੰਡਰ ਆ, ਤੁਹਾਡਾ ਹੀ ਕਾਲ ਨੌਕਰ ਹੈ, ਤੁਸੀਂ ਮੇਰੇ ਤੇ ਕਿਰਪਾ ਕਰੋ। ਫਿਰ ਜਦੋਂ ਮਾਲਕ ਕਿਰਪਾ ਕਰਦੇ ਨੇ, ਮਾਲਕ ਵਿਚਰਦੇ ਨੇ, ਅੰਗੀਕਾਰ ਕਰਦੇ ਨੇ, ਫਿਰ ਉਹ ਵਿਸ਼ਵਾਸ ਕਰਦੇ ਵੀ ਵਾਕਿਆ ਹੀ ਅਸੀਂ ਦਿਨ ਰਾਤ ਲਗਾਤਾਰ ਸਾਡੀ ਭੁੱਲ ਦੀ ਵਜ੍ਹਾ ਦੇ ਨਾਲ, ਸਾਡੀਆਂ ਗਲਤੀਆਂ ਦੀ ਵਜ੍ਹਾ ਦੇ ਨਾਲ ਅਸੀਂ ਆਪਦੀ ਅਵਸਥਾ ਤੋਂ ਥੱਲੇ ਆ ਜਾਂਦੇ ਹਾਂ। ਸਾਨੂੰ ਕਿਹਾ ਗਿਆ ਵੀ ਹੁਕਮ 'ਚ ਰਹਿਣਾ, ਹੁਕਮ ਦਾ ਤੁਸੀਂ ਰੱਖਿਆ ਚੱਕਰ ਬਣਾ ਕੇ ਚੱਲਣਾ। ਸੋ ਅਸੀਂ ਹੁਕਮ ਨੂੰ ਭੁੱਲ ਜਾਂਦੇ ਕਿਤੇ ਨਾ ਕਿਤੇ, ਠੀਕ ਆ ਜੀ। ਤੇ ਭੁੱਲ ਕੇ ਅਸੀਂ ਆਪਣੀ ਮਰਜ਼ੀ ਦੇ ਨਾਲ ਤ੍ਰੈ ਗੁਣਾ 'ਚੋਂ ਵਪਾਰ ਕਰਦੇ ਹਾਂ। ਜਦੋਂ ਅਸੀਂ ਆਪਦੀ ਮਰਜ਼ੀ ਦੇ ਨਾਲ ਤ੍ਰੈ ਗੁਣਾ 'ਚੋਂ ਵਪਾਰ ਕਰਦੇ ਹਾਂ ਭੁੱਲ ਦੇ ਵਿੱਚ, ਤੇ ਅਸੀਂ ਅਵਸਥਾ ਤੋਂ ਡਾਊਨ ਹੋ ਜਾਂਦੇ ਹਾਂ। ਜਦੋਂ ਡਾਊਨ ਹੋ ਗਏ ਤੇ ਗੁਰਮੁਖ ਪਿਆਰਿਓ ਫਿਰ ਉਹ ਜਾਗੇ ਹੋਏ ਮਨ ਨੂੰ ਪਸੰਦ ਨਹੀਂ ਆਉਂਦਾ ਵੀ ਮੈਂ ਅਵਸਥਾ ਤੋਂ ਥੱਲੇ ਜਾ ਕੇ ਡਾਊਨ ਹੋਵਾਂ, ਉਹ ਤੜਫਦਾ ਅਗਨ ਦੇ ਵਿੱਚ। ਫਿਰ ਉੱਥੋਂ ਜਦੋਂ ਬੇਨਤੀ ਕਰਦਾ, ਜੋਦੜੀਆਂ ਕਰਦਾ, ਮਾਲਕ ਨੂੰ ਪਤਾ ਵੀ ਆ ਵੀ ਟ੍ਰੇਨਿੰਗ ਦੇ ਅੰਡਰ ਆ, ਵੀ ਇਹ ਆਪਦੀ ਇਹਦੀ ਭੁੱਲ ਆ ਕਿ ਇਹ ਥੱਲੇ ਆਇਆ, ਪਰ ਮਾਲਕ ਸਾਡੀਆਂ ਭੁੱਲਾਂ ਨੂੰ ਚਿਤਾਰਦੇ ਨਹੀਂ। ਮਾਲਕ ਦਾ ਇਹ ਸੁਭਾਅ ਨਹੀਂ ਵੀ ਸਾਡੀਆਂ ਭੁੱਲਾਂ ਨੂੰ ਚਿਤਾਰ ਕੇ ਤੇ ਸਾਨੂੰ ਉੱਥੇ ਸਜ਼ਾ ਦੇਣ ਲੱਗ ਜਾਣ। ਨਹੀਂ ਗੁਰਮੁਖ ਪਿਆਰਿਓ, ਅਸੀਂ ਉੱਥੋਂ ਇੱਕ ਵੱਡਾ ਲੈਸਨ ਲੈ ਕੇ, ਹੁਣ ਕਹਿੰਦੇ ਆ ਨਾ ਵੀ ਇੱਕ ਲੈਸਨ ਦ੍ਰਿੜ ਕਰ ਲਓ ਤੇ ਮੁੜ ਕੇ ਕਦੇ ਵੀ ਜ਼ਿੰਦਗੀ 'ਚ ਗਲਤੀ ਨਹੀਂ ਉਹ ਮਨ ਕਰਦਾ, ਠੀਕ ਆ ਜੀ। ਉਹ ਕਦੇ ਵੀ ਨਹੀਂ ਗਲਤੀ ਕਰਦਾ, ਫਿਰ ਉਹ ਦੁਬਾਰਾ ਉਹ ਫਿਰ ਸਟੈਪ ਡਾਊਨ ਨਹੀਂ ਹੋਊਗਾ, ਕਿਉਂਕਿ ਉੱਥੋਂ ਦ੍ਰਿੜ ਕਰਵਾ ਕੇ ਸਾਨੂੰ ਉੱਪਰਲੇ ਸਟੈਪ ਤੇ ਲਿਜਾਇਆ ਜਾਂਦਾ ਵੀ ਗੁਰਮੁਖੋ ਮੁੜ ਕੇ ਨਹੀਂ ਇੱਥੇ ਡਿੱਗਣਾ। ਤੇ ਫਿਰ ਜਦੋਂ ਮਾਲਕ ਕਿਰਪਾ ਕਰਦੇ, ਫਿਰ ਉਹ ਕਹਿੰਦੇ ਵੀ ਹਰ ਲਾਜ ਰਖਾਏ, ਵੀ ਤੂੰ ਸਾਡੀ ਲਾਜ ਰੱਖਦਾ ਆ, ਜੇ ਤੂੰ ਸਾਡੀ ਲਾਜ ਨਾ ਰੱਖੇ
ਤੇ ਅਸੀਂ ਤਾਂ ਕਦੇ ਵੀ ਨਹੀਂ, ਅਸੀਂ ਤਾਂ ਖੂਹ ਦੇ ਵਿੱਚ ਡਿਗੇ ਹੋਏ ਆ, 3 ਗੁਣਾ ਦੇ ਖੂਹ ਦੇ ਵਿੱਚ ਇੰਨਾ ਜ਼ਿਆਦਾ ਡਿਗੇ ਹੋਏ, ਅਸੀਂ ਤਾਂ ਕਦੇ ਉੱਪਰ ਆ ਹੀ ਨਹੀਂ ਸਕਦੇ। ਸਾਨੂੰ ਤਾਂ ਪਤਾ ਹੀ ਨਹੀਂ ਚੱਲ ਰਿਹਾ ਵੀ ਇਹ ਪਰਲੋਕ ਦਾ ਵੀ ਕੋਈ ਖੇਡ ਚੱਲ ਰਿਹਾ ਜਾਂ ਨਹੀਂ, ਕਿਉਂਕਿ ਦੇਖੋ ਦੁਨੀਆ ਮਰੀ ਜਾ ਰਹੀ ਆ, ਠੀਕ ਆ ਜੀ। ਤੇ ਲੋਕ ਪਤਾ ਹੀ ਨਹੀਂ ਹੈਗਾ ਵੀ ਅਸੀਂ ਕਿੱਥੇ ਜਾ ਰਹੇ ਹਾਂ, ਜਦਕਿ ਗੁਰਬਾਣੀ ਕਹਿੰਦੀ ਕਿ ਮਰਨਾ ਤੁਹਾਡਾ ਹੱਕ ਆ, ਤੁਸੀਂ ਆਪਦੀ ਮਰਜ਼ੀ ਦੇ ਨਾਲ ਮਰੋ, ਠੀਕ ਆ ਜੀ। ਤੁਸੀਂ ਆਪਦੀ ਮਰਜ਼ੀ ਦੇ ਨਾਲ ਮਰੋ ਤਾਂ ਕਿ ਤੁਹਾਨੂੰ ਦੁਬਾਰਾ ਮਰਨਾ ਨਾ ਪਵੇ। ਹੁਣ ਕਹਿੰਦੇ ਵੀ ਸਾਰੇ ਮਰੀ ਜਾ ਰਹੇ, ਕਿਸੇ ਨੂੰ ਮਰਨਾ ਹੀ ਨਹੀਂ ਆ ਰਿਹਾ, ਠੀਕ ਹੈ ਜੀ। ਮਰਤਾ ਮਰਤਾ ਜਗ ਮੁਆ, ਮਰ ਭੀ ਨਾ ਜਾਣੇ ਕੋਏ, ਐਸੀ ਮਰਨੀ ਜੋ ਮਰੇ ਬਹੁੜ ਨਾ ਮਰਨਾ ਹੋਏ। ਤੁਸੀਂ ਇਹੋ ਜਿਹੀ ਮਰਨੀ ਮਰੋ ਕਿ ਤੁਹਾਨੂੰ ਦੁਬਾਰਾ ਮਰਨਾ ਨਾ ਪਵੇ, ਆਪਦੀ ਮਰਜ਼ੀ ਨਾ ਮਰੋ, ਇਹ ਤੁਹਾਡਾ ਹੱਕ ਆ। ਸੋ ਗੁਰਮੁਖ ਪਿਆਰਿਓ, ਇਹ ਬਹੁਤ ਵੱਡੀ ਗੱਲ ਲੱਗ ਰਹੀ ਵੀ ਇਹ ਕਿਸ ਤਰੀਕੇ ਦੇ ਨਾਲ, ਨਾਲੇ ਤਾਂ ਕਹਿੰਦੇ ਆ ਵੀ ਮਾਲਕ ਹੀ ਸਵਾਸ ਦਿੰਦੇ ਆ ਤੇ ਮਾਲਕ ਦੀ ਮਰਜ਼ੀ ਤੋਂ ਬਿਨਾਂ ਨਹੀਂ। ਸੋ ਗੁਰਮੁਖ ਪਿਆਰਿਓ, ਇਹੀ ਗੁਰਬਾਣੀ ਗੁਰੂ ਦਾ ਪ੍ਰੈਕਟੀਕਲ ਆ ਵੀ ਮਰਨਾ ਸਿੱਖੋ। ਅਸੀਂ ਗੁਰਬਾਣੀ ਨੂੰ ਕਿਉਂ ਕਮਾਉਣਾ ਆ? ਮਰਨਾ ਸਿੱਖੋ ਭਾਵ ਵਿਚਾਰਾਂ ਤੇ ਫੁਰਨਿਆਂ ਤੋਂ ਰਹਿਤ ਹੋ ਜਾਓ, ਇਸ ਭਰਮ ਦੇ ਵਿੱਚੋਂ ਮਰ ਜਾਓ ਕਿ ਤੁਸੀਂ ਦ੍ਰਿਸ਼ਮਾਨ ਸਰੀਰ ਹੋ। ਆਪਦੀ ਬੋਡੀ ਨੂੰ ਛੱਡੋ, ਆਪਦੀ ਮਰਜ਼ੀ ਦੇ ਨਾਲ ਉਸ ਸੁਰਤੀ ਨੂੰ, ਉਸ ਮਨ ਦਾ ਨਿੱਜ ਸਰੂਪ ਜਾਣੋ, ਜਿਸ ਮਨ ਨੇ ਇਸ ਸਰੀਰ ਨੂੰ ਸਦਾ ਦੇ ਲਈ ਛੱਡ ਕੇ ਜਾਣਾ, ਕਿਉਂਕਿ ਉਸ ਮਨ ਨੂੰ ਸਵਾਸ ਦਿੱਤੇ ਹੋਏ ਨੇ। ਜਦੋਂ ਉਹ ਮਨ ਆਪਦਾ ਜਦੋਂ ਉਹਦੇ ਸਵਾਸ ਖਤਮ ਹੋ ਜਾਂਦੇ ਆ ਤੇ ਉਹ ਫਿਰ ਕਿੱਥੇ ਚਲੇ ਜਾਂਦਾ? ਹੁਣ ਕੀ ਆ ਗੁਰਮੁਖ ਪਿਆਰਿਓ, ਧੱਕੇ ਨਾਲ ਜਮਾਂ ਦੇ ਵੱਲੋਂ ਡੰਡਾ ਮਾਰ ਕੇ ਸਾਨੂੰ 3 ਗੁਣਾ ਚ ਜਗਾਇਆ ਜਾਂਦਾ। ਮਨਮੁਖ ਦੀ ਜੋ ਮੌਤ ਆ, ਗੁਰਬਾਣੀ ਗੁਰੂ ਚ ਇਹੀ ਦੱਸਿਆ ਗਿਆ ਨਾ ਵੀ ਸਾਨੂੰ ਧੱਕੇ ਦੇ ਨਾਲ, ਸਾਡੇ ਡੰਡਾ ਮਾਰ ਕੇ ਜਮਾਂ ਦੇ ਵੱਲੋਂ ਸਾਨੂੰ 3 ਗੁਣਾ ਚੋਂ ਜਗਾਇਆ ਜਾਂਦਾ। ਡੰਡਾ ਕਿਉਂ ਮਾਰਿਆ ਜਾਂਦਾ? ਕਿਉਂਕਿ ਅਸੀਂ ਭਰਮ ਦੇ ਵਿੱਚ ਆ ਵੀ ਅਸੀਂ ਕਦੇ ਮਰਨਾ ਨਹੀਂ। ਸਾਡਾ ਸਮਾਂ ਵੀ ਆ ਗਿਆ, ਅਸੀਂ ਭਰਮ ਚ ਆ ਵੀ ਅਸੀਂ ਮਰਨਾ ਨਹੀਂ। ਇਹ ਦ੍ਰਿਸ਼ਮਾਨ ਸੱਚ ਹੈ, ਸਾਡਾ ਜੋ ਸਰੀਰ ਆ ਉਹ ਸੱਚ ਆ, ਉਹ ਸਦੀਮੀ ਆ। ਸੋ ਗੁਰਮੁਖ ਪਿਆਰਿਓ, ਜਦੋਂ ਡੰਡਾ ਮਾਰਿਆ ਜਾਂਦਾ ਫਿਰ ਕੀ ਆ? ਫਿਰ ਉਹ ਮਨ ਪਛਤਾਵਾ ਕਰਦਾ। ਕੀ ਪਛਤਾਵਾ ਕਰਦਾ? ਵੀ ਓਫੋ, ਵੀ ਅੱਛਾ ਇਹ ਖੇਡ ਸੀ, ਮਤਲਬ ਵੀ ਮੈਂ ਤਾਂ ਸੂਖਮ ਸੀਗਾ, ਮੈਂ ਕਿਉਂਕਿ ਸੂਖਮ ਨੇ ਹੀ ਨਿਕਲਣਾ ਨਾ ਦ੍ਰਿਸ਼ਮਾਨ ਦੇ ਵਿੱਚੋਂ। ਫਿਰ ਉਹ ਆਪ ਦਾ ਸਰੂਪ ਦੇਦਾ ਵੀ ਅੱਛਾ ਮੈਨੂੰ ਸਵਾਸ ਮਿਲੇ ਸੀ। ਫਿਰ ਉਹ ਮਿਹਨਤਾਂ ਕਰਦਾ ਵੀ ਮੈਨੂੰ ਹੋਰ ਟਾਈਮ ਦਿਓ, ਫਿਰ ਕਿਉਂਕਿ ਮਾਲਕ ਦੀ ਮਰਜ਼ੀ ਤੋਂ ਬਿਨਾਂ ਸਵਾਸ ਕੋਈ ਹੋਰ ਦੇ ਨਹੀਂ ਸਕਦਾ। ਫਿਰ ਉਹ ਬਾਰੀ ਖਤਮ ਹੋ ਜਾਂਦੀ ਤੇ ਉਹ ਪਛਤਾਉਂਦਾ, ਵਿਰਾਗ ਕਰਦਾ। ਸੋ ਗੁਰਮੁਖ ਪਿਆਰਿਓ, ਜੋ ਹੁਣ ਮਾਲਕ ਦੀ ਕਿਰਪਾ ਦੇ ਦੁਆਰਾ ਸਾਨੂੰ ਚੁਣਿਆ ਗਿਆ, ਠੀਕ ਆ ਜੀ, ਚੁਣ ਕੇ ਹੁਣ ਅਸੀਂ ਉਹ ਜਾਗਤ ਅਵਸਥਾ ਚ ਹੁਣ ਆ ਰਹੇ ਵੀ 3 ਗੁਣਾ ਦੇ ਵਿੱਚੋਂ ਅਸੀਂ ਜਾਗਣਾ, ਜਿਉਂਦੇ ਜੀ ਸਿੱਖਣਾ ਆ। ਹੁਣ ਜਿਉਂਦੇ ਜੀ ਜਾਗਣਾ ਸਿੱਖਣਾ ਆ ਤੇ ਸਿੱਖਣ ਤੋਂ ਬਾਅਦ ਇਸ ਖੇਡ ਨੂੰ ਅਸੀਂ ਦੇਖਣਾ ਆ ਮਾਲਕ ਦੀ ਕਿਰਪਾ ਦੇ ਦੁਆਰਾ। ਇਸ ਖੇਡ ਨੂੰ ਦੇਖਦੇ ਹੋਏ ਅਲਰਟ ਅਵਸਥਾ ਚ ਅਸੀਂ ਖੇਡਣਾ ਆ। ਫਿਰ ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਚ ਸਾਨੂੰ ਦੱਸਿਆ ਗਿਆ ਆ ਕਿ ਅੰਤਮ ਵੇਲੇ ਵੀ ਸਾਡਾ ਇਹੀ ਆ ਸਾਰਾ ਜੋ ਵੀ ਹੈ। ਅਸੀਂ ਨਾਮ ਚ ਸਮਾ ਕੇ ਮਾਲਕ ਦੇ ਵਿੱਚ ਜਾ ਸਕਦੇ, ਮਾਲਕ ਦੇ ਨਾਲ ਮਿਲਾਪ ਕਰ ਸਕਦੇ ਹਾਂ। ਹੁਣ ਅੰਤਮ ਵੇਲੇ ਵੀ ਸਾਨੂੰ ਮੌਕਾ ਬਖਸ਼ਿਆ ਜਾਂਦਾ ਵੀ ਸਾਡੀ ਜੋ ਗੁਰਮੁਖਾਂ ਤੋਂ ਅਸੀਂ ਵਿਚਾਰ ਸੁਣਦੇ, ਗੁਰਬਾਣੀ ਗੁਰੂ ਤੋਂ ਅਸੀਂ ਭੇਦ ਲੈਂਦੇ ਵੀ ਅੰਤਮ ਵੇਲੇ ਆਪਣਾ ਜੋ ਹੈ, ਜਦੋਂ ਆਪਣੇ 6 ਖੱਟ ਚੱਕਰ ਹਿੱਲਦੇ ਆ ਤੇ ਆਪ ਦੀ ਆਪਣੀ ਜਿਹੜੀ ਆਵਾਜ਼ ਆ ਸਾਡੀ, ਜਦੋਂ ਗੰਢ ਖੁੱਲਦੀ ਆ ਉਹ ਆਵਾਜ਼ ਤੇਜ਼ ਹੋ ਜਾਂਦੀ ਆ, ਠੀਕ ਆ ਜੀ। ਜਦੋਂ ਉਹ ਆਵਾਜ਼ ਤੇਜ਼ ਹੋ ਗਈ ਤੇ ਗੁਰਮੁਖ ਪਿਆਰਿਓ, ਹੁਣ ਸੁਰਤੀ ਨੇ ਜਦੋਂ ਉਸ ਆਵਾਜ਼ ਦੇ ਵਿੱਚ ਸਮਾਉਣਾ, ਸੁਰਤ ਸ਼ਬਦ ਦਾ ਮੇਲ ਹੋਣਾ, ਤੇ ਉੱਥੇ ਨਾਮ ਦਾ ਕੀ ਆ ਜੀ? ਪ੍ਰਕਾਸ਼, ਠੀਕ ਆ ਜੀ। ਤੇ ਫਿਰ ਅਸੀਂ ਕਿੱਥੇ ਚਲੇ ਜਾਣਾ? ਮਾਲਕ ਦੇ ਵਿੱਚ, ਪ੍ਰਕਾਸ਼ ਵਿੱਚ। ਹੁਣ ਗੁਰਮੁਖ ਪਿਆਰਿਓ, ਇਹ ਬੋਲਣ ਨੂੰ ਬਹੁਤ ਛੋਟੀ ਜਿਹੀ ਚੀਜ਼ ਆ, ਬਹੁਤ ਹੀ ਛੋਟੀ ਚੀਜ਼ ਆ ਕਿ ਵੱਡੀ ਆਵਾਜ਼ ਹੋਣੀ ਆ, ਇੱਕ ਵੱਡੀ ਧਮਾਕਾ ਹੋਣਾ, ਫਿਰ ਅਸੀਂ ਪ੍ਰਕਾਸ਼ 'ਚ ਚਲੇ ਜਾਣਾ। ਹੁਣ ਗੁਰਮੁਖ ਪਿਆਰਿਓ, ਆਤਮਕ ਤਲ ਤੇ ਬੈਠ ਕੇ ਸੋਚੋ ਕਿ ਉਹ ਆਵਾਜ਼ ਵੀ ਕਿੱਡੀ ਕੁ ਜ਼ਿਆਦਾ ਵੱਡੀ ਹੋਊਗੀ, ਹੁਣ ਜਿੱਡਾ ਉਹ ਆਪ ਵੱਡਾ ਆ। ਹੁਣ ਮਾਲਕ ਦਾ ਤਾਂ ਕੋਈ ਪਾਰਾਵਾਰ ਹੀ ਨਹੀਂ, ਮਾਲਕ ਤਾਂ ਬੇਅੰਤ ਆ, ਤੇ ਉਹ ਆਵਾਜ਼ ਦੀ ਜੋ ਗਰਜ ਆ ਉਹ ਵੀ ਤਾਂ ਓਡੀਓ ਹੀ ਹੋਊਗੀ ਨਾ। ਤੇ ਇੱਥੇ ਛੋਟਾ ਜਿਹਾ ਕੋਈ ਧਮਾਕਾ ਹੋ ਜਾਵੇ ਤੇ ਸਾਡੀ ਜੋ ਸੁਰਤੀ ਆ ਉਹ ਚੱਲ ਨਹੀਂ ਸਕਦੀ, ਠੀਕ ਆ ਜੀ। ਅਸੀਂ ਕੰਬ ਜਾਂਦੇ ਆ, ਹਿੱਲ ਜਾਂਦੇ ਆ ਤੇ ਆਪਦਾ ਬਚਾਅ ਕਰਦੇ ਆ ਉਸ ਟਾਈਮ ਤੇ, ਠੀਕ ਆ ਜੀ। ਵੀ ਅਸੀਂ ਕਿਵੇਂ ਬਚੀਏ? ਇਹ ਆਵਾਜ਼ ਕੀ ਆ? ਇਹ ਭਿਆਨਕ ਆਵਾਜ਼ ਜੋ ਵੀ ਹੈ, ਇੱਧਰ ਬਾਹਰੋਂ ਜਦੋਂ ਕੋਈ ਭਿਆਨਕ ਧਮਾਕਾ ਹੁੰਦਾ ਤੇ ਅਸੀਂ ਡਰ ਜਾਂਦੇ ਆ। ਸੋ ਜੋ ਸਾਡੇ ਮਾਲਕ ਦੀ ਗਰਜ ਆ, ਠੀਕ ਆ ਜੀ, ਜੋ ਉਹ ਆਵਾਜ਼ ਆ ਉਹ ਓਡੀਓ ਹੀ ਵੱਡੀ ਹੋਊਗੀ ਨਾ, ਵੀ ਜਿੱਡਾ ਉਹ ਆਪ ਆ। ਤੇ ਉਹ ਪ੍ਰਕਾਸ਼ ਵੀ ਓਡਾ ਹੀ ਅਸਚਰਜ ਹੋਊਗਾ ਜਿੱਡਾ ਉਹ ਆਪ ਅਸਚਰਜ ਆ। ਸੋ ਗੁਰਮੁਖ ਪਿਆਰੇ, ਜਿਉਂਦੇ ਜੀ ਪ੍ਰੈਕਟੀਕਲ ਨਹੀਂ ਕੀਤਾ, ਜਿਉਂਦੇ ਜੀ ਉਹ ਆਵਾਜ਼ ਨਹੀਂ ਸੁਣੀ, ਜਿਉਂਦੇ ਜੀ ਮਰਨਾ ਨਹੀਂ ਸਿੱਖਿਆ, ਉਸ ਆਵਾਜ਼ ਨਾਲ ਪਿਆਰ ਨਹੀਂ ਪਿਆ, ਸੁਰਤ ਸ਼ਬਦ ਦਾ ਮੇਲ ਨਹੀਂ ਹੋਇਆ, ਪ੍ਰਕਾਸ਼ ਦੇ ਸਨਮੁਖ ਨਹੀਂ ਹੋਏ, ਤੇ ਇਹ ਫਿਰ ਵਾਹਿਗੁਰੂ ਜੀ ਅਸੀਂ ਆਪਦੀ ਤੁਸ਼ ਬੁੱਧੀ ਨਾਲ ਕੀ ਕਹੀਏ? ਮਾਲਕ ਦੀ ਕਿਰਪਾ ਹੀ ਆ ਜੇ ਅੰਤਮ ਵੇਲੇ ਮੌਕਾ ਸਾਨੂੰ ਸੰਭਾਲਣ ਦੀ ਉਹ ਸੋਝੀ ਦੇ ਦੇਵੇ। ਨਹੀਂ ਤਾਂ ਗੁਰਮੁਖ ਪਿਆਰਿਓ,
ਫਿਰ ਮਹਾਰਾਜ ਕੀ ਕਹਿੰਦੇ, ਮਨਮੁਖਾਂ ਨੂੰ ਫਿਰ ਜਨਮ ਹੈ। ਕਹਿੰਦੇ ਫਿਰ ਜਿਹੜੇ ਆਪਦੀ ਮੱਤ ਦਾ ਇਸਤੇਮਾਲ ਕਰਦੇ ਆ, ਨਹੀਂ ਪਛਾਣਦੇ ਨਾ, ਤੇ ਕਹਿੰਦੇ ਫਿਰ ਜਨਮ ਆ ਉਹਨਾਂ ਨੂੰ, ਜਨਮ ਮਰਨ ਦੇ ਵਿੱਚ, ਕਿਉਂਕਿ ਉਹਨਾਂ ਨੇ ਆਕਾਰਾਂ ਨੂੰ ਦ੍ਰਿੜ ਕਰ ਰੱਖਿਆ ਆ। ਤੇ ਗੁਰਬਾਣੀ ਗੁਰੂ ਸਾਨੂੰ ਕਹਿ ਰਿਹਾ ਵੀ ਜੇ ਜੋ ਸਾਡੇ ਮਨ ਚ ਵਸ ਗਿਆ, ਅੰਤਮ ਵੇਲੇ ਸਾਡਾ ਉਹੋ ਜਿਹਾ ਨਿਬੇੜਾ ਹੋਊਗਾ। ਕਿਉਂਕਿ ਇੱਥੇ ਸੱਚ ਦੀ ਕਸਵੱਟੀ ਤੇ ਅਸੀਂ ਖਰੇ ਉਤਰਨਾ ਆ। ਸੱਚ ਦੇ ਵਿੱਚ ਮਿਲਾਵਟ ਨਹੀਂ ਹੈਗੀ। ਮਾਲਕ ਦੇ ਵਿੱਚ ਜੋ ਮਾਲਕ ਦਾ ਨਿਰਣਾ ਆ ਨਾ, ਜਦੋਂ ਮਾਲਕ ਤੋਲਦੇ ਆ ਨਾ, ਤੇ ਉੱਥੇ ਸੱਚ ਹੀ ਸੱਚ ਨਿਬੜੇ, ਸੱਚ ਦਾ ਸੀ ਨਿਬੇੜਾ ਹੋਣਾ ਆ। ਤੇ ਜਿਹੜੇ ਫਿਰ ਝੂਠ ਆ, ਫਿਰ ਮਰ ਕਹਿੰਦੇ ਵੀ ਉਹਨਾਂ ਨੂੰ ਕੱਢ ਕੇ ਬਾਹਰ ਸੁੱਟ ਦਿੱਤਾ ਜਾਊਗਾ। ਜੇ ਉਹਨਾਂ ਨੇ ਆਕਾਰ ਦ੍ਰਿੜ ਕੀਤੇ ਤੇ ਉਹ ਆਕਾਰਾਂ ਦੇ ਵਿੱਚ ਹੀ ਰਹੋਗੇ, ਕਿਉਂਕਿ ਆਟੋਮੈਟਿਕਲੀ ਸਾਨੂੰ ਮਾਲਕ ਨੇ ਵੀ ਸਾਡੀ ਇੱਛਾ ਤੇ ਛੱਡ ਦੇਣਾ ਵੀ ਤੁਸੀਂ ਕੀ ਚਾਹੁੰਦੇ ਹੋ। ਹੁਣ ਗੁਰਮੁਖ ਤਾਂ ਪਹਿਲੇ ਉਹਨਾਂ ਨੂੰ ਮੌਤ ਦਾ ਡਰ ਹੀ ਨਹੀਂ, ਠੀਕ ਹੈ ਜੀ। ਹੁਣ ਦੁਨੀਆ ਕੰਬਦੀ ਪਈ ਆ, ਜੋ ਇਹ ਭਿਆਨਕ ਬਿਮਾਰੀ ਬਾਹਰ ਕਰੋਨਾ ਦੀ ਆ, ਹੁਣ ਕਹਿੰਦੇ ਵੀ ਅਸੀਂ ਨਾ ਮਰ ਜਾਈਏ, ਅਸੀਂ ਨਾ ਮਰ ਜਾਈਏ, ਇਹਦੀ ਮੌਤ ਬਹੁਤ ਭੈੜੀ ਆ, ਠੀਕ ਆ ਜੀ। ਜਾਂ ਕੋਈ ਵੀ ਆ ਐਕਸੀਡੈਂਟ ਹੁੰਦਾ, ਕੁਛ ਵੀ ਆ, ਅਸੀਂ ਮਰਦੇ ਆ, ਅਸੀਂ ਆਪਦੇ ਸਰੀਰ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਆ। ਸਾਡਾ ਨਾਲ ਦਾ ਭਾਵੇਂ ਜਿੰਨਾ ਮਰਜ਼ੀ ਕੋਈ ਪਿਆਰ ਵਾਲਾ ਰਿਸ਼ਤੇਦਾਰ ਬੈਠਾ ਹੋਵੇ, ਅਸੀਂ ਆਪਣੇ ਸਰੀਰ ਦਾ ਪਹਿਲਾਂ ਬਚਾਅ ਕਰਦੇ ਆ ਵੀ ਕਿਤੇ ਮੈਂ ਨਾ ਮਰ ਜਾਵਾਂ। ਸੋ ਗੁਰਮੁਖ ਪਿਆਰਿਓ, ਗੁਰਮੁਖ ਜਦੋਂ ਫਿਰ ਆਪ ਦਾ ਮਰਨਾ ਸਿੱਖ ਲੈਂਦੇ ਆ, ਗੁਰਮੁਖਾਂ ਨੂੰ, ਕਿਉਂਕਿ ਇਹ ਪ੍ਰੈਕਟੀਕਲੀ ਇਸ ਤਰੀਕੇ ਦੇ ਨਾਲ ਹੁੰਦਾ ਗੁਰਮੁਖ ਪਿਆਰਿਓ, ਕਿ ਸਾਨੂੰ ਸਾਡਾ ਮਰਨਾ ਸਿਖਾਇਆ ਜਾਂਦਾ, ਦ੍ਰਿੜ ਕਰਾਇਆ ਜਾਂਦਾ। ਸੋ ਗੁਰਮੁਖਾਂ ਨੂੰ ਪਤਾ ਲੱਗ ਜਾਂਦਾ ਵੀ ਇਹਨੂੰ ਹੀ ਮਰਨਾ ਕਹਿੰਦੇ ਆ। ਹੁਣ ਮਰਨਾ ਬੜਾ ਸੌਖਾ ਆ। ਹੁਣ ਮਹਾਰਾਜ ਨੇ ਇਹੀ ਕਿਹਾ ਕਿ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਕਿਉਂ ਕਿਹਾ ਕਬੀਰ ਸਾਹਿਬ ਨੇ? ਕਿਉਂਕਿ ਉਹਨਾਂ ਨੇ ਇੱਕ ਗੱਲ ਕਹੀ ਕਿ ਮਰਨਾ ਆਨੰਦ ਆ। ਕਿਉਂ ਆਨੰਦ ਆ? ਕਿਉਂਕਿ ਜਦੋਂ ਸ਼ਬਦ ਸੁਰਤ ਦਾ ਮੇਲ ਹੋਇਆ, ਠੀਕ ਆ ਜੀ, ਸ਼ਬਦ ਤੇ ਸੁਰਤ ਦਾ ਮੇਲ ਹੋਇਆ, ਜਦੋਂ ਉਹ ਅਵਸਥਾ ਬਣਦੀ ਆ ਗੁਰਮੁਖ ਪਿਆਰਿਓ, ਉਸ ਤੋਂ ਵੱਡਾ ਆਨੰਦਮਈ ਅਵਸਥਾ ਹੀ ਹੈ ਨਹੀਂ ਕੋਈ ਵੀ। ਹੁਣ ਮਹਾਰਾਜ ਨੇ ਕਿਹਾ ਨਾ, ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ। ਹੁਣ ਉਹ ਗੁਰੂ ਕੌਣ ਸੀ? ਸ਼ਬਦ। ਹੁਣ ਮਹਾਰਾਜ ਦੂਸਰੇ ਪਾਸੇ ਕਬੀਰ ਸਾਹਿਬ ਕਹਿ ਰਹੇ ਵੀ ਜਦੋਂ ਮੈਂ ਮਰਿਆ ਤੇ ਮੈਨੂੰ ਇਸ ਤੋਂ ਜ਼ਿਆਦਾ ਆਨੰਦ ਦੀ ਅਵਸਥਾ ਹੀ ਨਹੀਂ ਕੋਈ ਸੀਗੀ। ਤੇ ਕਹਿੰਦੇ ਕਿਉਂਕਿ ਮੈਨੂੰ ਪਤਾ ਚੱਲਿਆ ਕਿ ਮਰਨ ਤੋਂ ਬਾਅਦ ਹੀ ਮੈਂ ਪੂਰਨ ਪਰਮ ਆਨੰਦ, ਵੀ ਮੈਂ ਪੂਰਨ ਪਰਮ ਆਨੰਦ ਦੀ ਅਵਸਥਾ 'ਚ ਕਦੋਂ ਗਿਆ? ਜਦੋਂ ਮੈਂ ਮਰਿਆ। ਹੁਣ ਮਰਿਆ ਕਦੋਂ? ਜਦੋਂ ਮੈਂ ਸ਼ਬਦ 'ਚ ਸਮਾਇਆ, ਠੀਕ ਹੈ ਜੀ। ਜਦੋਂ ਸ਼ਬਦ ਸੁਰਤ ਦਾ ਮੇਲ ਹੋ ਗਿਆ ਤੇ ਇੱਕ ਹੁਣ ਇਹ ਲਫ਼ਜ਼ ਦੇ ਵਿੱਚ ਬੋਲ ਕੇ ਵੀ ਸਮਝਾਉਣ ਵਾਲੀ ਚੀਜ਼ ਨਹੀਂ, ਕਿਉਂਕਿ ਇਹਦੇ ਲਈ ਕੋਈ ਭਾਸ਼ਾ ਯੂਜ਼ ਹੀ ਨਹੀਂ ਕੀਤੀ ਜਾ ਸਕਦੀ ਕਿ ਉਹ ਆਨੰਦ ਦੀ ਅਵਸਥਾ ਹੈ ਕਿਹੋ ਜਿਹੀ। ਹੁਣ ਉਹ ਆਨੰਦ ਦੀ ਅਵਸਥਾ ਜੋ ਗੁਜ਼ਰੇ, ਉਹ ਕਹਿੰਦੇ ਵੀ ਮਰਨਾ ਤਾਂ ਇੰਨਾ ਸੌਖਾ ਸੀ ਵੀ ਇਹ ਬਸ ਸ਼ਬਦ ਸੁਰਤ ਦਾ ਮੇਲ ਹੋਇਆ, ਅਸੀਂ ਮਰ ਗਏ, ਅਸੀਂ ਆਪਦੇ ਸਰੀਰ ਨੂੰ ਛੱਡ ਗਏ, ਸੁਰਤ ਸੂਖਮ ਅਲੱਗ ਹੋ ਗਿਆ, ਇਹਨੂੰ ਕਹਿੰਦੇ ਮਰਨਾ। ਵੀ ਇਹ ਆਨੰਦ ਲੈਣ ਵਾਸਤੇ ਹੀ ਗੁਰਮੁਖ ਪਿਆਰਿਓ ਅਸੀਂ ਕੀ ਕਰਦੇ ਹਾਂ? ਪ੍ਰੈਕਟੀਕਲ। ਹੁਣ ਇਹ ਆਨੰਦ ਲੈਣ ਲਈ ਹੀ ਸਾਰੀ ਗੁਰਬਾਣੀ ਗੁਰੂ ਸਾਨੂੰ ਉਪਦੇਸ਼ ਕਰਦੇ ਨੇ ਕਿ ਗੁਰਮੁਖੋ ਤੁਸੀਂ ਨਾਮ ਦੇ ਵਿੱਚ ਸੁਰਤ ਲਾਓ, ਨਾਮ ਨੂੰ ਦ੍ਰਿੜ ਕਰੋ, ਨਾਮ ਦੇ ਵਿੱਚ ਸਮਾਓ, ਤਾਂ ਕਿ ਤੁਸੀਂ ਆਪ ਦਾ ਮਰਨਾ ਜਾਣ ਲਓ ਕਿ ਮਰਨਾ ਬੜਾ ਹੀ ਸੌਖਾ ਆ। ਕਿਉਂ? ਕਿਉਂਕਿ ਦੇਖੋ ਇੱਕ ਪਾਸੇ ਤਾਂ ਮਨਮੁਖ ਦੀ ਮੌਤ ਨੂੰ ਬਹੁਤ ਭਿਆਨਕ ਤਰੀਕੇ ਨਾਲ ਗੁਰਬਾਣੀ ਗੁਰੂ ਦਰਸਾਉਂਦੇ ਨੇ ਵੀ ਇਸ ਤੋਂ ਜ਼ਿਆਦਾ ਦੁੱਖ ਕੋਈ ਨਹੀਂ, ਮਨਮੁਖ ਲਈ ਮਰਨ ਤੋਂ ਵੱਡਾ ਦੁੱਖ ਕੋਈ ਨਹੀਂ। ਤੇ ਦੂਸਰੇ ਪਾਸੇ ਗੁਰਮੁਖ ਪਿਆਰਿਓ, ਗੁਰਮੁਖ ਨੂੰ ਦੀ ਮੌਤ ਤੋਂ ਵੱਡਾ ਸੁੱਖ ਕੋਈ ਨਹੀਂ, ਕਿਉਂਕਿ ਉਹ ਆਪਦੀ ਮਰਜ਼ੀ ਨਾਲ ਆਪਣੇ ਘਰੇ ਗਏ, ਉਹ ਇੱਥੇ ਆਉਂਦੇ ਸੀ। ਕਿਉਂਕਿ ਇਹ ਪ੍ਰੈਕਟੀਕਲ ਤੋਂ ਬਾਅਦ ਦੀ ਗੱਲ ਆ, ਇਹ ਇੱਕ ਪ੍ਰੈਕਟੀਕਲ ਤੋਂ ਬਾਅਦ ਦੀ ਅਵਸਥਾ ਆ ਕਿ ਜਦੋਂ ਮਰਨਾ ਹੀ ਸਿੱਖ ਲਿਆ, ਆਪਦੇ ਘਰ ਨੂੰ ਦੇਖ ਲਿਆ, ਆਪਦਾ ਨਿੱਜ ਸਰੂਪ ਦੇਖ ਲਿਆ, ਮਾਲਕ ਦੇ ਨਾਲ ਮਿਲਾਪ ਹੋ ਗਿਆ, ਫਿਰ ਗੁਰਮੁਖ ਪਿਆਰਿਓ ਸੁਰਤੀ ਪਤਾ ਕੀ ਫੀਲ ਕਰਦੀ ਆ? ਵੀ ਜਿਵੇਂ ਆਪਾਂ ਪ੍ਰਾਹੁਣੇ ਨਹੀਂ ਗਏ ਹੁੰਨੇ ਵੀ ਕਿਤੇ, ਵੀ ਸਾਡਾ ਤਾਂ ਕੋਈ ਘਰੇ ਹੀ ਨਹੀਂ ਹੈਗਾ, ਠੀਕ ਆ ਜੀ, ਵੀ ਅਸੀਂ ਵੈਸੇ ਹੀ ਟਾਈਮ ਪਾਸ ਕਰਨ ਦੇ ਲਈ ਇੱਥੇ ਆਉਨੇ ਆ, ਜੋ ਜਿੰਨਾ ਕੁ ਵੀ ਸਮਾਂ ਆ ਵੀ ਧੱਕੇ ਦੇ ਨਾਲ ਅਸੀਂ ਇੱਥੋਂ ਜੋ ਵੀ ਉਹ ਕਰਦੇ ਆ, ਵੀ ਸਾਨੂੰ ਲੱਗਦਾ ਵੀ ਇਹ ਸਾਡਾ ਅਸਲ ਘਰ ਨਹੀਂ ਹੈਗਾ, ਨਾ ਹੀ ਇਹ ਸਾਡਾ ਅਸਲ ਦੇਸ਼ ਆ, ਠੀਕ ਆ ਜੀ। ਹੁਣ ਤਾਂ ਸਾਡਾ ਮਾਇਆ ਨੇ ਜੋ ਹੈ ਉਹ ਇੰਨਾ ਜ਼ਿਆਦਾ ਚਿੱਤ ਹਿਰ ਲਿਆ ਵੀ ਸਾਨੂੰ ਪਤਾ ਹੀ ਨਹੀਂ ਚੱਲਦਾ ਨਾ ਵੀ ਇਸ ਤੋਂ ਉੱਪਰ ਵੀ ਕੋਈ ਖੇਡ ਆ, ਨਾ ਅਸੀਂ ਜਾਣਨਾ ਚਾਹੁੰਦੇ ਆ, ਕਿਉਂਕਿ ਧਿਆਨ ਦੇ ਦੁਆਰਾ ਅਸੀਂ ਤ੍ਰਿਲੋਕੀ ਨੂੰ ਦ੍ਰਿੜ ਕਰ ਲਿਆ। ਜਦੋਂ ਫਿਰ ਗੁਰਮੁਖ ਅੱਗੇ ਮਾਲਕ ਨਾਲ ਮਿਲਾਪ ਕਰਦੇ ਆ, ਉਹਨਾਂ ਦਾ ਖੇਡ ਵੱਖਰਾ ਹੋ ਜਾਂਦਾ। ਫਿਰ ਦੇਖੋ ਇੱਥੇ ਸਾਨੂੰ ਮਾਣ ਮਿਲੇ, ਅਪਮਾਨ ਮਿਲੇ, ਉਹ ਇੱਥੇ ਹੀ ਰਹਿ ਜਾਣਾ। ਹੈ ਜ਼ਰੂਰਤ ਮਾਣ ਅਪਮਾਨ ਦੀ? ਹੁਣ ਸਾਨੂੰ ਕੋਈ ਮਾੜੇ ਬੋਲਦਾ ਆ, ਚਾਹੇ ਸਾਡੀ ਕੋਈ ਵਡਿਆਈ ਕਰਦਾ, ਦੋਨੋਂ ਹੀ ਨਹੀਂ ਫਰਕ ਪਾਉਂਦੀਆਂ। ਕਿਉਂਕਿ ਇੱਥੇ ਦਾ ਮਾਣ ਅਪਮਾਨ ਇੱਥੇ ਹੀ ਆ, ਠੀਕ ਹੈ ਜੀ, ਉਹਨੇ ਸਾਡੇ ਨਾਲ ਨਹੀਂ ਜਾਣਾ।
ਸੋ ਹੁਣ ਮਾਣ ਅਪਮਾਨ ਕੀ ਆ? ਮਾਲਕ ਦਾ। ਮਾਣ ਕੀ ਆ? ਸੌਰੀ, ਅਪਮਾਨ ਨਹੀਂ, ਮਾਣ ਕੀ ਆ? ਮਾਲਕ ਨੂੰ ਮੋਹਰੇ ਰੱਖਣਾ ਵੀ ਮਾਣ ਤੇਰੇ ਨਾਲ ਹੀ ਸਾਡਾ ਮਾਣ ਆ, ਨਾਮ ਦੇ ਨਾਲ ਹੀ ਸਾਡਾ ਮਾਣ ਆ, ਨਾਮ ਦੇ ਨਾਲ ਹੀ ਅਸੀਂ ਸੁਰੱਖਿਅਤ ਆ, ਨਾਮ ਦਾ ਹੀ ਰੱਖਿਆ ਚੱਕਰ ਆ, ਮਾਲਕ ਦਾ, ਪ੍ਰਕਾਸ਼ ਦਾ ਹੀ ਰੱਖਿਆ ਚੱਕਰ ਹੈ, ਤੇ ਅਸੀਂ ਉਹਦੇ ਵਿੱਚ ਸਮਾਏ ਹੋਏ ਰਹਿਣਾ ਪਸੰਦ ਕਰਦੇ ਹਾਂ ਪ੍ਰੈਕਟੀਕਲ ਕਰਨ ਤੋਂ ਬਾਅਦ, ਆਪ ਦਾ ਮਰਨਾ ਸਿੱਖਣ ਤੋਂ ਬਾਅਦ। ਸੋ ਗੁਰਮੁਖ ਪਿਆਰਿਓ, ਇਸ ਲਈ ਗੁਰਬਾਣੀ ਗੁਰੂ ਨੂੰ ਵਿਚਾਰਨਾ ਕਹਿੰਦੇ ਹੈ ਸਭ ਤੋਂ ਪਹਿਲਾਂ ਅਸੀਂ ਇਹ ਭੇਦ ਲੈਣਾ ਹੈ, ਅਸੀਂ ਆਪਦੇ ਮਨ ਦੀ ਪਛਾਣ ਕਰਨੀ ਹੈ, ਆਪਦਾ ਨਿੱਜ ਸਰੂਪ ਜਾਣਨਾ ਹੈ, ਜਿਸ ਸਰੂਪ ਨੇ ਦੇ ਨੂੰ ਸਾਰੀ ਹੀ ਗੁਰਬਾਣੀ ਉਪਦੇਸ਼ ਕਰ ਰਹੀ ਆ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਇਹ ਕਦੋਂ ਜ਼ਰੂਰਤ ਮਹਿਸੂਸ ਹੋਊਗੀ? ਜਦੋਂ ਸਾਡਾ ਮਨ ਮੰਨ ਗਿਆ, ਜਦੋਂ ਸਾਨੂੰ ਜ਼ਰੂਰਤ ਲੱਗ ਗਈ ਕਿ ਮਾਲਕ ਨਾਲ ਮਿਲਾਪ ਕਰਨਾ ਹੈ, ਚਾਹੇ ਜਿੱਡਾ ਮਰਜ਼ੀ ਔਖਾ ਕਾਲ ਦੇ ਵੱਲੋਂ ਪਰਚਾ ਪਾਈ ਜਾ ਰਿਹਾ, ਅਸੀਂ ਹਮੇਸ਼ਾ ਹੀ ਸ਼ਰਨ ਦੇ ਵਿੱਚ ਰਹਿਣਾ ਹੈ, ਹੁਕਮ ਦੇ ਵਿੱਚ ਰਹਿਣਾ ਹੈ, ਕਿਉਂਕਿ ਸਾਨੂੰ ਉਹ ਹੁਕਮ ਪਿਆਰਾ ਲੱਗਣ ਲੱਗ ਗਿਆ। ਸਾਨੂੰ ਸਾਡਾ ਦਾਇਰਾ ਸਮਝ 'ਚ ਆ ਗਿਆ ਕਿ ਜਿੰਨਾ ਟਾਈਮ ਇਸ ਪਿਆਰ, ਇਸ ਹੁਕਮ ਦੇ ਅੰਡਰ ਆ, ਓਨਾ ਟਾਈਮ ਸੁਰੱਖਿਅਤ ਆ। ਅਸੀਂ ਬਾਹਰ ਕਿਉਂ ਨਿਕਲਣਾ? ਫਿਰ ਜੇ ਅਸੀਂ ਆਪਣੀ ਮਰਜ਼ੀ ਨਾਲ ਬਾਹਰ ਨਿਕਲਦੇ ਆ ਤੇ ਫਿਰ ਕਾਲ ਦੇ ਵੱਲੋਂ ਸਾਨੂੰ ਅਵਸਥਾ ਤੋਂ ਡਾਊਨ ਕੀਤਾ ਜਾਂਦਾ। ਠੀਕ ਆ ਜੀ, ਸਾਨੂੰ ਵਿਚਾਰ ਤੇ ਫੁਰਨੇ ਦਿੱਤੇ ਜਾਂਦੇ। ਜਿੰਨਾ ਟਾਈਮ ਅਸੀਂ ਉਸ ਦਾਇਰੇ ਦੇ ਅੰਦਰ ਆ, ਅਸੀਂ ਆਨੰਦ ਦੀ ਅਵਸਥਾ ਜਾਂ ਸੁੱਖ ਦੀ ਅਵਸਥਾ ਦੇ ਵਿੱਚ ਆ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਮਾਲਕ ਕਿਰਪਾ ਕਰਨ ਆਪਣੇ ਸਾਰਿਆਂ ਤੇ ਹੀ, ਤਾਂ ਕਿ ਕਿਉਂਕਿ ਇਹ ਸਾਰੀ ਸੋਝੀ ਕਿਸੇ ਵਿਸ਼ੇਸ਼ ਵਿਅਕਤੀ ਦੇ ਦੁਆਰਾ ਨਹੀਂ ਦਿੱਤੀ ਜਾ ਸਕਦੀ ਤੇ ਨਾ ਆਪਦੀ ਮਤ ਦੇ ਦੁਆਰਾ ਲਈ ਜਾ ਸਕਦੀ ਆ। ਸੋ ਗੁਰਮੁਖ ਪਿਆਰਿਓ, ਮਾਲਕ ਕਿਰਪਾ ਜਦੋਂ ਕਰਦੇ ਆ, ਉਦੋਂ ਹੀ ਸਾਨੂੰ ਚੁਣਦੇ ਆ, ਸਾਨੂੰ ਸੱਚੀ ਸੰਗਤ 'ਚ ਲੈ ਕੇ ਆਉਂਦੇ ਆ, ਸਾਡੇ ਤੋਂ ਆਪ ਹੀ ਗੁਰਮੰਤਰ ਕਰਵਾਉਂਦੇ, ਆਪ ਹੀ ਸਾਨੂੰ ਦਰ ਤੇ ਬਿਠਾਉਣਾ ਸਿਖਾਉਂਦੇ ਆ, ਆਪ ਹੀ ਕਾਲ ਤੋਂ ਸਾਡੀ ਰੱਖਿਆ ਕਰਦੇ ਆ, ਸਾਨੂੰ ਦ੍ਰਿੜ ਕਰਵਾਉਂਦੇ ਆ, ਸਾਨੂੰ ਸਾਰਾ ਪ੍ਰੈਕਟੀਕਲ ਕਰਵਾਉਂਦੇ ਆ, ਤਾਂ ਜੋ ਅਸੀਂ ਆਪਦਾ ਮਰਨਾ ਸਿੱਖ ਲਈਏ ਕਿ ਕਿਵੇਂ ਅਸੀਂ ਵੀ ਗੁਰਮੁਖਾਂ ਦੀ ਮੌਤ ਮਰੀਏ, ਆਪਣੀ ਮਰਜ਼ੀ ਦੇ ਨਾਲ ਸਰੀਰ ਤਿਆਗ ਕੇ ਜਾਈਏ, ਤਾਂ ਜੋ ਸਾਡਾ ਇੱਥੇ ਆਉਣਾ ਸਫਲ ਹੋ ਜਾਵੇ। ਜਿਸ ਕਾਰਜ ਦੇ ਲਈ ਮਾਲਕ ਨੇ ਸਾਨੂੰ ਭੇਜਿਆ ਸੀ, ਉਸ ਕਾਰਜ ਨੂੰ ਅਸੀਂ ਸੰਪੂਰਨ ਕਰਕੇ ਮਾਲਕ ਤੋਂ ਸ਼ਾਬਾਸ਼ ਲਈਏ, ਮਾਲਕ ਦੀ ਗੋਦ ਦੇ ਵਿੱਚ ਸਮਾ ਜਾਈਏ। ਗੁਰਮੁਖ ਪਿਆਰਿਓ, ਗੁਰਬਾਣੀ ਗੁਰੂ ਦੇ ਵਿੱਚੋਂ ਵਿਚਾਰ ਕੀਤੀ ਹੈ। ਵਿਚਾਰ ਕਰਦਿਆਂ ਹੋਇਆਂ ਸਾਡੇ ਤੋਂ ਕੋਈ ਅੱਖਰ ਵੱਧ ਘੱਟ ਬੋਲਿਆ ਗਿਆ ਹੋਵੇ, ਸਾਡੇ ਤੋਂ ਇੱਕ ਨਹੀਂ ਅਨੇਕ ਹੀ ਤਰ੍ਹਾਂ ਦੀਆਂ ਗਲਤੀਆਂ ਹੋ ਗਈਆਂ। ਗੁਰਮੁਖ ਪਿਆਰਿਓ, ਵਿਚਾਰ ਕਰਦਿਆਂ ਹੋਇਆਂ ਸਾਡੇ ਤੋਂ ਕੋਈ ਸ਼ਬਦ ਅੱਗੇ ਪਿੱਛੇ ਬੋਲਿਆ ਗਿਆ ਹੋਵੇ, ਆਪ ਸੰਗਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਕਾਲ ਪੁਰਖ ਵਾਹਿਗੁਰੂ ਜੀ ਜਾਣੀ ਜਾਣ ਹੋ, ਸਾਨੂੰ ਬਖਸ਼ ਲੈਣਾ ਜੀ। ਸੋ ਇੰਨੀ ਹੀ ਸੇਵਾ ਸਾਡੀ ਪ੍ਰਵਾਨ ਕਰਨੀ ਜੀ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਕੋਲ ਕੋਈ ਸ਼ਬਦ ਹੀ ਨਹੀਂ ਗੇ, ਸਾਨੂੰ ਤਾਂ ਨਾ ਬੋਲਣਾ ਆਉਂਦਾ ਹੈਗਾ ਕਿ ਅਸੀਂ ਭੈਣ ਜੀ ਦਾ ਧੰਨਵਾਦ ਕਰ ਸਕੀਏ। ਸਾਰੀ ਸੰਗਤ ਵੱਲੋਂ ਫੇਰ ਵੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਇਹੋ ਜਿਹੀ ਕਥਾ ਸ਼ਾਇਦ ਹੀ ਕਿਤੋਂ ਆਪਾਂ ਅੱਗੇ ਸੁਣੀ ਹੋਵੇ, ਤੇ ਜੇ ਸੁਣੀ ਆ ਤਾਂ ਹੁਣ ਸਾਡਾ ਫਰਜ਼ ਬਣਦਾ ਕਿ ਅਸੀਂ ਇਹਦੇ ਤੇ ਪੂਰੇ ਉਤਰਨ ਦੀ ਕੋਸ਼ਿਸ਼ ਕਰੀਏ। ਇਹ ਵਾਹਿਗੁਰੂ ਨੇ ਆਪ ਹੀ ਤਰਸ ਕੀਤਾ ਸਾਡੇ ਤੇ। ਇਹੋ ਜਿਹੇ ਲੋਕਡਾਊਨ, ਇਹੋ ਜਿਹੀਆਂ ਬਿਮਾਰੀਆਂ ਚੱਲੀਆਂ ਭਿਆਨਕ, ਉਹਨਾਂ ਦੇ ਵਿੱਚ ਸਾਨੂੰ ਘਰੇ ਬੈਠਿਆਂ ਨੂੰ ਹੀ ਉਹਨਾਂ ਨੇ ਜਿਵੇਂ ਪ੍ਰਸ਼ਾਦ ਦਿੱਤਾ। ਇਹਦਾ ਇਹੋ ਜਿਹੀ ਸੋਝੀ ਕਿਸੇ ਕਿਤਾਬ ਦੇ ਵਿੱਚੋਂ ਨਹੀਂ ਮਿਲ ਸਕਦੀ, ਸਿਰਫ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਦੇ ਸਕਦੇ ਆ। ਇਹ ਅਕਾਲ ਪੁਰਖ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੈਸੇਜ ਇਹ ਸਾਨੂੰ ਗੁਰਮੁਖਾਂ ਦੇ ਮਨਾਂ ਰਾਹੀਂ ਦਿੱਤਾ। ਇਹ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚੋਂ ਤੁਸੀਂ ਸੁਣ ਰਹੇ ਹੋ, ਕਿਹੜਾ ਕਿਹੜਾ ਟਾਈਮ ਆ, ਇਹ ਵੀ ਅਕਾਲ ਪੁਰਖ ਨੇ ਆਪੇ ਹੀ ਗੁਰਮੁਖਾਂ ਨੂੰ ਤੁਹਾਨੂੰ ਚੁਣਿਆ ਹੈਗਾ, ਸਾਨੂੰ ਚੁਣਿਆ ਸਾਰਿਆਂ ਨੂੰ। ਇਹ ਕੋਟਾਨ ਕੋਟ ਬਰ ਸ਼ੁਕਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਅਕਾਲ ਪੁਰਖ ਵਾਹਿਗੁਰੂ ਜੀ ਦਾ। ਤੇ ਸਾਡਾ ਵੀ ਫਰਜ਼ ਬਣਦਾ, ਅਸੀਂ ਵੀ ਕਈ ਵਾਰੀ ਗੁਰਮੁਖਾਂ ਤੋਂ ਸੁਣਿਆ। ਇੱਕ ਵਾਰੀ ਮੈਂ ਗੁਰਮੁਖ ਨੂੰ ਮਿਲੇ ਸੀ ਕਿਸੇ ਨੂੰ, ਉਹ ਕਹਿੰਦੇ ਵੀ ਅੱਜ ਤੋਂ ਪਹਿਲਾਂ ਤੂੰ ਇਨੋਸੈਂਟ ਸੀਗਾ, ਮਤਲਬ ਤੂੰ ਬੇਗੁਨਾਹ ਸੀਗਾ, ਤੈਨੂੰ ਪਤਾ ਨਹੀਂ ਸੀਗਾ ਪਾਪਾਂ ਦਾ ਜਾਂ ਇਸ ਸਟੋਰੀ ਦਾ ਮਿਲਣ ਦਾ ਪਤਾ ਨਹੀਂ ਸੀ ਤੈਨੂੰ ਅਕਾਲ ਪੁਰਖ ਜੀ ਦਾ, ਵੀ ਕਿਵੇਂ ਮਿਲਣਾ। ਭਾਵੇਂ ਤੂੰ ਗੁਰਬਾਣੀ ਪੜ੍ਹਦਾ ਸੀ, ਨਿਤਨੇਮ ਕਰਦਾ ਸੀ, ਅੰਮ੍ਰਿਤ ਛਕਿਆ ਸੀਗਾ, ਪਰ ਅੱਜ ਤੋਂ ਬਾਅਦ
ਕਿਉਂਕਿ ਹੁਣ ਤੂੰ ਸਾਡੇ ਕੋਲੋਂ ਅਕਾਲ ਪੁਰਖ ਦੀ ਸਟੋਰੀ ਸੁਣ ਲਈ ਆ, ਹੁਣ ਤੂੰ ਇਨੋਸੈਂਟ ਨਹੀਂ ਗਾ, ਹੁਣ ਤੈਨੂੰ ਸਜ਼ਾ ਮਿਲੂਗੀ ਹੀ ਮਿਲੂਗੀ ਜੇ ਤੂੰ ਨਾ ਮਿਲਣ ਦੀ ਕੋਸ਼ਿਸ਼ ਕੀਤੀ, ਨਾ ਉਦਮ ਕੀਤਾ। ਕਿਉਂ? ਉਹਨਾਂ ਅਕਾਲ ਪੁਰਖ ਨੇ ਕਹਿਣਾ, ਜਮਾ ਨੇ ਕਹਿਣਾ, ਉਹ ਜਿਹੜਾ ਤੈਨੂੰ ਉਪਦੇਸ਼ ਦਿੱਤਾ ਸੀ ਉਹ ਅਕਾਲ ਪੁਰਖ ਨੇ ਆਪ ਉਹਦੇ ਰਾਹੀਂ ਦਿੱਤਾ ਸੀ। ਉਹ ਕੋਈ ਬੀਬੀ ਨਹੀਂ ਸੀ ਬੋਲ ਰਹੀ, ਉਹ ਅਕਾਲ ਪੁਰਖ ਬੋਲ ਰਹੇ ਸੀਗੇ, ਉਹ ਕੋਈ ਗੁਰਮੁਖ ਨਹੀਂ ਸੀ ਬੋਲ ਰਹੇ, ਉਹ ਅਸੀਂ ਹੀ ਤੇਰੇ ਵਾਸਤੇ ਮੈਸੇਜ ਭੇਜਿਆ ਸੀ। ਸੋ ਹੁਣ ਤੂੰ ਇਨੋਸੈਂਟ ਨਹੀਂ ਗਾ। ਸੋ ਅਸੀਂ ਜਿੰਨੇ ਵੀ ਗੁਰਮੁਖ ਸੁਣਦੇ ਆ ਜਾਂ ਸੁਣਨਗੇ, ਅਸੀਂ ਹੁਣ ਇਨੋਸੈਂਟ ਨਹੀਂ ਰਹਿ ਗਏ। ਸਾਡਾ ਫਰਜ਼ ਬਣਦਾ ਕਿ ਅਸੀਂ ਉਦਮ ਕਰੀਏ। ਅਕਾਲ ਪੁਰਖ ਸਾਡੇ ਤੇ ਹਰ ਰੋਜ਼ ਹਰ ਟਾਈਮ, ਤੁਹਾਨੂੰ ਪਤਾ ਹੀ ਹੈਗਾ ਕਿ ਕਿਰਪਾ ਭੈਣ ਜੀ ਨੇ ਸਾਰਾ ਕੁਝ ਸਮਝਾਤਾ। ਇਹ ਤੋਂ ਵੱਧ ਮੈਂ ਕੁਝ ਨਹੀਂ ਕਹਿ ਸਕਦਾ ਜਿਹੜਾ ਉਹਨਾਂ ਨੇ ਕਿਹਾ। ਹਾਂ, ਇਹ ਤਾਂ ਅਸੀਂ ਮੈਂ ਤਾਂ ਫਾਰਮੈਲਿਟੀ ਕਰ ਰਹੇ ਕਿ ਸਾਡਾ ਜ਼ਰੂਰ ਫਰਜ਼ ਬਣਦਾ ਕਿ ਜਿਹੜੇ ਵੀ ਮੰਨਦੇ ਆ ਅਕਾਲ ਪੁਰਖ ਨੇ ਸਾਨੂੰ ਉਪਦੇਸ਼ ਦਿੱਤਾ ਕਿ ਉਹਦਾ ਧੰਨਵਾਦ ਕਰੀਏ। ਭੁੱਲਾਂ ਦੀ ਮਾਫੀ ਬਖਸ਼ਣੀ। ਫੇਰ ਬੇਨਤੀ ਹੈਗੀ ਆ, ਅਸੀਂ YouTube ਤੇ ਨਾਲ ਦੇਖ ਰਹੇ ਸੀਗੇ, 1 ਜਾਂ 2 ਗੁਰਮੁਖ ਸੁਣ ਰਹੇ ਸੀ ਸਿਰਫ, ਫੇਸਬੁੱਕ ਦਾ ਮੈਨੂੰ ਪਤਾ ਨਹੀਂਗਾ। ਤੇ ਉਹ ਜ਼ਰੂਰ ਬੇਨਤੀ ਹੈਗੀ ਆ ਸਾਰਿਆਂ ਗੁਰਮੁਖਾਂ ਨੂੰ, ਸਾਡਾ ਜੀ ਨਹੀਂ ਕਰਦਾ ਇੱਥੋਂ ਸਕਾਈਪ ਤੋਂ ਕਿਸੇ ਨੂੰ ਰਿਮੂਵ ਕਰੀਏ, ਪਰ 50 ਤੋਂ ਉੱਪਰ ਅਸੀਂ ਕਾਲ ਨਹੀਂ ਕਰ ਸਕਦੇ। ਹੁਣ ਜਦੋਂ 2-4 ਘੰਟੇ ਸਟਾਪ ਹੋਇਆ ਸਾਡੇ ਰਾਤ ਦੇ ਹਿਸਾਬ ਨਾਲ, ਤੁਹਾਡਾ ਆਪੋ ਆਪਣਾ ਟਾਈਮ ਹੋਣਾ ਕੰਟਰੀਆਂ ਦੇ ਹਿਸਾਬ ਨਾਲ, ਸਾਨੂੰ ਅਗਲੇ ਦਿਨ ਕਾਲ ਨਹੀਂ ਅਸੀਂ ਕਰ ਸਕਦੇ ਜੇ ਤੁਹਾਨੂੰ 50 ਤੋਂ ਥੱਲੇ ਨਹੀਂ ਲਿਆਉਂਦੇ। ਫਿਰ ਵੀ ਸਾਡੀ ਕੋਸ਼ਿਸ਼ ਹੁੰਦੀ, ਜਿਹੜੇ ਯੰਗ ਬੱਚੇ ਫੋਨਾਂ ਵਾਸਤੇ ਸਮਾਰਟ ਹੈਗੇ, ਬਜ਼ੁਰਗਾਂ ਨੂੰ ਇੱਕ ਵਾਰੀ ਰਿਮੂਵ ਕਰਤਾ, ਉਹਨਾਂ ਤੋਂ ਵਿਚਾਰਿਆਂ ਨੂੰ ਜੁਆਇਨ ਨਹੀਂ ਹੋਇਆ ਜਾਣਾ। ਉਹਨਾਂ ਨੂੰ ਅਸੀਂ ਕੋਸ਼ਿਸ਼ ਕਰਦੇ ਹੁੰਦੇ ਕਿ ਜਿਨ੍ਹਾਂ ਨੂੰ ਦੁਬਾਰਾ ਜੁਆਇਨਿੰਗ ਹੋਣ ਦਾ ਪਤਾ ਹੈਗਾ, ਉਹਨਾਂ ਨੂੰ ਰਿਮੂਵ ਕਰਦੇ ਹਾਂ। ਸੋ ਮਾਈਂਡ ਨਾ ਕਰਿਓ। ਤੇ ਜ਼ਰੂਰੀ ਫੇਰ ਬੇਨਤੀ ਹੈ ਕਿ YouTube ਤੇ ਇਹ ਸੇਮ ਹੀ ਚੱਲ ਰਿਹਾ। ਹੁਣ ਵੀ ਕਿਸੇ ਨੇ ਜਿਹਨੇ ਰਿਕਾਰਡਿੰਗ ਕਰਦੇ ਸੀ, ਧੰਨਵਾਦ ਉਹਨਾਂ ਦਾ, ਰਿਕਾਰਡਿੰਗ ਸ਼ੌਂਕ ਨਾਲ ਕਰ ਰਹੇ ਸੀ, ਪਰ ਇਹ ਰਿਕਾਰਡਿੰਗ ਹੁਣੇ ਬੇਸ਼ੱਕ ਸੁਣ ਲਓ, ਕਿਸੇ ਨੂੰ ਫਾਰਵਰਡ ਕਰ ਦਿਓ। ਲਾਈਵ ਆ ਰਿਹਾ ਲਾਸਟ ਵਾਲਾ ਘੰਟਾ, ਜਿਹੜਾ ਹੁਣ 7-8 ਘੰਟੇ ਦਾ ਸਿਮਨ ਹੋਇਆ ਆਪਣਾ, ਜਿਹੜਾ ਲਾਸਟ ਵਾਲਾ ਘੰਟਾ ਭੈਣ ਜੀ ਨੇ ਲਾਇਆ, ਉਸੇ ਦੇ ਵਿੱਚ ਰਿਕਾਰਡਿੰਗ ਪਈ ਆ। ਜਾਂ ਤੁਸੀਂ ਸਿਮਨ ਕਰੋ, ਸਿਮਨ ਦੇ ਵਿੱਚੋਂ ਲੱਭ ਲਓ 7-8 ਘੰਟੇ ਦੇ ਵਿੱਚੋਂ। ਤੇ ਜੇ ਤੁਸੀਂ ਕੁਛ 2 ਵੀਕਾਂ ਵੇਟ ਕਰੋਗੇ ਤਾਂ ਉਹ ਅਸੀਂ ਇਕੱਲੇ ਦੀ ਕਥਾ ਅਲੱਗ ਕਰਕੇ ਅੱਜ ਦੀ ਡੇਟ ਤੇ ਗੁਰਮੁਖਾਂ ਦਾ ਕਥਾ ਵਾਲੇ ਦਾ ਜਿਹੜੇ ਵੀ ਮਨ ਨੇ ਕੀਤੀ ਉਹਨਾਂ ਦਾ ਨਾਮ ਵੀ ਨਾਲ ਆਊਗਾ। ਪਰ ਇਹਨੂੰ ਥੋੜਾ ਜਿਹਾ ਟਾਈਮ ਲੱਗਦਾ, 2 ਵੀਕਾਂ ਸੈੱਟ ਕਰਕੇ ਉਹਦੇ ਵਿੱਚੋਂ ਕੱਢ ਕੇ ਫਿਰ ਉਹ ਬੱਚੇ ਕਰਦੇ ਹੈਗੇ ਆ। ਇਹਦੇ ਵਿੱਚ ਕੋਈ ਵੀ ਬੱਚਾ ਜਿਹੜਾ ਸਮਾਰਟਫੋਨ ਵਾਸਤੇ ਕੋਈ ਹੈਲਪ ਕਰ ਸਕਦਾ, ਸਾਨੂੰ ਜਿਹੜੇ ਕੰਟਰੀ 'ਚ ਹੈਗਾ ਉਹਨਾਂ ਨੂੰ, ਗੁਰਮੁਖਾਂ ਨੂੰ, ਕਿਸੇ ਨੂੰ ਵੀ ਕੰਟੈਕਟ ਕਰਕੇ ਦੱਸ ਕੇ ਹੈਲਪ ਕਰ ਸਕਦਾ ਹੈਗਾ। ਹੋਰ ਵੀ ਕੋਈ ਸੁਝਾਅ ਇਹਦੇ ਵਿੱਚ, ਜਾਂ ਫੋਨਾਂ ਤੇ ਟੈਕਨੋਲੋਜੀ ਅੱਜ ਕੱਲ੍ਹ ਬਹੁਤ ਬੱਚੇ ਜਾਣਦੇ ਹੈਗੇ, ਇਦੋਂ ਵੀ ਅਸੀਂ ਬੈਟਰ ਤੁਹਾਡੀ ਸੇਵਾ ਕਰ ਸਕੀਏ ਸੰਗਤ ਦੀ, ਉਹ ਵੀ ਸਾਨੂੰ ਸੁਝਾਅ ਜ਼ਰੂਰ ਦਿਓ ਜੀ। ਆਪ ਜੀ ਦਾ ਸਾਰਿਆਂ ਦਾ ਧੰਨਵਾਦ। ਬੋਲਦਿਆਂ ਤੋਂ ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਤੇ ਇਸੇ ਤਰ੍ਹਾਂ ਹੀ ਪ੍ਰੋਗਰਾਮ ਇਹ ਚੱਲਦਾ ਰਹਿਣਾ ਹੈਗਾ। 6 ਤੋਂ 7 ਸਾਡਾ ਕੈਨੇਡਾ ਦਾ BC ਦਾ, ਤੇ ਬਾਕੀ ਟਾਈਮ ਆਪੋ ਆਪਣੇ ਹਿਸਾਬ ਨਾਲ ਤੁਸੀਂ ਦੇਖ ਲਓ ਕਿਹੜੇ ਕੰਟਰੀ ਦਾ ਕਿਹੜਾ ਟਾਈਮ ਹੈਗਾ। ਇਹ ਅਕਥ ਕਥਾ ਚੱਲਦੀ ਹੈਗੀ ਆ। ਸਵੇਰੇ ਭਾਈ ਸਾਹਿਬ ਦੇ ਸਟੂਡੈਂਟ ਉੱਥੋਂ ਅਸਥਾਨ ਤੋਂ ਕਰਦੇ ਹੈਗੇ ਆ। ਆਪਣਾ ਸਾਡਾ BC ਦਾ 8 ਤੋਂ 9 ਤਾਈਂ, ਜਾਂ 8 ਤੋਂ 8:30 ਤਾਈਂ। ਸੋ ਤੇ ਬਾਕੀ ਟਾਈਮ ਸਿਮਨ ਚੱਲਦਾ ਹੈਗਾ, ਥੋੜੇ ਘੰਟੇ ਆਫ ਰਹਿੰਦਾ ਹੈਗਾ। ਤੇ ਸਾਰੇ ਲਾਹਾ ਲਓ, ਤੇ ਬਾਕੀ ਵੀ ਆਪਦੇ ਫਰੈਂਡਾਂ ਨੂੰ, ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ, ਮਿੱਤਰਾਂ ਨੂੰ, ਸਾਰਿਆਂ ਨੂੰ ਇਹ ਗੱਲਾਂ ਦੱਸੋ ਵੀ ਅਮੋਲਕ ਹੈਗਾ। ਵੀ ਜੇ ਅਸੀਂ ਰਤਨ ਜਾਂ ਕੋਈ ਇਹਦੇ 'ਚ ਨਗੀਨੇ ਕਹੀਏ, ਜਾਂ ਕੋਈ ਮਹਿੰਗੀ ਤੋਂ ਮਹਿੰਗੀ ਦੁਨੀਆ ਦੀ ਚੀਜ਼ ਕਹੀਏ, ਮੇਰਾ ਖਿਆਲ ਇਹਦੇ ਅੱਗੇ ਜ਼ੀਰੋ ਹੈਗੀ ਆ, ਕੋਈ ਵੈਲਿਊ ਨਹੀਂ। ਇਹੋ ਜਿਹੀਆਂ ਚੀਜ਼ਾਂ ਮਤਲਬ ਸਤਿਗੁਰੂ ਨੇ ਵੀ ਜੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹਨੂੰ ਅਮੋਲਕ ਰਤਨ ਹੀ ਦੱਸਿਆ। ਤੇ ਪਰ ਆਪਾਂ ਨੂੰ ਪਤਾ ਹੈ ਗੁਰਬਾਣੀ ਤਾਂ ਉਹ ਤਾਂ ਰਤਨਾਂ ਤੋਂ ਤਾਂ ਕਿਤੇ ਉੱਪਰ, ਚੰਦ ਸੂਰਜ ਬ੍ਰਹਮਾ ਬੇਸ਼ਦ ਉਹ ਤਾਂ ਕਿਤੇ ਉੱਪਰ ਜਾ ਚਲੀ ਗਈ ਚੀਜ਼। ਮਤਲਬ ਉਹਦਾ ਦੱਸ ਹੀ ਨਹੀਂ ਸਕਦੇ। ਇਹ ਸਾਡੀ ਬੋਲੀ ਦੇ ਵਿੱਚ ਇਸ ਚੀਜ਼ ਦਾ ਮੁੱਲ ਅਸੀਂ ਕਦੇ ਕੋਈ ਬੋਲ ਕੇ ਵੀ ਨਹੀਂ ਦੱਸ ਸਕਦੇ, ਕਿੰਨਾ ਕੁ ਮੁੱਲ ਹੋ ਸਕਦਾ ਇਹਦਾ ਇੱਕ ਸਾਹ ਦਾ। ਤੇ ਸਾਰੇ ਹੀ ਬੜੇ ਹੀ ਵੱਡੇ ਭਾਗਾਂ ਵਾਲੇ ਆ ਅਸੀਂ, ਜਿਨ੍ਹਾਂ ਨੂੰ ਇਹੋ ਜਿਹੇ ਟਾਈਮ ਦੇ ਵਿੱਚ ਬਿਮਾਰੀਆਂ ਚੱਲ ਰਹੀਆਂ, ਤੇ ਸਾਨੂੰ ਫਿਰ ਵੀ ਅਕਾਲ ਪੁਰਖ ਤਰਸ ਕਰ ਰਿਹਾ ਬਿਮਾਰੀਆਂ ਦੇ ਵਿੱਚ ਰੱਖ ਕੇ ਵੀ ਕਿਹੇ ਜੀ ਸਾਨੂੰ ਸੰਗਤ ਬਖਸ਼ ਰਿਹਾ, ਮਿਲਿਆ ਹੋਇਆਂ ਦੀ ਬਖਸ਼ ਰਿਹਾ। ਤੇ ਅਗੇਨ ਧੰਨਵਾਦ ਸਾਰੀ ਸੰਗਤ ਦਾ, ਭੈਣ ਜੀ ਦਾ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਜਿਹੜੇ ਗੁਰਮੁਖਾਂ ਨੂੰ ਭੈਣ ਜੀ ਨੇ ਡਿਊਟੀ ਲਾਈ ਆ, ਉਹ ਸਿਮਰਨ ਸ਼ੁਰੂ ਕਰੋ ਜੀ।
ਤੇ ਜੇ ਕਿਸੇ ਦਾ ਕੁਐਸਚਨ ਹੋਵੇ ਹੁਣ ਵੀ ਕਰ ਸਕਦੇ ਆ। ਭੈਣ ਜੀ ਗੁਰਵਿੰਦਰ ਕੌਰ ਜਾਂ ਜਿੰਨੇ ਵੀ ਗੁਰਮੁਖ ਆਪਣੇ ਕਥਾ ਕਥਾ ਕਰਦੇ ਆ, ਸਾਰਿਆਂ ਦਾ ਫੋਨ ਨੰਬਰ ਅਸੀਂ ਤੁਹਾਨੂੰ ਭੇਜ ਸਕਦੇ ਹਾਂ। ਆਪੋ ਆਪਣੇ ਕੰਟਰੀ 'ਚ ਜਿਹੜੇ ਗੁਰਮੁਖਾਂ ਨੇ ਤੁਹਾਨੂੰ ਆਹ ਮੈਸੇਜ ਭੇਜਿਆ ਜਾਂ ਤੁਸੀਂ ਜਿਹਦੇ ਸੰਬੰਧ ਰਾਹੀਂ ਜੁੜੇ ਆ, ਉਹਨਾਂ ਨੂੰ ਪੁੱਛ ਲਓ। ਇਹ ਜ਼ਰੂਰ ਤੁਹਾਡੇ ਕੁਐਸਚਨ ਕੋਈ ਵੀ ਗੁਰਮਤ ਦੇ ਬਾਰੇ ਇਹ ਤੁਹਾਨੂੰ ਆਨਸਰ ਮਿਲੂਗਾ। ਤੇ ਵੱਧ ਤੋਂ ਵੱਧ ਆਪਾਂ ਨਾਮ ਜਪੀਏ ਮਿਲ ਕੇ। ਧੰਨਵਾਦ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਵੀ ਅਸੀਂ ਇੱਕ ਵਾਰ ਟਾਈਮ ਤੁਹਾਨੂੰ ਜ਼ਰੂਰ ਨੋਟ ਕਰਵਾ ਦਿੰਦੇ ਹਾਂ। ਜਿਵੇਂ ਭਾਈ ਸਾਹਿਬ ਹੁਣੀ ਦੱਸਿਆ ਵੀ ਵੈਨਕੂਵਰ ਦਾ ਜੋ ਟਾਈਮ ਹੈ ਅਕਥ ਕਥਾ ਦਾ, ਉਹ 6 ਵਜੇ ਦਾ ਆ, 6 PM 6 PM ਉਹਨਾਂ ਦੇ ਸ਼ਾਮ ਦੇ। ਇੰਡੀਆ ਉਸ ਟਾਈਮ 6:30 AM ਹੋਇਆ ਕਰੂਗੇ, ਠੀਕ ਆ ਜੀ, 6:30 AM। ਤੇ ਮੈਲਬਰਨ ਆਸਟ੍ਰੇਲੀਆ ਦੇ ਵਿੱਚ ਉਸ ਟਾਈਮ ਤੇ 11 AM ਹੋਇਆ ਕਰੂਗੀ, ਠੀਕ ਹੈ ਜੀ, 11 ਸਵੇਰ ਦਾ ਟਾਈਮ ਹੋਊਗਾ। ਸੋ ਗੁਰਮੁਖ ਪਿਆਰਿਓ, ਇਹ ਜੋ ਐਵਰੀ ਡੇ ਆਪਣੀ ਆਪਾਂ ਮਾਲਕ ਦੇ ਹੁਕਮ 'ਚ ਰਹਿੰਦਿਆਂ ਹੋਇਆਂ ਜਿਵੇਂ ਮਾਲਕ ਨੂੰ ਭਾਉਂਦਾ ਵੀ ਸਾਡੀ ਕੋਸ਼ਿਸ਼ ਆ ਵੀ ਮਾਲਕ ਜਿਵੇਂ ਸਾਨੂੰ ਨੌਕਰੀ ਬਖਸ਼ਦੇ ਨੇ, ਜਿਨ੍ਹਾਂ ਵੀ ਗੁਰਮੁਖਾਂ ਨੂੰ ਉਹਨਾਂ ਨੇ ਚੁਣ ਕੇ ਸੇਵਾ ਤੇ ਲਾਉਣਾ ਆ, ਤੇ ਇਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਮਾਲਕ ਦੇ ਹੁਕਮ ਨੂੰ, ਮਾਲਕ ਦੀ ਸੇਵਾ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਏ ਮਾਲਕ ਦੇ ਹੁਕਮ ਦੇ ਦੁਆਰਾ, ਕਿਉਂਕਿ ਉਹ ਆਪ ਹੀ ਸਾਡੇ ਤੋਂ ਸੇਵਾ ਲੈ ਰਹੇ ਨੇ। ਸੋ ਗੁਰਮੁਖ ਪਿਆਰਿਓ, ਵੱਧ ਤੋਂ ਵੱਧ ਜੋੜ ਕਰਕੇ ਲਾਹਾ ਲਓ ਜੀ। ਗੁਰਮੁਖ ਪਿਆਰਿਓ, ਇਹ ਬਿਲਕੁਲ ਵੀ ਕੋਈ ਇਹਦੇ ਵਿੱਚ ਸੰਗ ਜਾਂ ਸ਼ਰਮ ਵਾਲੀ ਜਾਂ ਕੋਈ ਵੀ ਇਸ ਤਰੀਕੇ ਦੀ ਗੱਲ ਨਹੀਂ ਹੈਗੀ। ਅਸੀਂ ਜਿਨ੍ਹਾਂ ਨੇ ਦੇਖੋ, ਅਸੀਂ ਇੱਥੇ ਜਦੋਂ ਵੀ ਕੋਈ ਵੀ ਸਾਨੂੰ ਜ਼ਰੂਰਤ ਹੁੰਦੀ ਤ੍ਰੈ ਗੁਣਾ ਦੀ ਵੀ ਅਸੀਂ ਕਿਸੇ ਮੰਜ਼ਿਲ 'ਤੇ ਪਹੁੰਚਣਾ ਆ, ਚਾਹੇ ਅਸੀਂ ਸਟੱਡੀ ਕਰਦੇ, ਚਾਹੇ ਅਸੀਂ ਟਰੈਵਲ ਕਰਦੇ ਹਾਂ, ਅਸੀਂ ਉਸ ਮੈਪ ਨੂੰ ਪ੍ਰੋਪਰਲੀ ਪਤਾ ਨਹੀਂ ਕਿੰਨੀ ਵਾਰ ਅਸੀਂ ਉਹਨੂੰ ਦੇਖਦੇ ਹਾਂ। ਫਿਰ ਜਿਹਨੂੰ ਪਤਾ ਹੁੰਦਾ ਅਸੀਂ ਉਹਨੂੰ ਵਾਰ-ਵਾਰ ਕਾਲ ਕਰਦੇ ਹਾਂ ਵੀ ਸਾਨੂੰ ਇਹਦੇ ਬਾਰੇ ਪੱਕੀ ਜਾਣਕਾਰੀ ਦਿਓ, ਸਾਨੂੰ ਸਮਝ ਨਹੀਂ ਆਈ, ਸਾਨੂੰ ਸਮਝ ਨਹੀਂ ਆਈ। ਗੁਰਮੁਖ ਪਿਆਰਿਓ, ਇਹ ਅਸੀਂ ਪ੍ਰੈਕਟੀਕਲੀ ਦੱਸਦੇ ਹਾਂ ਵੀ ਜਿੱਥੇ ਸਾਨੂੰ ਸਮਝ ਨਹੀਂ ਆਉਂਦਾ, ਅਸੀਂ ਪਤਾ ਨਹੀਂ ਕਿੰਨੇ ਗੁਰਮੁਖਾਂ ਨੂੰ ਕਾਲ ਕਰਦੇ ਹਾਂ ਵੀ ਗੁਰਮੁਖ ਪਿਆਰਿਓ ਸਾਨੂੰ ਪਤਾ ਨਹੀਂ ਲੱਗਾ, ਸਾਨੂੰ ਇਹ ਪੁਆਇੰਟ ਸਮਝਾਓ। ਚਾਹੇ ਸੰਗਤ ਦੇ ਵਿੱਚ ਵੀ ਹੋਵੇ, ਅਸੀਂ ਲੋਕ ਲੱਜਿਆ ਤੋਂ ਉੱਪਰ ਉੱਠ ਕੇ ਵਿਚਾਰ ਕਰਨੀ ਹੁੰਦੀ ਆ। ਗੁਰਮੁਖ ਪਿਆਰਿਓ, ਸਾਡੀ ਤਾਂ ਇਹੀ ਇੱਛਾ ਆ ਵੀ ਜਦੋਂ ਵੀ ਕੋਈ ਵੀ ਗੁਰਮੁਖ ਅਕਥ ਕਥਾ ਕਰਦੇ ਨੇ, ਸੰਗਤ ਦੇ ਵਿੱਚ ਇਹ ਜ਼ਰੂਰ ਹੋਣਾ ਚਾਹੀਦਾ ਵੀ ਸਾਨੂੰ ਕੋਈ ਪੁਆਇੰਟ ਸਮਝ 'ਚ ਨਹੀਂ ਲੱਗਦਾ, ਅਸੀਂ ਜ਼ਰੂਰ ਪੁੱਛੀਏ ਵੀ ਇਹਦਾ ਮਤਲਬ ਕੀ ਆ, ਥੋੜ੍ਹਾ ਖੁੱਲ੍ਹ ਕੇ ਸਮਝਾਓ। ਕਿਉਂਕਿ ਗੁਰਮੁਖ ਪਿਆਰਿਓ, ਅਸੀਂ ਚਾਹੇ ਦੂਸਰੇ ਗੁਰਮੁਖ ਆ, ਜਦੋਂ ਵਾਹਿਗੁਰੂ ਜੀ ਅਸੀਂ ਬੋਲ ਰਹੇ ਆ, ਅਸੀਂ ਨਹੀਂ ਬੋਲ ਰਹੇ, ਅਸੀਂ ਕਦੇ ਯਾਦ ਕਰਕੇ ਨਹੀਂ ਕੋਈ ਵੀ ਬਹਿੰਦੇ, ਠੀਕ ਆ ਜੀ। ਬਾਕੀ ਗੁਰਮੁਖਾਂ ਨਾਲ ਵੀ ਵਿਚਾਰ ਹੁੰਦੀ, ਇਹ ਮਾਲਕ ਡਾਇਰੈਕਟ ਆਪ ਹੀ ਪਤਾ ਨਹੀਂ ਸਾਡੇ ਤੋਂ ਕੀ ਬੁਲਾ ਦਿੰਦੇ ਆ, ਆਪ ਹੀ ਬੋਲਦੇ ਆ। ਸੋ ਪਤਾ ਨਹੀਂ ਚੱਲਦਾ ਵੀ ਅਸੀਂ ਕੋਈ ਪੁਆਇੰਟ ਚੰਗੀ ਤਰ੍ਹਾਂ ਕਲੀਅਰ ਕਰ ਪਾਉਂਦੇ ਆ, ਕੋਈ ਪੁਆਇੰਟ ਮਾਲਕ ਨੇ ਅਗਲੀ ਵਾਰ ਕਲੀਅਰ ਕਰਨਾ ਹੁੰਦਾ, ਕਿਉਂਕਿ ਇਹ ਮਾਲਕ ਦੇ ਵੱਲੋਂ ਡਾਇਰੈਕਟ ਹੁੰਦਾ ਤੇ ਮਾਲਕ ਦੀ ਮਰਜ਼ੀ ਦੇ ਅਕੋਰਡਿੰਗਲੀ ਹੀ ਅਸੀਂ ਉਹ ਸਾਰਾ ਬੋਲ ਸਕਦੇ ਹਾਂ। ਸੋ ਗੁਰਮੁਖ ਪਿਆਰਿਓ, ਜਿੱਥੇ ਤੁਹਾਨੂੰ ਲੱਗਦਾ ਆ ਵੀ ਕੋਈ ਗੱਲ ਸਮਝ 'ਚ ਨਹੀਂ ਆਈ, ਅਧੂਰੀ ਆ ਜਾਂ ਨਹੀਂ ਵੀ, ਅਸੀਂ ਉਹ ਜ਼ਰੂਰ ਪੁੱਛਿਆ ਕਰੋ। ਵੈਸੇ ਗੁਰਮੁਖ ਪਿਆਰਿਓ, ਅਸੀਂ ਬੀਬੀ ਮਾਨ ਕੌਰ ਜੀ ਦੇ ਨਾਲ ਵਿਚਾਰ ਕਰ ਰਹੇ ਸੀ ਵੀ ਇੱਕ ਦਿਨ ਆਪਣੀ ਸੰਗਤ ਇਸ ਤਰੀਕੇ ਦੀ ਹੋਵੇ ਕਿ ਸਾਰੀ ਹੀ ਸੰਗਤ ਜੁੜੀ ਹੋਵੇ, ਮਾਲਕ ਦੀ ਕਿਰਪਾ ਦੇ ਦੁਆਰਾ ਵੀ ਸੰਗਤ ਦੇ ਕੁਐਸਚਨ ਹੋਣ ਤੇ ਅਸੀਂ ਉਹ ਕੁਐਸਚਨ ਸੰਗਤ ਦੇ ਵਿੱਚ ਕਲੀਅਰ ਕਰੀਏ, ਤਾਂ ਜੋ ਵੀ ਸੰਗਤ ਦੂਸਰੀ ਨੂੰ ਵੀ ਲਾਹਾ ਮਿਲ ਪਾਵੇ। ਜਿਹੜੇ ਨਵੇਂ ਗੁਰਮੁਖ ਆ ਉਹਨਾਂ ਨੂੰ ਵੀ ਪਤਾ ਚੱਲ ਪਾਵੇ, ਉਹਨਾਂ ਨੂੰ ਵੀ ਭੇਜ ਆ ਪਾਵੇ, ਉਹਨਾਂ ਦੇ ਵੀ ਮਨ ਦੇ ਵਿੱਚ ਚਾਅ ਪ੍ਰਗਟ ਹੋ ਜਾਵੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਆਪਦੇ ਮਨ ਦੇ ਦੁੱਖਾਂ ਦਾ ਇਲਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਗੁਰੂ ਤੋਂ ਪੁੱਛ ਕੇ ਕਰਨਾ ਹੈ। ਸੋ ਗੁਰਮੁਖ ਪਿਆਰਿਓ, ਜਦੋਂ ਅਸੀਂ ਵਿਚਾਰ ਕਰਦੇ ਹਾਂ, ਕਿਉਂਕਿ ਅਸੀਂ ਬਾਣੀ ਤਾਂ ਪੜ੍ਹਦੇ ਹੀ ਹਾਂ, ਅਸੀਂ ਫਿਰ ਜਦੋਂ ਵਿਚਾਰ ਸੁਣਦੇ ਗੁਰਮੁਖਾਂ ਦੀ ਵੀ ਗੁਰਬਾਣੀ ਗੁਰੂ ਆਹ ਕਹਿ ਰਹੇ ਸੀ, ਫਿਰ ਸਾਨੂੰ ਪਤਾ ਚੱਲਦਾ ਅਸੀਂ ਡੈਫਥ 'ਚ ਓਨਾ ਕੁ ਜਾਣ ਦੀ ਕੋਸ਼ਿਸ਼ ਕਰਦੇ ਹਾਂ ਜਿੰਨੀ ਕੁ ਮਾਲਕ ਸਾਨੂੰ ਸੋਝੀ ਦਿੰਦੇ, ਕਿਉਂਕਿ ਗੁਰਬਾਣੀ ਦੀ ਡੈਫਥ ਬਹੁਤ ਜ਼ਿਆਦਾ ਡੂੰਘੀ ਆ, ਸਾਨੂੰ ਨਹੀਂ ਪਤਾ ਇਹਦੇ ਬਾਰੇ 'ਚ, ਕਿਉਂਕਿ ਮਹਾਰਾਜ ਦਾ ਜੋ ਅਵਸਥਾ ਆ ਉੱਥੇ ਤੱਕ ਤਾਂ ਅਸੀਂ ਕਦੇ ਵੀ ਨਹੀਂ ਪਹੁੰਚ ਸਕਦੇ, ਠੀਕ ਆ ਜੀ। ਉਹ ਮਾਲਕ ਦੀ ਕਿਰਪਾ ਦੇ ਦੁਆਰਾ ਹੀ ਜਿੰਨੀ ਕੁ ਸਾਨੂੰ ਸੋਝੀ ਮਾਲਕ ਦਿੰਦੇ ਆ, ਓਨਾ ਕੁ ਸਾਨੂੰ ਸਮਝ ਆ ਜਾਂਦਾ। ਸੋ ਗੁਰਮੁਖ ਪਿਆਰਿਓ, ਕੋਈ ਵੀ ਕੁਐਸਚਨ ਹੋਵੇ, ਕੋਈ ਵੀ ਵਿਚਾਰ ਹੋਵੇ, ਤੁਸੀਂ ਆਪ ਦਾ ਪ੍ਰੈਕਟੀਕਲ, ਸਪੈਸ਼ਲੀ ਜਿੱਥੇ ਕੋਈ ਗੁਰਮੁਖ ਖੜੇ ਨੇ, ਜਿਸ ਅਵਸਥਾ ਤੇ ਵੀ ਨੇ, ਉਹ ਪ੍ਰੈਕਟੀਕਲ ਜ਼ਰੂਰ ਸੰਗਤ ਦੇ ਵਿੱਚ ਸ਼ੇਅਰ ਕਰਿਆ ਕਰੋ, ਤਾਂ ਜੋ ਦੂਸਰੇ ਗੁਰਮੁਖਾਂ ਨੂੰ ਵੀ ਇਸ ਚੀਜ਼ ਦਾ ਲਾਹਾ ਮਿਲ ਪਾਵੇ। ਤੇ ਜੋ ਵੀ ਫਿਰ ਕੁਐਸਚਨ ਹੁੰਦੇ ਨੇ ਆਪਾਂ ਵਿਚਾਰ ਕਰਿਆ ਕਰਾਂਗੇ ਸੰਗਤ ਦੇ ਵਿੱਚ। ਸੋ ਸਾਡੀ ਇੰਨੀ ਕੁ ਹੀ ਬੇਨਤੀ ਪ੍ਰਵਾਨ ਕਰਨੀ ਜੀ। ਸਾਡੇ ਤੋਂ ਬੋਲਦਿਆਂ ਹੋਇਆਂ ਬਹੁਤ ਵੱਧ ਘੱਟ ਬੋਲਿਆ ਗਿਆ ਹੋਵੇ
ਕੋਈ ਸ਼ਬਦ ਜੋ ਆਪ ਜੀ ਨੂੰ ਨਹੀਂ ਚੰਗਾ ਲੱਗਾ ਹੋਵੇ, ਆਪ ਜੀ ਬਖਸ਼ ਦੇਣਾ ਜੀ ਸਾਨੂੰ, ਸਾਡੀਆਂ ਭੁੱਲਾਂ ਨੂੰ ਨਾ ਚਿਤਾਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।